हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 4167317710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ। ਹੋਏ ਹੋਏ ਓਹੋ, ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कलीनर यारा ओए लंबिया रूटां ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट Stevens Furniture since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ ਕ੍ਰੈਡਿਟ ਚੈੱਕ ਵੀ ਨਹੀਂ ਲੱਗੇਗਾ। ਮੰਥਲੀ ਚਾਰजेस $1428 ਪਲੱਸ ਟੈਕਸ। ਵਨ ਟਾਈਮ ਡਿਵਾਈਸ ਕਾਸਟ $49.99 ਪਲੱਸ ਟੈਕਸ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪ੍ਰਿਆ ਜੀ ਨੂੰ 6476494000 647 649 4000। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ
ਫੂਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰॉयल ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। PTN 24 ਔਨ ਕਰ ਚੁੱਕੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। PTN 24 ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ 9 ਤੋਂ 11 ਤੇ 11 ਤੋਂ 12 ਤੱਕ ਸੰਦੀਪ ਭੱਟੀ ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਤੁਹਾਡੇ ਨਾਲ ਜੁੜਦੇ ਨੇ ਜੀ। ਅੱਜ 20 ਤਰੀਕ ਆ ਤੇ ਸਟੂਡੀਓ ਦੀ ਘੜੀ ਅਨੁਸਾਰ 9:08 ਹੋ ਚੁੱਕੇ ਆ ਤੇ ਬਾਹਰਲਾ ਟੈਂਪਰੇਚਰ ਜਿਹੜਾ 3 ਆ ਜੀ, ਬੱਦਲਵਾਈ ਬਣੀ ਹੋਈ ਆ ਤੇ ਫੀਲ ਲਾਈਕ ਮੈਂਸ 2 ਆ। 26 ਕਿਲੋਮੀਟਰ ਦੀ ਸਪੀਡ ਨਾਲ ਹਵਾ ਚੱਲ ਰਹੀ ਆ ਤੇ ਸੂਰਜ 6:25 ਤੇ ਚੜਿਆ ਤੇ 8:08 ਤੇ ਛਿਪੇਗਾ ਜੀ। ਤੇ ਅੱਜ ਰਾਤ ਨੂੰ 11 ਵਜੇ ਤੋਂ ਬਾਅਦ ਜਿਹੜੀ ਕੱਲ ਪੂਰਾ ਦਿਨ ਸਨੋ ਪੈਣ ਦੀ ਸੰਭਾਵਨਾ ਜੀ। ਪੂਰੇ ਟੋਰਾਂਟੋ ਦੇ ਵਿੱਚ, ਓਟਵਾ, ਮੌਂਟਰੀਅਲ ਸਾਰੇ ਏਰੀਆ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਸਨੋ ਪੈਣ ਦੀ ਸੰਭਾਵਨਾ ਜੀ। ਟੈਂਪਰੇਚਰ ਜਿਹੜਾ ਡਾਊਨ ਹੋ ਰਿਹਾ ਤੇ ਆਪਣੀ ਲਾਈਨ ਜਿਹੜੀ ਆ ਅਰਸ਼ਦੀਪ ਹੋਣਾ ਨਾਲ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ। ਸਵਾਗਤ ਕਰਦੇ ਹਾਂ ਜੀ ਅਰਸ਼ਦੀਪ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਆਪਾਂ ਖਬਰਾਂ ਤੇ ਚੱਲਦੇ ਹਾਂ ਜੀ। ਹਰਵਿੰਦਰ ਸਿੰਘ ਫੂਲਕਾ ਨੇ ਨਵਜੋਤ ਸਿੱਧੂ ਨੂੰ ਇੱਕ ਚਿੱਠੀ ਲਿਖ ਕੇ ਜਾਣੀ ਕਿ ਉਹਨੂੰ ਯਾਦ ਕਰਾਇਆ ਸੀਗਾ ਵੀ ਆਪਣੇ ਹੱਕ ਪਹਿਚਾਣੋ, ਗਰਜੋ ਨਾ ਬਰਸੋ। ਪਰ ਹੁਣ ਨਵਜੋਤ ਸਿੱਧੂ ਨੇ ਵਕੀਲ ਫੂਲਕਾ ਨੂੰ ਕਹਿੰਦੇ ਭੇਜਿਆ ਚਿੱਠੀ ਦਾ ਜਵਾਬ। ਦੇਖੋ ਜੀ, ਹਰਵਿੰਦਰ ਸਿੰਘ ਫੂਲਕਾ ਵੱਲੋਂ ਜਿਹੜੀ ਇੱਕ ਚਿੱਠੀ ਜਿਹੜੇ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਨਵਜੋਤ ਸਿੰਘ ਸਿੱਧੂ ਨੂੰ ਲਿਖੀ ਗਈ ਸੀ ਜੀ, ਜਿਹਦੇ 'ਚ ਉਹਨਾਂ ਨੇ ਇਹੀ ਸ਼ਬਦ ਜਿਹੜੇ ਵਰਤੇ ਸੀਗੇ ਕਿ ਗਰਜੋ ਨਾ ਵਰਸੋ ਤੇ ਕੁਝ ਕਰਨ ਦੀ ਜ਼ਰੂਰਤ ਹੈ। ਵਿਧਾਨ ਸਭਾ ਦਾ ਇਜਲਾਸ ਜਿਹੜਾ ਉਹ ਬੁਲਾਇਆ ਜਾਵੇ, ਇਸ ਮਸਲੇ ਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ, ਸਰਕਾਰ ਨੂੰ ਕਿਹਾ ਜਾਵੇ ਕਿ ਕੋਈ ਕਦਮ ਜਿਹੜੇ ਉਹ ਪੁੱਟੇ ਜਾਣ ਜੀ। ਪਰ ਜੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹੀ ਮੰਗ ਜਿਹੜੀ ਉਹ ਕਰ ਰਹੇ ਨੇ ਲਗਾਤਾਰ ਕਿ ਕੁਝ ਕੀਤਾ ਜਾਵੇ, ਮੋਹਰਿਆਂ ਦੇ ਵਿਰੁੱਧ ਕਾਰਵਾਈ ਨਾ ਕੀਤੀ ਜਾਵੇ, ਨਾਲੋਂ ਨਾਲ ਜਿਹੜੇ ਪ੍ਰਮੁੱਖ ਦੋਸ਼ੀ ਨੇ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਤੇ ਸਰਕਾਰ ਜਿਹੜੀ ਉਹ ਕਦਮ ਚੁੱਕੇ। ਪਰ ਸਰਕਾਰ ਜਿਹੜੀ ਉਹ ਕਦਮ ਨਹੀਂ ਚੁੱਕ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਹੈ, HS ਫੂਲਕਾ ਨੇ ਵੀ ਕਿਹਾ ਕਿ ਸਰਕਾਰ ਤੋਂ ਖਾਮੀਆਂ ਜਿਹੜੀਆਂ ਨੇ ਉਹ ਰਹੀਆਂ ਨੇ। ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਜਦੋਂ ਚਿੱਠੀਆਂ ਦੀ ਗੱਲ ਚੱਲੀ ਸੀ, ਕਿਉਂਕਿ ਜਦੋਂ ਦੀ ਕੋਟਕਪੂਰਾ ਗੋਲੀकांड ਦੀ ਰਿਪੋਰਟ ਹਾਈ ਕੋਰਟ ਦੇ ਵਿੱਚੋਂ ਰੱਦ ਹੋਈ ਹੈ ਤੇ ਉਹਦੇ ਬਾਅਦ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦਿੱਤਾ ਹੈ ਤਾਂ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੈ। ਫੂਲਕਾ ਸਾਹਿਬ ਵੀ ਸਰਗਰਮ ਨੇ, ਨਵਜੋਤ ਸਿੰਘ ਸਿੱਧੂ ਵੀ ਸਰਗਰਮ ਨੇ। ਤਾਂ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਸੁਪਰੀਮ ਕੋਰਟ ਦੇ ਉੱਘੇ ਵਕੀਲ HS ਫੂਲਕਾ ਨੂੰ ਚਿੱਠੀ ਦਾ ਜਵਾਬ ਦਿੱਤਾ ਗਿਆ ਜਿਹਦੇ 'ਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਜਿਹੜਾ ਕੋਈ ਫਾਇਦਾ ਹੀ ਨਹੀਂ ਹੈਗਾ। ਤੁਸੀਂ ਬੇਸ਼ੱਕ ਮੈਨੂੰ ਮਸ਼ਵਰਾ ਦੇ ਰਹੇ ਹੋ ਪਰ ਵਿਧਾਨ ਸਭਾ ਦਾ ਸੈਸ਼ਨ ਜਦੋਂ ਆਪਾਂ ਸੱਦਾਂਗੇ ਤਾਂ ਉਹ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਕੰਮ ਹੋਊਗਾ। ਕਿਉਂਕਿ ਉਹਨਾਂ ਨੇ ਕਿਹਾ ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਸੀ ਤੇ ਉੱਥੇ ਫੂਲਕਾ ਸਾਹਿਬ ਵੀ ਮੌਜੂਦ ਸੀ, ਉਦੋਂ ਵਿਧਾਇਕ ਸੀਗੇ ਉਹ ਦਾਖੇ ਤੋਂ, ਤੇ ਉਸ ਸਮੇਂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਤਮਾਮ ਕਾਂਗਰਸੀਆਂ ਨੇ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਕਾਰਵਾਈ ਦਾ ਭਰੋਸਾ ਹੀ ਵਿਧਾਨ ਸਭਾ ਸੈਸ਼ਨ 'ਚ ਦਿੱਤਾ ਗਿਆ ਪਰ ਬਾਅਦ 'ਚ ਨਿਕਲਿਆ ਜਿਹੜਾ ਉਹਦੇ 'ਚੋਂ ਕੁਛ ਨਹੀਂ ਹੈ। ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸੁਝਾਅ ਸੀ ਵਿਧਾਨ ਸਭਾ ਸੈਸ਼ਨ ਸੱਦਣ ਵਾਲਾ, ਉਹਨੂੰ ਇਨਕਾਰ ਕਰਤਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਕੰਮ ਹੈ। ਤੇ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਸ਼ਕਤੀਆਂ ਨੇ ਉਹ ਗ੍ਰਹਿ ਮੰਤਰੀ ਦੇ ਕੋਲੇ ਨੇ, ਮੁੱਖ ਮੰਤਰੀ ਦੇ ਕੋਲੇ ਨੇ ਤੇ ਇਸ ਕਰਕੇ ਜਿਹੜੇ ਕਦਮ ਚੁੱਕਣੇ ਨੇ ਹੁਣ ਉਹ ਗ੍ਰਹਿ ਮੰਤਰੀ ਕਹਿ ਲਓ ਜਾਂ ਮੁੱਖ ਮੰਤਰੀ ਕਹਿ ਲਓ, ਕਿਉਂਕਿ ਦੋਨੇ ਮਹਿਕਮੇ ਕੈਪਟਨ ਅਮਰਿੰਦਰ ਸਿੰਘ ਕੋਲੇ ਨੇ ਜਿਹੜੇ ਮੁੱਖ ਮੰਤਰੀ ਨੇ, ਤਾਂ ਉਹਨਾਂ ਵੱਲੋਂ ਚੁੱਕੇ ਜਾਣੇ ਚਾਹੀਦੇ ਨੇ। ਤਾਂ ਹੀ ਜਿਹੜੀ ਇਹ ਕਾਰਵਾਈ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਜਾਂਚ ਕਰਨ ਦੇ ਤੇ ਗ੍ਰਿਫਤਾਰੀ ਦੇ ਆਦੇਸ਼ ਕਰਨ ਦੇ ਅਖਤਿਆਰ ਜਿਹੜੇ ਨੇ ਉਹ ਗ੍ਰਹਿ ਮੰਤਰੀ ਕੋਲੇ ਨੇ। ਤੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਖੁਦ ਹੀ ਗ੍ਰਹਿ ਮੰਤਰੀ ਨੇ ਤਾਂ ਉਹ ਇਸ ਮਾਮਲੇ 'ਚ ਕਦਮ ਚੁੱਕਣ। ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਕੋਈ ਫਾਇਦਾ ਨਹੀਂ ਹੋਊਗਾ। ਨਾਲੋਂ ਨਾਲ ਸਿੱਧੂ ਸਾਹਿਬ ਨੇ ਕਿਹਾ ਕਿ ਉਹ ਨਿਮਾਣੇ ਸਿੱਖ ਵਜੋਂ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾ ਰਹੇ ਆ।
ਜਿੰਨੀ ਤਾਕਤ ਉਹਨਾਂ ਨੂੰ ਲੋਕਾਂ ਨੇ ਦਿੱਤੀ ਹੈ ਉਸ ਤਾਕਤ ਦੇ ਮੁਤਾਬਕ ਉਹ ਪ੍ਰੈਸ ਕਾਨਫਰੰਸਾਂ ਵੀ ਕਰਦੇ ਨੇ, ਆਪਣੀ ਸਰਕਾਰ ਦੇ ਵਿਰੁੱਧ ਆਵਾਜ਼ ਵੀ ਜਿਹੜੀ ਉਹ ਬੁਲੰਦ ਕਰਦੇ ਨੇ ਤੇ ਮੰਗ ਕਰਦੇ ਨੇ ਲਗਾਤਾਰ ਡਰੱਗਸ ਦੇ ਮੁੱਦੇ ਤੇ ਵੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਵੀ ਤੇ ਗੋਲੀकांड ਦੇ ਮਸਲੇ ਤੇ ਵੀ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈ। ਨਾਲੋਂ ਨਾਲ ਸਿੱਧੂ ਸਾਹਿਬ ਨੇ ਭਵਿੱਖੀ ਰਣਨੀਤੀ ਵੀ ਥੋੜੀ ਉਜਾਗਰ ਕੀਤੀ ਹੈ ਕਿ ਜੇ ਭਵਿੱਖ ਦੇ ਵਿੱਚ ਲੋਕਾਂ ਨੇ ਵੱਧ ਤਾਕਤ ਦਿੱਤੀ, ਜੇ ਵੱਧ ਤਾਕਤ ਦਿੱਤੀ ਤਾਂ ਉਹ ਇਸ ਮਾਮਲੇ ਦੇ ਵਿੱਚ ਕਦਮ ਜਿਹੜੇ ਨੇ ਉਹ ਚੁੱਕ ਕੇ ਦਿਖਾਉਣਗੇ ਤੇ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਅਸਤੀਫਾ ਦੇਣ ਦਾ ਕੋਈ ਫਾਇਦਾ ਨਹੀਂ, ਤੁਸੀਂ ਵੀ ਅਸਤੀਫਾ ਦਿੱਤਾ ਕੁਝ ਨਹੀਂ ਹੁੰਦਾ। ਜੇ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਦੇ ਵਿਰੁੱਧ ਆਵਾਜ਼ ਬੁਲੰਦ ਕਰੋਗੇ ਤਾਂ ਉਹਦਾ ਅਸਰ ਜਿਹੜਾ ਹੈ ਲੋਕਾਂ ਦੇ ਵਿੱਚ ਉਹ ਜ਼ਿਆਦਾ ਦਿਖਾਈ ਦਿੰਦਾ। ਤਾਂ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਹੈ ਐਚਐਸ ਫੂਲਕਾ ਸਾਹਿਬ ਦੀ ਚਿੱਠੀ ਦਾ ਜਵਾਬ ਜਿਹੜਾ ਉਹ ਦੇ ਦਿੱਤਾ ਗਿਆ। ਹਾਂ ਬਿਲਕੁਲ ਜੀ, ਕਾਫੀ ਜ਼ਿਆਦਾ ਇਲਜ਼ਾਮ ਲੱਗ ਰਿਹਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਜਿਹੜਾ ਵਧੀਆ ਇਮਾਨਦਾਰ ਅਫੀਸਰ ਸੀਗਾ, ਉਹਦੇ ਕੋਲੋਂ ਇਨਵੈਸਟੀਗੇਸ਼ਨ ਕਰਾ ਲਈ ਹੈ ਜੀ, ਸਾਰਾ ਕੁਝ ਕਰ ਲਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਪ੍ਰਭਾਵ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਬਾਦਲਾਂ ਤੇ ਕਾਰਵਾਈ ਕਰਨੀ ਚਾਹੁੰਦੇ ਆ, ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਜੀ। ਪੰਜਾਬੀ ਦੀ ਕਹਾਵਤ ਆ, ਕਹਿੰਦੇ ਚੋਰ ਤੇ ਕੁੱਤੀ ਰਲੇ ਹੋਏ ਆ। ਆਫ ਦੀ ਈਅਰ ਕੁੰਵਰ ਵਿਜੇ ਪ੍ਰਤਾਪ ਨੇ ਵੀ ਇਹ ਕਿਹਾ ਸੀ ਵੀ ਪੰਜਾਬ ਸਰਕਾਰ ਚਾਹੁੰਦੀ ਨਹੀਂ ਗੀ ਵੀ ਉਹਨਾਂ ਤੇ ਕੋਈ ਕਾਰਵਾਈ ਹੋਵੇ। ਇਹ ਇੱਕ ਦੂਜਿਆਂ ਦੇ ਇਹਨਾਂ ਦੇ ਜਿਹੜੇ ਉਹ ਕਹਿੰਦੇ ਪੋਤੜੇ ਸਾਂਝੇ ਹੁੰਦੇ ਆ ਜੀ, ਉਹੀ ਕੰਮ ਇਹਨਾਂ ਦਾ ਆ ਵੀ ਉਹ ਉਹਨਾਂ ਨੂੰ ਬਚਾਉਣਗੇ ਤਾਂ ਉਹਨਾਂ ਨੂੰ ਬਚਾਉਣਗੇ। ਪਰ ਹੁਣ ਇਸ ਟਾਈਮ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਆ ਜੀ। ਪੰਜਾਬ ਸਰਕਾਰ ਜਿੰਨੇ ਕੁ ਅਕਾਲੀ ਫਸੇ ਆ ਉਦੋਂ ਵੱਧ ਇਹ ਵੀ ਫਸ ਗਈ ਆ, ਕਿਉਂਕਿ ਥੋਕੇ ਚੱਟਣ ਵਾਲਾ ਕੰਮ ਹੋ ਗਿਆ ਜੀ ਹੁਣ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ। ਤੇ ਦੂਸਰੇ ਬੰਨੇ ਕੁੰਵਰ ਵਿਜੇ ਪ੍ਰਤਾਪ ਜਿਹੜਾ ਉਹਨੇ ਕਾਫੀ ਵੱਡੇ ਇਲਜ਼ਾਮ ਲਾਏ ਆ ਜੀ ਇਸ ਟਾਈਮ, ਕਿਹਦੇ ਤੇ ਲਾਏ ਆ ਤੇ ਉਹ ਲਾਣਾ ਵੀ ਬਹੁਤ ਦੁਖੀ ਹੈ ਜੀ ਅੱਗੇ। ਦੇਖੋ ਜੀ, ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਜਦੋਂ ਰੱਦ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਆਇਆ ਤਾਂ ਉਹਦੇ ਬਾਅਦ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਫਸੀ ਹੋਈ ਦਿਖਾਈ ਦੇ ਰਹੀ ਹੈ ਤੇ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਮੰਤਰੀਆਂ ਦੀ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਮੰਤਰੀਆਂ ਨੇ ਦੁੱਖ ਦਰਦ ਜਿਹੜੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸੁਣਾਏ ਅਤੇ ਕਿਹਾ ਕਿ ਇਸ ਮਾਮਲੇ 'ਚ ਕੁਝ ਕਰੋ। ਲੋਕਾਂ 'ਚ ਜਿਹੜਾ ਪ੍ਰਭਾਵ ਜਾ ਰਿਹਾ ਉਹ ਇਹੀ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਜਿਹੜੇ ਉਹ ਮਿਲ ਕੇ ਸਿਆਸਤ ਕਰਦੇ ਨੇ, ਉਹ ਆਪਸ ਦੇ ਵਿੱਚ ਮਿਲੇ ਹੋਏ ਨੇ। ਇਹ ਪ੍ਰਭਾਵ ਜਿਹੜਾ ਲੋਕਾਂ ਦੇ ਵਿੱਚ ਲਗਾਤਾਰ ਜਾ ਰਿਹਾ ਹੈਗਾ ਤੇ ਸੋਸ਼ਲ ਮੀਡੀਆ ਤੇ ਵੀ ਇਹੀ ਕੁਝ ਜਿਹੜਾ ਦਿਖਾਈ ਦੇ ਰਿਹਾ। ਤੇ ਇਹ ਦੁੱਖ ਦਰਦ ਜਿਹੜੇ ਨੇ ਮੰਤਰੀਆਂ ਨੇ ਵੀ ਮੁੱਖ ਮੰਤਰੀ ਕੋਲੇ ਰੋਏ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਕਦਮ ਜਿਹੜਾ ਉਹ ਚੁੱਕਣਾ ਚਾਹੀਦਾ ਹੈਗਾ। ਤਾਂ ਦੂਜੇ ਪਾਸੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਿਹੜੀ ਮੀਡੀਆ ਰਿਪੋਰਟ ਆਈ ਤੇ ਜਿਸ 'ਚ ਖੁਲਾਸੇ ਹੋਏ ਨੇ ਕਿ ਉਹਨਾਂ ਨੇ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਸੀ ਤੇ ਉਹਨਾਂ ਨੇ ਇਸ ਸੰਬੰਧੀ ਜਿਹੜੇ ਸੂਬੇ ਦੇ ਐਡਵੋਕੇਟ ਜਨਰਲ ਦਫ਼ਤਰ ਨੂੰ ਵੀ ਸੂਚਿਤ ਕੀਤਾ ਸੀ, ਪਰ ਕੋਈ ਕਦਮ ਜਿਹੜਾ ਇਸ ਮਾਮਲੇ ਦੇ ਵਿੱਚ ਨਹੀਂ ਚੁੱਕਿਆ ਗਿਆ ਕਿਉਂਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਫਾਰਿਸ਼ ਹੈ ਜਿਹੜੀ ਜਾਂਚ ਦੇ ਵਿੱਚ, ਉਹਦੇ 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਵੀ ਕੀਤੀ ਤੇ ਵੀ ਉਹ ਇਸ਼ਾਰਿਆਂ 'ਚ ਦੱਸ ਰਹੇ ਨੇ ਕਿ ਚਲਾਨ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਸੀ ਆਖਰੀ ਚਲਾਨ ਦੇ ਵਿੱਚ ਸ਼ਾਮਲ ਸੀ। ਤਾਂ ਹੁਣ ਮੀਡੀਆ ਰਿਪੋਰਟਾਂ ਜਿਹੜੀਆਂ ਆਈਆਂ ਨੇ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਧਮਕੀਆਂ ਵਾਲੀ ਗੱਲ ਕੀਤੀ ਹੈ ਤਾਂ ਉਹਦੇ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਜਿਹੜਾ ਹੈ ਮਾਣਹਾਨੀ ਦਾ ਕੇਸ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਜਿਹੜਾ ਹੈ ਦਰਜ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ। ਤਾਂ ਮਾਣਹਾਨੀ ਦਾ ਕੇਸ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਪਹਿਲਾਂ ਵੀ ਦਰਜ ਕਰਾ ਸਕਦੀ ਸੀ ਕਿਉਂਕਿ ਪਹਿਲਾਂ ਵੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਬਿਆਨਬਾਜ਼ੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਕੀਤੀ ਗਈ, ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤਾਂ ਤੱਕ ਕੀਤੀਆਂ ਗਈਆਂ। ਪਰ ਉਸ ਸਮੇਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਉਹ ਖੁੱਲ੍ਹ ਕੇ ਨਹੀਂ ਬੋਲੇ ਕਿਉਂਕਿ ਉਹ ਆਈਪੀਐਸ ਸੀਗੇ, ਵਰਦੀ ਦੀ ਮਰਿਆਦਾ ਦੇ ਵਿੱਚ ਬੱਝੇ ਹੋਏ ਸੀਗੇ ਤਾਂ ਸੰਵਿਧਾਨਕ ਅਹੁਦੇ ਤੇ ਬੈਠ ਕੇ ਟਿੱਪਣੀਆਂ ਨਹੀਂ ਕਰ ਸਕਦੇ ਸੀ। ਪਰ ਹੁਣ ਜਦੋਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਤੇ ਉਹ ਆਈਪੀਐਸ ਨੇ ਇੰਡੀਅਨ ਪੁਲਿਸ ਸਰਵਿਸਿਜ਼ ਦੇ ਵਿੱਚ ਨੇ, ਇਸ ਕਰਕੇ ਉਹਨਾਂ ਦਾ ਅਸਤੀਫਾ ਆਖਰੀ ਤੌਰ ਤੇ ਜਿਹੜਾ ਉਹ ਗ੍ਰਹਿ ਵਿਭਾਗ ਵੱਲੋਂ ਇੰਡੀਆ ਦੇ ਵੱਲੋਂ ਪ੍ਰਵਾਨ ਕੀਤਾ ਜਾਣਾਗਾ। ਇਸ ਕਰਕੇ ਪੰਜਾਬ ਸਰਕਾਰ ਨੇ ਅਸਤੀਫਾ ਪ੍ਰਵਾਨ ਕਰਕੇ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਥੋੜਾ ਬੋਲਣ ਲੱਗੇ ਨੇ ਜਿਹਦੇ 'ਚ ਉਹਨਾਂ ਨੇ ਐਚਐਸ ਫੂਲਕਾ ਦਾ ਨਾਮ ਵੀ ਲਿਆ ਗਾ, ਸੀਨੀਅਰ ਵਕੀਲ ਦਾ, ਤੇ ਉਹਨਾਂ ਨੇ ਐਚਐਸ ਫੂਲਕਾ ਨੂੰ ਵੀ ਆਖਿਆ ਸੀ ਕਿ ਤੁਸੀਂ ਜਿਹੜਾ ਹੈ ਕੇਸ ਲੜੋ ਪੀੜਤਾਂ ਦੇ ਵੱਲੋਂ ਤਾਂ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਇਨਸਾਫ ਮਿਲ ਸਕੇ। ਤਾਂ ਉਹਦੇ 'ਚ ਇਹ ਟਿੱਪਣੀ ਨਿਕਲ ਕੇ ਸਾਹਮਣੇ ਆਈ ਕਿ ਫੂਲਕਾ ਸਾਹਿਬ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਮੇਰੇ ਅਸਤੀਫੇ ਦਾ ਇਹ ਵੀ ਇੱਕ ਕਾਰਨ ਹੈ ਕਿ ਫੂਲਕਾ ਸਾਹਿਬ ਤੋਂ ਉਹਨਾਂ ਨੂੰ ਬਹੁਤ ਉਮੀਦ ਸੀ ਕਿ ਉਹ ਕੇਸ ਲੜਨਗੇ ਪਰ ਉਹਨਾਂ ਨੇ ਕੇਸ ਜਿਹੜਾ ਹੈ ਉਹ ਨਹੀਂ ਲੜਿਆ। ਨਾਲੋਂ ਸਰਕਾਰੀ ਵਕੀਲਾਂ ਲਈ 5 ਸਟਾਰ ਹੋਟਲਾਂ ਦੇ ਵਿੱਚ ਕਮਰਿਆਂ ਦੀ ਗੱਲ ਵੀ ਜਿਹੜੀ ਉਹ ਮੀਡੀਆ ਦੇ ਵਿੱਚ ਘੁੰਮ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿੰਨੇ ਖਰਚੇ ਉਹਨਾਂ ਦੇ ਪਏ ਨੇ ਉਹਨੇ 3 ਸਾਲ ਦੀ ਤਨਖਾਹ ਇੱਕ ਆਈਪੀਐਸ ਆਫੀਸਰ ਦੀ ਜਿਹੜੀ ਉਹ ਹੁੰਦੀ ਹੈ ਜੀ। ਪਰ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਫੂਲਕਾ ਸਾਹਿਬ ਨੂੰ ਵੀ ਸਪਸ਼ਟੀਕਰਨ ਜਿਹੜਾ ਉਹ ਦੇਣਾ ਪੈਣਾ ਸੀ, ਜਿਨ੍ਹਾਂ ਨੇ ਇਹੀ ਕਿਹਾ ਕਿ ਰਾਜਵਿੰਦਰ ਸਿੰਘ ਬੈਂਸ ਜਿਹੜੇ ਕਿ ਜਸਟਿਸ ਅਜੀਤ ਸਿੰਘ ਬੈਂਸ ਦੇ ਪੁੱਤਰ ਨੇ ਤਾਂ ਉਹ ਜਿਹੜੇ ਸੀ ਉਹ ਪੀੜਤਾਂ ਦੇ ਕੇਸ ਲੜ ਰਹੇ ਸੀ ਹਾਈ ਕੋਰਟ ਦੇ ਵਿੱਚ
ਤਾਂ ਜਦੋਂ ਫੂਲਕਾ ਸਾਹਿਬ ਤੱਕ ਅਪਰੋਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਤਾਂ ਫੂਲਕਾ ਸਾਹਿਬ ਦਾ ਇਹ ਦਾਅਵਾ ਕਿ ਉਹਨਾਂ ਨੇ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ, ਉਹਦੇ ਬਾਅਦ ਕੀ ਉਹਨਾਂ ਦੇ ਕੇਸ ਲੜਨ ਜਾਂ ਨਾ ਲੜਨ। ਤਾਂ ਉਹਨਾਂ ਨੇ ਪਰਿਵਾਰਾਂ ਨੇ ਇਹੀ ਕਿਹਾ ਕਿ ਰਾਜਵਿੰਦਰ ਸਿੰਘ ਬੈਂਸ ਜਿਹੜੇ ਸੀਨੀਅਰ ਐਡਵੋਕੇਟ ਨੇ ਉਹਨਾਂ ਦੇ ਕੇਸ ਲੜ ਰਹੇ ਨੇ ਤੇ ਉਹਨਾਂ ਵੱਲੋਂ ਲੜੇ ਜਾ ਰਹੇ ਨੇ ਲਗਾਤਾਰ ਕੇਸ, ਤੇ ਇਸ ਕਰਕੇ ਉਹਨਾਂ ਨੇ ਬਦਲਣ ਦੀ ਮੰਗ ਨਹੀਂ ਕੀਤੀ। ਪਰ ਫੂਲਕਾ ਸਾਹਿਬ ਜਿਹੜੇ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਗੱਲਬਾਤ ਕਰ ਲੈਣ। ਤਾਂ ਫੂਲਕਾ ਸਾਹਿਬ ਨੇ ਕਿਹਾ ਕਿ ਰਾਜਵਿੰਦਰ ਸਿੰਘ ਬੈਂਸ ਦਾ ਚੰਗਾ ਪ੍ਰਭਾਵ ਆ ਹਾਈ ਕੋਰਟ ਦੇ ਜੱਜਾਂ ਦੇ ਵਿੱਚ, ਬੜੇ ਰਿਸਪੈਕਟਡ ਤੇ ਸੀਨੀਅਰ ਵਕੀਲ ਨੇ ਉਹ, ਤੇ ਇਸ ਕਰਕੇ ਉਹਨਾਂ ਨੇ ਕੇਸ ਜਿਹੜਾ ਉਹ ਨਹੀਂ ਲੜਿਆ। ਪਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਪਰੋਚ ਕੀਤੀ ਸੀ ਫੂਲਕਾ ਸਾਹਿਬ ਤੱਕ, ਪਰ ਫੂਲਕਾ ਸਾਹਿਬ ਨੇ ਕੇਸ ਲੜਨ ਤੋਂ ਜਿਹੜਾ ਇਨਕਾਰ ਕਰ ਦਿੱਤਾ। ਤੇ ਇਸ ਕਰਕੇ ਹੁਣ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਬਿਆਨਬਾਜ਼ੀ ਵੀ ਜਿਹੜੀ ਤੇਜ਼ ਹੈ, ਉਹਨਾਂ ਨੇ ਖੁਲਾਸੇ ਵੀ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਤੇ ਜਦੋਂ ਉਹਨਾਂ ਦਾ ਗ੍ਰਹਿ ਵਿਭਾਗ ਤੋਂ ਅਸਤੀਫਾ ਜਿਹੜਾ ਮਨਜ਼ੂਰ ਹੋ ਜਾਏਗਾ, ਉਹਦੇ ਬਾਅਦ ਉਮੀਦ ਹੈ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਉਹ ਵੱਡੇ ਖੁਲਾਸੇ ਉਹਨਾਂ ਵੱਲੋਂ ਕੀਤੇ ਜਾਣਗੇ। ਬਿਲਕੁਲ ਜੀ, ਕਰਨੇ ਬਣਦੇ ਆ ਜੀ। ਤੇ ਆਪਰੇਸ਼ਨ ਕਲੀਨ ਵਿਰੁੱਧ ਆਪਰੇਸ਼ਨ ਸ਼ਕਤੀ ਵਿੱਢਣ ਦਾ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਜੀ। ਦੇਖੋ ਜੀ, ਮੀਡੀਆ ਦੇ ਵਿੱਚ ਖਬਰਾਂ ਜਿਹੜੀਆਂ ਚੱਲੀਆਂ ਸੀ ਆਪਰੇਸ਼ਨ ਕਲੀਨ ਨੂੰ ਲੈ ਕੇ, ਜਿਹਦੇ 'ਚ ਕਿ 3 ਦਿਨ ਕੇਂਦਰ ਸਰਕਾਰ ਚੁੱਪ ਰਹੀ। ਉਸ ਆਪਰੇਸ਼ਨ ਦੇ ਅਧੀਨ ਇਹ ਕਿਹਾ ਗਿਆ ਕਿ ਪਹਿਲਾਂ ਜਿਹੜੇ ਸਿਵਲ ਸਰਵਿਸਿਜ਼ ਦੇ ਅਧਿਕਾਰੀ ਨੇ ਹਰਿਆਣਾ ਦੇ, ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ। ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਜਾਊਗਾ ਕਿ ਕੋਵਿਡ-19 ਦੇ ਚੱਲਦਿਆਂ ਜਿਹੜਾ ਪ੍ਰੋਟੈਸਟ ਹੈ ਉਹ ਖਤਮ ਕਰ ਦਿੱਤਾ ਜਾਵੇ। ਉਹਦੇ ਬਾਅਦ ਸੈਂਟਰ ਗਵਰਨਮੈਂਟ ਦੇ ਅਧਿਕਾਰੀ ਜਿਹੜੇ ਉਹ ਗੱਲਬਾਤ ਕਰਨਗੇ ਤੇ ਇਹਦੇ ਬਾਅਦ ਜਿਹੜੀ ਹੈ ਬਲ ਪ੍ਰਯੋਗ ਕਿਸਾਨਾਂ ਤੇ ਕੀਤਾ ਜਾਊਗਾ। ਤਾਂ ਹਰਿਆਣਾ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਪਰ ਉਹਦੇ ਬਾਅਦ ਜਦੋਂ ਮੀਡੀਆ 'ਚ ਖਬਰਾਂ ਆਈਆਂ ਤਾਂ ਫਿਰ 3 ਦਿਨ ਦੇ ਬਾਅਦ ਕੇਂਦਰ ਸਰਕਾਰ ਵੱਲੋਂ ਆਖਿਆ ਗਿਆ ਕਿ ਐਸੀ ਕੋਈ ਪਲੈਨਿੰਗ ਸਰਕਾਰ ਦੀ ਨਹੀਂ ਹੈ ਕਿ ਕਿਸਾਨਾਂ ਤੇ ਬਲ ਦਾ ਪ੍ਰਯੋਗ ਜਿਹੜਾ ਉਹ ਕੀਤਾ ਜਾਵੇ ਤੇ ਕਿਸਾਨਾਂ ਨੂੰ ਜ਼ੋਰ ਜ਼ਬਰਦਸਤੀ ਦੇ ਨਾਲ ਜਿਹੜਾ ਉਹ ਹਟਾਇਆ ਦਿੱਲੀ ਦੇ ਬਾਰਡਰਾਂ ਤੋਂ। ਸਾਰਾ ਇਹ ਖਬਰ ਜਿਹੜੀ ਮੀਡੀਆ 'ਚ ਆਈ, ਉਹਦੇ ਬਾਅਦ ਕੇਂਦਰ ਸਰਕਾਰ ਦਾ ਸਪਸ਼ਟੀਕਰਨ ਜਿਹੜਾ ਆਇਆਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਦੁਬਾਰਾ ਤੋਂ ਇਹ ਚਰਚਾ ਜਿਹੜੀ ਉਹ ਕਿਸਾਨਾਂ ਦੇ ਵਿੱਚ ਚੱਲ ਰਹੀ ਹੈ ਕਿ ਸ਼ਾਇਦ ਜਦੋਂ ਬੰਗਾਲ ਦੀਆਂ ਇਲੈਕਸ਼ਨਾਂ ਦਾ ਕੰਮ ਜਿਹੜਾ ਉਹ ਖਤਮ ਹੋ ਜਾਏਗਾ ਤਾਂ ਉਹਦੇ ਬਾਅਦ ਸ਼ਾਇਦ ਆਪਰੇਸ਼ਨ ਕਲੀਨ ਸਰਕਾਰ ਵੱਲੋਂ ਚਲਾਇਆ ਜਾ ਸਕਦਾ ਗਾ। ਤਾਂ ਇਹਦੇ ਜਵਾਬ ਦੇ ਵਿੱਚ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਟਰੈਕਟਰ ਟਰਾਲੀਆਂ ਤੇ ਟੈਂਟਾਂ ਦੇ ਵਿੱਚ ਜਿਹੜਾ ਹੈ ਉਹ ਕਰੋਨਾ ਦੇ ਬਚਾਅ ਸੰਬੰਧੀ ਸਾਵਧਾਨੀਆਂ ਤੋਂ ਸੂਚਿਤ ਵੀ ਕੀਤਾ ਜਾਊਗਾ ਕਿਸਾਨਾਂ ਨੂੰ, ਮਾਸਕ ਵੀ ਦਿੱਤੇ ਜਾਣਗੇ ਤੇ ਟੀਕਾਕਰਨ ਵੀ ਸਰਕਾਰ ਜਿਹੜੀ ਉਹ ਪ੍ਰੋਟੈਸਟ ਵਾਲੀ ਜਗ੍ਹਾ ਤੇ ਆ ਕੇ ਲਾਵੇ ਤੇ ਨਾਲੋਂ ਨਾਲ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ। ਤੇ ਫਿਲਹਾਲ ਜਿਹੜਾ ਕੋਵਿਡ-19 ਦੇ ਕੇਸ ਨਹੀਂ ਹੈਗੇ ਮੋਰਚੇ ਦੇ ਵਿੱਚ। ਤੇ ਨਾਲੋਂ ਨਾਲ ਆਖਿਆ ਕਿ ਹੁਣ ਜੇਕਰ ਸਰਕਾਰ ਆਪਰੇਸ਼ਨ ਕਲੀਨ ਚਲਾਉਣ ਜਾ ਰਹੀ ਹੈ ਤਾਂ ਆਪਰੇਸ਼ਨ ਸ਼ਕਤੀ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਚਲਾਇਆ ਜਾਊਗਾ, ਜਿਹਦੇ 'ਚ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਚੱਲੋ ਦਾ ਸੱਦਾ ਜਿਹੜਾ ਉਹ ਦਿੱਤਾ ਜਾਊਗਾ। ਕਿਉਂਕਿ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਵਾਢੀ ਦੇ ਸੀਜ਼ਨ ਦੇ ਚੱਲਦਿਆਂ ਬਹੁਤ ਸਾਰੇ ਕਿਸਾਨ ਜਿਹੜੇ ਉਹ ਵਾਪਸ ਵੀ ਪਰਤੇ ਨੇ ਕਿਉਂਕਿ ਕੰਮਕਾਰ ਦਾ ਸਮਾਂ ਗਾ ਇਹ। ਤੇ ਉਮੀਦ ਹੈ ਕਿ ਵਾਢੀ ਦਾ ਸੀਜ਼ਨ ਖਤਮ ਹੁੰਦੇ ਸਾਰੇ ਕਣਕ ਵਿਕਣ ਸਾਰੇ ਕਿਸਾਨ ਜਿਹੜੇ ਨੇ ਉਹ ਵਾਪਸ ਦਿੱਲੀ ਦੇ ਮੋਰਚਿਆਂ ਤੇ ਪਹੁੰਚਣਗੇ, ਕਿਸਾਨ ਲੀਡਰਾਂ ਦਾ ਕਹਿਣਾ ਹੈਗਾ। ਇਸ ਕਰਕੇ 24 ਅਪ੍ਰੈਲ ਨੂੰ ਜਿਹੜਾ ਹੈ ਆਮ ਲੋਕਾਂ ਨੂੰ ਫਿਰ ਤੋਂ ਦਿੱਲੀ ਚੱਲੋ ਦਾ ਸੱਦਾ ਜਿਹੜਾ ਹੈ ਮੋਰਚਿਆਂ ਵੱਲੋਂ ਦਿੱਤਾ ਜਾਊਗਾ ਕਿ ਦਿੱਲੀ ਦੇ ਬਾਰਡਰਾਂ ਦੇ ਉੱਪਰ ਵੱਡਾ ਇਕੱਠ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾਵੇ, ਜਿਹਨੂੰ ਕਿ ਆਪਰੇਸ਼ਨ ਸ਼ਕਤੀ ਦਾ ਨਾਮ ਜਿਹੜਾ ਕਿਸਾਨਾਂ ਨੇ ਦਿੱਤਾ ਗਿਆ। ਤੇ ਉਹਨਾਂ ਨੇ ਨਾਲੋਂ ਨਾਲ ਕਿਹਾ ਕਿ ਕਰੋਨਾ ਪ੍ਰੋਟੋਕੋਲਾਂ ਦੀ ਵਰਤੋਂ ਅਸੀਂ ਕਰਾਂਗੇ, ਮਾਸਕ ਦੀ ਵਰਤੋਂ ਵੀ ਕਿਸਾਨਾਂ ਵੱਲੋਂ ਕੀਤੀ ਜਾਊਗੀ। ਪਰ ਜੇ ਸਰਕਾਰ ਗੰਭੀਰ ਹੈ ਕਿਸਾਨਾਂ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰੇ। 3 ਖੇਤੀ ਕਾਨੂੰਨ ਰੱਦ ਕਰੇ, MSP ਤੇ ਕਾਨੂੰਨੀ ਗਰੰਟੀ ਦੇਵੇ, ਜਿਹਦੇ ਬਾਅਦ ਕਿਸਾਨ ਜਿਹੜੇ ਨੇ ਖੁਦ ਬ ਖੁਦ ਦਿੱਲੀ ਦੇ ਬਾਰਡਰ ਖਾਲੀ ਕਰਕੇ ਚਲੇ ਜਾਣਗੇ। ਸੂਬਿਆਂ ਦੇ ਵਿੱਚੋਂ ਵੀ ਪ੍ਰੋਟੈਸਟ ਜਿਹੜੇ ਉਹ ਖਤਮ ਹੋ ਜਾਣਗੇ। ਪਰ ਜੇ ਸਰਕਾਰ ਫਿਲਹਾਲ ਗੱਲਬਾਤ ਸੁਣਨ ਦੇ ਮੂਡ ਵਿੱਚ ਨਹੀਂ ਹੈ ਤਾਂ ਸਰਕਾਰ ਜਿਹੜੀ ਟੀਕਾਕਰਨ ਹੈ ਕਿਸਾਨਾਂ ਦਾ ਉਹ ਦਿੱਲੀ ਦੇ ਬਾਰਡਰਾਂ ਤੇ ਆ ਕੇ ਹੀ ਕਰੇ, ਉੱਥੇ ਆ ਕੇ ਜਿਹੜਾ ਹੈ ਟੀਕਾਕਰਨ ਕਰੇ। ਕਿਸਾਨਾਂ ਵੱਲੋਂ ਉਹਨਾਂ ਦਾ ਸਹਿਯੋਗ ਜਿਹੜਾ ਉਹ ਦਿੱਤਾ ਜਾਊਗਾ। ਇਸ ਕਰਕੇ ਹੁਣ ਫਿਰ ਤੋਂ ਦਿੱਲੀ ਚਲੋ ਦੀ ਕਾਲ ਜਿਹੜੀ ਹੈ 24 ਅਪ੍ਰੈਲ ਨੂੰ ਜਾਂ 23 ਅਪ੍ਰੈਲ ਨੂੰ ਕਿਸਾਨਾਂ ਨੂੰ ਦਿੱਤੀ ਜਾਊਗੀ, ਜਿਹਦੇ 'ਚ ਕਿ ਆਪਰੇਸ਼ਨ ਸ਼ਕਤੀ ਦਾ ਨਾਮ ਜਿਹੜਾ ਕਿਸਾਨਾਂ ਵੱਲੋਂ ਇਹਨੂੰ ਦਿੱਤਾ ਗਿਆ। ਬਿਲਕੁਲ ਜੀ, ਇਲੈਕਸ਼ਨ ਹੋ ਰਹੇ ਆ ਤੇ ਅੱਡ ਸਟੇਟਾਂ ਦੇ ਵਿੱਚ ਜਿਹੜਾ ਪੱਛਮੀ ਬੰਗਾਲ ਆ ਉੱਥੇ ਵੀ ਹੋ ਰਿਹਾ ਤੇ ਮਮਤਾ ਬੈਨਰਜੀ ਨੇ ਫਿਰ ਇੱਕ ਵਾਰੀ ਕਿਹਾ ਜੀ ਜਿਹੜੀਆਂ ਚੋਣਾਂ ਆ ਉਹ ਇੱਕ ਗੇੜ ਦੇ ਵਿੱਚ ਕਰਾਈਆਂ ਜਾਣ, ਕਿਉਂਕਿ ਚੋਣ ਕਮਿਸ਼ਨਰ ਜਿਹੜਾ ਆ ਉਹ ਵੀ ਵਿਕਿਆ ਹੋਇਆ ਭਾਰਤ ਸਰਕਾਰ ਦੇ ਅੰਡਰ ਆ। ਤੇ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਇਸ ਤਰ੍ਹਾਂ ਲੱਗਦਾ ਜੀ ਜਿੱਦਾਂ ਮਿਊਨਿਸਪਲ ਕਮੇਟੀ ਦਾ ਕੋਈ ਮੈਂਬਰ ਹੋਵੇ, ਉਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਸਮਝਦਾ, ਸਿਰਫ ਇੱਕੋ ਪਾਰਟੀ ਦੇ ਵਾਸਤੇ ਉਹ ਇੰਨੀਆਂ ਰੈਲੀਆਂ ਕਰ ਰਿਹਾ। ਉਹ ਵੇਖ ਹੀ ਨਹੀਂ ਰਿਹਾ ਵੀ ਕਿੰਨਾ ਕਰੋਨਾ ਫੈਲ ਰਿਹਾ, ਕਿੰਨਾ ਪ੍ਰਕੋਪ ਆ ਭਾਰਤ ਦੇ ਵਿੱਚ। ਐਡੀਆਂ ਵੱਡੀਆਂ ਰੈਲੀਆਂ ਕਰਦੀਆਂ ਤਾਂ ਉੱਦਾਂ ਦਾ ਮੀਡੀਆ ਸਿਰਫ ਉਹਨੂੰ ਹੀ ਦਿਖਾ ਰਿਹਾ, ਭਾਵੇਂ ਘੰਟਾ ਬੋਲੇ 2 ਘੰਟਾ ਬੋਲੇ। ਉਹ ਲੱਗਦਾ ਹੀ ਨਹੀਂਗਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸ਼ਾਇਦ ਇੱਕ ਪਾਰਟੀ ਦਾ ਵਰਕਰ ਹੀ ਲੱਗਦਾ ਜੀ। ਸ਼ਾਇਦ ਕੋਈ ਸ਼ਬਦ ਵੀ ਹੁਣ ਕਹਿਣ ਨੂੰ ਸ਼ਰਮ ਆਉਂਦੀ ਆ ਵੀ ਇਹਦੇ ਲਈ ਕੀ ਕਿਹਾ ਜਾਣ ਜੀ।
ਦੇਖੋ ਜੀ, ਜਿਹੜੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਉਹਦੇ ਇੰਨੇ ਗੇੜ ਜਿਹੜੇ ਉਹ ਰੱਖੇ ਗਏ, ਉਹਦੀ ਆਲੋਚਨਾ ਪਹਿਲੇ ਦਿਨ ਤੋਂ ਹੋ ਰਹੀ ਹੈ ਕਿ ਜਦੋਂ ਕੋਵਿਡ ਮਹਾਮਾਰੀ ਹੈ ਤਾਂ 2 ਜਾਂ 3 ਗੇੜ ਦੇ ਵਿੱਚ ਸਰਕਾਰ ਨੂੰ ਜਿਹੜੀਆਂ ਚੋਣਾਂ ਸੀ ਉਹ ਮੁਕੰਮਲ ਕਰ ਲੈਣੀਆਂ ਚਾਹੀਦੀਆਂ ਸੀ, ਕਿਉਂਕਿ ਕੋਵਿਡ-19 ਦਾ ਪ੍ਰਭਾਵ ਸਭ ਤੋਂ ਜ਼ਿਆਦਾ ਇਸ ਸਮੇਂ ਇੰਡੀਆ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ। ਸ਼ਮਸ਼ਾਨ ਘਾਟਾਂ ਦੇ ਬਾਹਰ ਐਂਬੂਲੈਂਸਾਂ ਤੇ ਲਾਸ਼ਾਂ ਦੀਆਂ ਵੱਡੀਆਂ ਲਾਈਨਾਂ ਤੇ ਵੇਟਿੰਗ ਲਿਸਟ ਜਿਹੜੀ ਉਹ ਚੱਲ ਰਹੀ ਹੈ ਕੁਝ ਸੂਬਿਆਂ ਦੇ ਵਿੱਚ। ਜੀ ਨਾਲੋਂ ਨਾਲ ਇਹ ਵੀ ਇੱਕ ਚਰਚਾ ਸਾਹਮਣੇ ਆਈ ਕਿ ਜਦੋਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੇ ਲਈ ਫੋਨ ਕੀਤਾ ਗਿਆ ਤਾਂ ਇਹ ਪ੍ਰਧਾਨ ਮੰਤਰੀ ਆਫਿਸ ਤੋਂ ਜਵਾਬ ਆਇਆ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਤਾਂ ਪੱਛਮੀ ਬੰਗਾਲ ਦੇ ਦੌਰੇ ਦੇ ਉੱਪਰ ਨੇ। ਯਾਨੀ ਕਿ ਇਹਨਾਂ ਹਾਲਾਤਾਂ ਦੇ ਵਿੱਚ ਕਈ ਕਿਸਮ ਦੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਸੀ, ਕਿਉਂਕਿ ਕੋਵਿਡ-19 ਮਹਾਮਾਰੀ ਦੇ ਨਾਲ ਖਾਸ ਕਰ ਚੋਣ ਰੈਲੀਆਂ ਦੇ ਨਾਲ ਜਿਹੜੀਆਂ ਨੇ ਉਹ ਕੇਸ ਲਗਾਤਾਰ ਵਧਣ ਲੱਗੇ ਨੇ। ਤਾਂ ਇਸ ਕਰਕੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ 3 ਗੇੜ ਰਹਿ ਗਏ ਨੇ ਪੱਛਮੀ ਬੰਗਾਲ ਦੇ, ਉਹਨਾਂ ਦੀਆਂ ਚੋਣਾਂ ਇੱਕੋ ਵਾਰ 'ਚ ਜਿਹੜੀਆਂ ਕਰਵਾਈਆਂ ਜਾਣ, ਜਿਹਦੇ ਬਾਅਦ ਮਮਤਾ ਬੈਨਰਜੀ ਵੱਲੋਂ ਵੀ ਆਪਣੀਆਂ ਕੋਲਕਾਤੇ ਦੀਆਂ ਸਾਰੀਆਂ ਵੱਡੀਆਂ ਰੈਲੀਆਂ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ। ਕਾਂਗਰਸ ਪਾਰਟੀ ਵੱਲੋਂ ਵੀ ਆਪਣੀਆਂ ਰੈਲੀਆਂ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਤੇ ਭਾਜਪਾ ਦੀ ਵੀ ਆਲੋਚਨਾ ਜਿਹੜੀ ਉਹ ਲਗਾਤਾਰ ਹੋ ਰਹੀ ਸੀ, ਕਿਉਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਜਿਹੜੀ ਹੈ ਲੋਕਾਂ ਨੂੰ ਇਹ ਸੂਚਿਤ ਕੀਤਾ ਜਾਣਾ ਹੁੰਦਾ ਹੈ ਕਿ ਕਰੋਨਾ ਤੋਂ ਬਚੋ, ਭੀੜ ਨਾ ਕਰੋ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ। ਪਰ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਹੀ ਜਦੋਂ ਵੱਡੀ ਭੀੜ ਜਿਹੜੀ ਉਹ ਨਜ਼ਰ ਆਉਂਦੀ ਹੈ ਬਿਨਾਂ ਮਾਸਕ ਤੋਂ, ਬੇਸ਼ੱਕ ਵਿਰੋਧੀ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਕਿ ਪਰ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਮੰਗ ਕਰ ਰਹੀਆਂ ਨੇ। ਮਮਤਾ ਬੈਨਰਜੀ ਉੱਥੇ ਪ੍ਰਮੁੱਖ ਸੱਤਾ ਦੇ ਵਿੱਚ ਮੌਜੂਦ ਵੀ ਹੈ ਤੇ ਭਾਜਪਾ ਨੂੰ ਟੱਕਰ ਦੇਣ ਵਾਲੀ ਪ੍ਰਮੁੱਖ ਪਾਰਟੀ ਦੀ ਲੀਡਰ ਵੀ ਹੈ। ਜਦੋਂ ਉਹ ਕਹਿ ਰਹੀ ਹੈ ਕਿ 3 ਗੇੜਾਂ ਦੀਆਂ ਚੋਣਾਂ ਤੁਸੀਂ 1 ਗੇੜ ਦੇ ਵਿੱਚ ਕਰਵਾ ਲਓ, ਕਿਉਂਕਿ ਕੋਵਿਡ ਫੈਲ ਰਿਹਾ ਹੈ, ਇਸ ਕਰਕੇ ਨਾਲ ਲਮਕਾਈਆਂ ਜਾਣ ਚੋਣਾਂ, ਕਿਉਂਕਿ ਜਿੰਨੀਆਂ ਰੈਲੀਆਂ ਹੋਣਗੀਆਂ ਕੋਵਿਡ ਉਹਨਾਂ ਸਪਰੈਡ ਕਰੇਗਾ ਤੇ ਲੋਕ ਜਿਹੜੇ ਉਹ ਬਿਮਾਰ ਹੋਣਗੇ। ਤਾਂ ਇਹਨਾਂ ਹਾਲਾਤਾਂ 'ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਫਰਜ਼ ਬਣਦਾ ਸੀ ਕਿ ਉਹ ਜਿਹੜੇ ਵੱਡੀਆਂ ਰੈਲੀਆਂ ਨੂੰ ਸੰਬੋਧਨ ਨਾ ਕਰਦੇ, ਪਰ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਬਿਨਾਂ ਮਾਸਕ ਤੋਂ ਜ਼ਿਆਦਾਤਰ ਲੋਕ ਨਜ਼ਰ ਆਏ। ਗ੍ਰਹਿ ਮੰਤਰੀ ਤਾਂ ਖੁਦ ਰੋਡ ਸ਼ੋਅ ਦੇ ਵਿੱਚ ਬਿਨਾਂ ਮਾਸਕ ਤੋਂ ਨਜ਼ਰ ਆਏ, ਜਦਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਵੀ ਗਾਈਡਲਾਈਨਸ ਨੇ ਕਿ ਤੁਸੀਂ ਰੋਡ ਸ਼ੋਅ ਜਦੋਂ ਕਰਨਾ ਉਸ ਸਮੇਂ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੈਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਵੱਲੋਂ ਲਗਾਤਾਰ ਜਿਹੜੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਕੀਤੀਆਂ ਜਾ ਰਹੀਆਂ ਸੀ ਕਿ ਆਮ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ, ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ। ਕੁੱਟਮਾਰ ਦੀਆਂ ਖਬਰਾਂ ਵੀ ਕਈ ਜਗ੍ਹਾ ਤੋਂ ਪੁਲਿਸ ਵੱਲੋਂ ਸਾਹਮਣੇ ਆਈਆਂ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ। ਪਰ ਲੀਡਰ ਜਵਾਬ ਦੇਣ ਕਿ ਉਹ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਸਿਆਸਤ ਨੂੰ ਤਰਜੀਹ ਕਿਉਂ ਦੇ ਰਹੇ ਨੇ, ਵੱਡੀਆਂ ਰੈਲੀਆਂ ਕਿਉਂ ਕਰ ਰਹੇ ਨੇ, ਖਾਸ ਕਰਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਡੀਆਂ ਰੈਲੀਆਂ ਦਾ ਹਿੱਸਾ ਜਿਹੜਾ ਉਹ ਕਿਉਂ ਬਣ ਰਹੇ ਨੇ। ਬੇਸ਼ੱਕ ਮਮਤਾ ਬੈਨਰਜੀ ਵੱਲੋਂ ਤੇ ਦੂਜੀਆਂ ਪਾਰਟੀਆਂ ਵੱਲੋਂ ਹੁਣ ਕਿਨਾਰਾ ਹੌਲੀ-ਹੌਲੀ ਕਰਨਾ ਸ਼ੁਰੂ ਕੀਤਾ ਗਿਆ ਰੈਲੀਆਂ ਤੋਂ, ਪਰ ਲੱਗਦਾ ਨਹੀਂ ਕਿ 3 ਗੇੜ ਦੀਆਂ ਚੋਣਾਂ ਜਿਹੜੀਆਂ 1 ਗੇੜ ਦੇ ਵਿੱਚ ਕਰਵਾਈਆਂ ਜਾਣਗੀਆਂ, ਕਿਉਂਕਿ ਉਹਦੇ ਨਾਲ ਬੈਨੀਫਿਟ ਸਿੱਧੇ ਤੌਰ ਤੇ ਮਮਤਾ ਬੈਨਰਜੀ ਨੂੰ ਹੋ ਸਕਦਾ ਹੈਗਾ। ਤੇ ਇਸ ਕਰਕੇ ਲੱਗਦਾ ਹੈ ਕਿ ਸਿਆਸਤ ਨੂੰ ਮੁੜ ਤੋਂ ਤਰਜੀਹ ਦਿੱਤੀ ਜਾਊਗੀ ਤੇ ਚੋਣਾਂ ਦਾ ਕੰਮ ਜਿਹੜਾ ਉਹ ਲਮਕਾ ਕੇ ਰੱਖਿਆ ਜਾਊਗਾ। ਪਰ ਕੋਰੋਨਾ ਦੇ ਚੱਲਦਿਆਂ ਜ਼ਰੂਰੀ ਸੀ ਕਿ 2 ਗੇੜ ਦੇ ਵਿੱਚ ਪੱਛਮੀ ਬੰਗਾਲ ਦੀਆਂ ਪੂਰਨ ਇਲੈਕਸ਼ਨ ਜਿਹੜੀਆਂ ਉਹ ਨਿਬੇੜ ਲਈਆਂ ਜਾਂਦੀਆਂ, ਵੱਧ ਤੋਂ ਵੱਧ 3 ਗੇੜ 'ਚ। ਪਰ ਉਹਨਾਂ ਜਿਸ ਹਿਸਾਬ ਦੇ ਨਾਲ ਲਮਕਾਇਆ ਗਿਆ, ਵੱਧ ਤੋਂ ਵੱਧ ਧੜਾ-ਧੜ ਰੈਲੀਆਂ ਜਿਹੜੀਆਂ ਉਹ ਸਾਰੇ ਲੀਡਰਾਂ ਵੱਲੋਂ ਕੀਤੀਆਂ ਗਈਆਂ, ਉਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜੀ ਸੀਗਾ ਤੇ ਜਿਹੜੀਆਂ ਗਾਈਡਲਾਈਨਸ ਲੋਕਾਂ ਨੂੰ ਦੇਣੀਆਂ ਸੀ ਉਹਦਾ ਨੈਗੇਟਿਵ ਪ੍ਰਭਾਵ ਲੋਕਾਂ ਦੇ ਵਿੱਚ ਸੀ ਕਿ ਤੁਸੀਂ ਖੁਦ ਤਾਂ ਹਜ਼ਾਰਾਂ ਦੇ ਇਕੱਠ ਕਰ ਰਹੇ ਹੋ, ਬਿਨਾਂ ਮਾਸਕਾਂ ਦੀ ਭੀੜ ਨੂੰ ਹੱਲਾਸ਼ੇਰੀ ਦੇ ਰਹੇ ਹੋ, ਉਹਨਾਂ ਨੂੰ ਸੰਬੋਧਨ ਕਰ ਰਹੇ ਹੋ, ਤਾਂ ਆਮ ਲੋਕ ਜਿਹੜੇ ਆ ਪ੍ਰੋਟੋਕੋਲ ਕਿਉਂ ਮੰਨਣ। ਤਾਂ ਇਸ ਕਰਕੇ ਇਹਦਾ ਵਿਰੋਧ ਤੋਂ ਬਾਅਦ ਹੁਣ ਪਿੱਛੇ ਹਟਣ ਲੱਗਦੇ ਹਾਂ ਤੇ ਦੇਖਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਇਸ ਮਾਮਲੇ 'ਚ ਕੀ ਫੈਸਲਾ ਲੈਂਦਾ ਜੀ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਪਹਿਲੀ ਕਾਲ ਤੇ। ਹਾਂਜੀ 1816 ਸਵਾਗਤ ਹੈ ਜੀ। ਹਾਂਜੀ ਜਦੀ ਵੀ ਸਤਿ ਸ਼੍ਰੀ ਅਕਾਲ ਜੀ, ਅਰਸ਼ਵੀਰ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਗਨਦੀਪ, ਅੱਜ ਤੁਹਾਡਾ ਨੰਬਰ ਬਦਲਿਆ ਹੋਇਆ। ਸਤਿ ਸ਼੍ਰੀ ਅਕਾਲ ਜੀ। ਇਹ ਅਮਰੀਕਾ ਵਾਲਾ ਜੀ। ਅੱਛਾ ਅੱਛਾ ਜੀ। ਹਾਂਜੀ ਤੇ ਗੱਲ ਵੇਖੋ ਜਦੀਵੀਰ, ਜਿੱਦਾਂ ਨਾ ਜਿਹੜੀਆਂ ਚਲੋ ਅਰਸ਼ਵੀਰ ਨੇ ਜਿਹੜੇ ਹਿਸਾਬ ਨਾਲ ਜਿੰਨਾ ਵਿਸਥਾਰ ਤੇ ਗੱਲਾਂ ਦੱਸ ਦਿੱਤੀਆਂ, ਉੱਥੇ ਕਈ ਵਾਰੀ ਕੋਈ ਸਵਾਲ ਤੇ ਰਹਿ ਨਹੀਂ ਜਾਂਦਾ ਪਰ ਡਿਸਕਸ਼ਨ ਰਹਿ ਜਾਂਦੀ ਆ ਕਿਤੇ ਨਾ ਕਿਤੇ। ਜੇ ਆਪਾਂ ਗੱਲ ਕਰੀਏ, ਜੇ ਆਪਾਂ ਚਲੋ ਮੈਂ ਮੋਸਟਲੀ ਲੋਕਲ ਮੁੱਦੇ ਤੇ ਗੱਲ ਕਰਦਾ ਹੁੰਦਾ, ਪਰ ਚਲੋ ਜੇ ਪੰਜਾਬ ਦੀ ਇੱਕ ਗੱਲ ਚੱਲ ਰਹੀ ਆ ਤੇ ਵੇਖੋ ਉਹਦੇ ਵਿੱਚ ਜਿੱਦਾਂ ਆਪਾਂ ਹਰ ਪਾਰਟੀ ਨੂੰ ਅੱਜ ਦੀ ਡੇਟ ਦੇ ਉੱਤੇ ਬੀਜੇਪੀ, ਕਾਂਗਰਸ, ਅਕਾਲੀ, ਈਵਨ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਆਪਾਂ ਨਕਾਰ ਰਹੇ ਹਾਂ ਹਨਾ। ਜੇ ਆਪਾਂ ਕਹੀਏ ਵੀ ਜੇ ਵੋਟਿੰਗ ਵੰਡ ਕੇ ਆ ਤੇ ਉਹ ਉਹਦੇ ਹਿਸਾਬ ਨਾਲ ਨਕਾਰਤਾ ਵੀ ਜਿਹੜੀ ਆ ਉਹਨੂੰ ਐਨਾਲਿਸਿਸ ਵੀ ਜਿਹੜਾ ਉਹ ਵੰਡ ਕੇ ਹੋ ਰਿਹਾ ਹੈ। ਕੋਈ 25% ਜੇ ਇੱਕ ਪਾਰਟੀ ਦੀ ਆਪਾਂ ਗੱਲ ਕਰੀਏ ਤੇ 100 ਬੰਦੇ ਮਗਰ 25% ਸਾਰਿਆਂ ਨੂੰ ਹੁੰਦਾ। ਸੋ ਉਹਦੇ ਵਿੱਚ ਅਜੇ ਛੋਟੀਆਂ ਪਾਰਟੀਆਂ ਵੀ ਬਹੁਤ ਆ ਜਾਂਦੀਆਂ, ਉਦੋਂ ਬਾਅਦ ਆਜ਼ਾਦ ਉਮੀਦਵਾਰ ਵੀ ਬਹੁਤ ਆ ਜਾਂਦੇ ਆ। ਸੋ ਜੇ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ, ਜਿੱਦਾਂ ਕੁਝ ਵੀਰਾਂ ਦੀਆਂ ਵੀਡੀਓਜ਼ ਆਪਾਂ ਸਾਹਮਣੇ ਆਉਂਦੀਆਂ ਆ ਜਾਂ ਕੁਝ ਵਧੀਆ ਬੁਲਾਰੇ ਜਿਹੜੇ ਆਪਣੇ ਇੱਥੇ ਲੋਕਲ ਮੁੱਦਿਆਂ ਤੇ ਵੀ ਬੋਲਦੇ ਆ, ਉਹ ਕਹਿੰਦੇ ਆ ਬਈ ਪੰਜਾਬ ਦਾ ਬੇੜਾ ਗਰਕ ਹੋ ਜਾਣਾ ਹੈ। ਮਤਲਬ
ਮੈਨੂੰ ਲੱਗਦਾ ਨਹੀਂ ਆ ਵੀ ਕੋਈ ਕਮੀ ਰਹਿ ਗਈ ਆ ਜਿਹੜੀ ਗਾਂ ਬੇੜਾ ਗਰਕ ਹੋ ਜਾਣਾ ਆ। ਇੱਕ ਹੁੰਦਾ ਵੀ ਫਸਟ ਸਟੇਜ ਦੇ ਉੱਤੇ ਕਿਸੇ ਬਿਮਾਰੀ ਨੂੰ ਫੜ ਲੈਣਾ ਤੇ ਉਹਦੀ ਤਹਿ ਤੱਕ ਜਾ ਸਕਦੇ ਆ, ਫਿਰ ਵੀ ਬੰਦਾ ਬਹੁਤ ਘੱਟ ਚਾਂਸ ਹੁੰਦੇ ਆ ਵੀ ਜੇ ਪਰਮਾਤਮਾ ਹੀ ਰੱਖ ਜਾਵੇ ਤੇ। ਤੋ ਇਹ ਜਿਹੜੀ ਚੀਜ਼ ਆ ਜਿਸ ਦੌਰ ਦੇ ਵਿੱਚ ਆਪਾਂ ਨਿਕਲ ਰਹੇ ਆ ਜਾਂ ਜਿਸ ਸਿਚੁਏਸ਼ਨ 'ਚ ਆਪਾਂ ਪਹੁੰਚ ਗਏ ਆ ਉਹਦੇ 'ਚੋਂ ਨਿਕਲਣਾ ਮਤਲਬ ਬਹੁਤ ਔਖਾ ਆ। ਬਸ ਇਹਦੇ ਵਿੱਚ ਸਾਨੂੰ ਇਹ ਚੀਜ਼ ਦੀ ਜ਼ਰੂਰ ਸੋਚ ਰੱਖਣੀ ਚਾਹੀਦੀ ਆ ਕਿ ਜਿੱਦਾਂ ਆਪਾਂ ਇੱਥੇ ਬੈਠਿਆਂ ਨੇ ਭਗਵੰਤ ਮਾਨ ਨੂੰ MP ਤੱਕ ਬਣਾ ਦਿੱਤਾ ਜਾਂ ਬੈਠਿਆਂ ਨੇ ਸਰਕਾਰਾਂ ਜਿਹੜੀ ਜੋ ਚਾਹਿਆ ਇੱਥੋਂ ਬਹਿ ਕੇ ਫੰਡਿੰਗ ਕੀਤੀ, ਬੜਾ ਕੁਝ ਕੀਤਾ, ਹਰ ਇੱਕ ਕੰਮ। ਮੈਂ ਨਹੀਂ ਕਹਿੰਦਾ ਇਕੱਲੇ ਕੈਨੇਡਾ ਨੇ, ਜਿੱਥੇ ਵੀ ਆਪਣੇ ਅੰਦਰ ਹੀ ਭਰਾ ਬੈਠੇ ਆ। ਸੋ ਬੇਨਤੀਆਂ ਇੰਨੀਆਂ ਹੀ ਨੇ ਵੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਖੁੱਡੇ ਲਾਈਨ ਲਾਉਣਾ ਸਾਡਾ ਫਰਜ਼ ਆ। ਤਾਂ ਅਸੀਂ ਇਹ ਕਹਿ ਸਕਦੇ ਆ ਵੀ ਇੱਕ ਵਾਰੀ ਤੇ ਇਹਨਾਂ ਨੂੰ ਖੁੱਡੇ ਲਾਈਨ ਲਾਓ ਯਾਰ, ਕਿੰਨੀ ਕੁ ਗੱਲ ਆ। ਤੁਸੀਂ ਜ਼ਰੂਰੀ ਥੋੜੀ ਆ ਵੀ ਇਹ ਸੋਚ ਕੇ ਚੱਲਣਾ ਇਹ ਓਕੇ। ਜੇ ਜਿਹੜੇ ਪਾਸੇ ਦੂਜੇ ਬੰਨੇ ਇਹ ਕਹਿੰਦੇ ਆ ਵੀ ਕੇਜਰੀਵਾਲ ਵੀ ਕੁਝ ਬਹੁਤਾ ਸਾਫ਼ ਬੰਦਾ ਨਹੀਂ ਹੈਗਾ। ਤੁਸੀਂ ਤੁਹਾਡੇ ਕੋਲ ਇੰਨਾ ਕੁ ਅਧਿਕਾਰ ਤੇ ਹੈਗਾ ਨਾ ਵੀ ਜਿਹੜੀ ਤੁਹਾਡੀ ਵੋਟ ਆ, ਜੇ ਤੁਸੀਂ ਉਹਦਾ ਜੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਸਹੀ ਇਸਤੇਮਾਲ ਕਰ ਰਿਹਾ ਜਾਂ ਨਹੀਂ, ਉਹਦੇ ਨਾਲੋਂ ਬੈਟਰ ਤੁਸੀਂ ਨਾ ਕਰੋ। ਘੱਟੋ ਘੱਟ ਇਹਨਾਂ ਨੂੰ ਇਹ ਤੇ ਪਤਾ ਲੱਗੇ ਵੀ ਸਾਡੇ ਘੜੇ ਖਾਲੀ ਨਿਕਲੇ ਆ, ਐਟਲੀਸਟ ਇਹਨਾਂ ਦੇ ਪਤਾ ਲੱਗੂਗਾ ਨਾ। ਜੇ ਹੁਣ ਇੱਕ ਪਿੰਡ ਦੀ 500 ਵੋਟ ਆ, ਜੇ ਉਹਦੇ ਚੋਂ ਚਲੋ 30 40 50 ਬੰਦੇ ਤਾਂ ਇਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਨੇ ਝੋਲੀ ਚੁੱਕਦੇ ਹੁੰਦੇ ਆ, ਜਿਹੜੇ ਇੱਕ ਮਤਲਬ ਕਿ ਉਹਨਾਂ ਨੂੰ ਮੈਂ ਝੋਲੀ ਚੁੱਕ ਕੇ ਸੌਰੀ ਤੁਸੀਂ ਆ, ਉਹ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਸਾਡੇ ਤਰੱਕੀ ਹੋ ਰਹੀ ਆ ਜਾਂ ਨਹੀਂ ਹੋ ਰਹੀ ਜਾਂ ਕੀ ਜਾਂ ਕਿੱਦਾਂ ਨਹੀਂ। ਉਹਨਾਂ ਨੇ ਉਹ ਚੀਜ਼ ਨੂੰ ਕਨਵਰਟ ਕਰਨਾ ਹੀ ਕਰਨਾ ਹੁੰਦਾ ਆ। ਸੋ ਉਹਨਾਂ ਵਰਗੇ ਬੰਦੇ ਨਾ ਬਣੋ, ਆਪਣੇ ਆਪ ਨੂੰ ਬਦਲੋ, ਆਪਣੇ ਆਪ ਨੂੰ ਬਦਲੋ ਜੇ ਆਪਣਾ ਪੰਜਾਬ ਬਦਲਣਾ। ਕਿਉਂਕਿ ਆਪਾਂ ਇੱਥੇ ਬੈਠੇ ਚਿੰਤਕ ਆ। ਮੈਂ ਬਹੁਤੀ ਲੰਬੀ ਚੌੜੀ ਗੱਲ ਪੰਜਾਬ ਤੇ ਜਾਂ ਇੰਡੀਆ ਦੇ ਬਾਰੇ ਮੈਂ ਨਹੀਂ ਕਰਦਾ ਹੁੰਦਾ, ਕਿਉਂਕਿ ਮੈਂ ਕੋਸ਼ਿਸ਼ ਕਰਦਾ ਆ ਜਾਂ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਆ ਵੀ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਉਹਦੇ 'ਚ ਵੀ ਬੜੇ ਸੁਧਾਰ ਕਰਨ ਵਾਲੇ, ਕਿਉਂ ਨਾ ਆਪਾਂ ਉਹਦੇ ਉੱਤੇ ਗੱਲਾਂ ਬਾਤਾਂ ਕਰੀਏ। ਸੋ ਖੈਰ ਤੁਸੀਂ ਮੌਕਾ ਦਿੱਤਾ ਗੱਲ ਕਰਨ ਤੇ ਬੜੀ ਵਧੀਆ ਗੱਲ ਆ ਜਿਹੜੀ ਤੁਸੀਂ ਗੱਲ ਉਹਦੇ ਤੇ ਕਰ ਰਹੇ। ਤੇ ਮੈਂ ਅਰਸ਼ਵੀਰ ਹੋਣਾ ਨੂੰ ਪੁੱਛਣਾ ਚਾਹਾਂਗਾ ਕਿ ਅਰਸ਼ਵੀਰ ਜਿੱਦਾਂ ਆਪਾਂ 2022 ਦੀ ਗਾਂ ਇਲੈਕਸ਼ਨ ਦਾ ਜੋ ਚਲੋ ਉਹ ਤੇ ਸਾਰੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਆ, ਉਹਦੇ ਕੈਪਟਨ ਸਾਹਿਬ ਨੇ ਵੀ ਕਹਿਤਾ ਆ ਵੀ ਆਪਾਂ ਫੇਰ ਗਾਂ ਦਾਅਵੇਦਾਰ ਆ, ਇਹ ਚੰਗਾ ਹੋਇਆ ਅਸੀਂ ਆ ਗਏ ਆ, ਨਹੀਂ ਤੇ ਇਹਨਾਂ ਨੇ 10 ਸਾਲਾਂ ਤੋਂ ਬੇੜਾ ਗਰਕ ਕਰ ਦਿੱਤਾ ਸੀ। ਕੀ ਤੁਹਾਨੂੰ ਲੱਗਦਾ ਹੈ ਵੀ ਕੈਪਟਨ ਸਾਹਿਬ ਨੇ ਕੋਈ ਬੇੜਾ ਜਿਹੜਾ ਆ ਪਾ ਰਿਹਾ ਵੀ ਹੈਗਾ ਆ, ਜਿਹੜਾ ਅਕਾਲੀਆਂ ਨੇ ਗਰਕ ਕਰ ਦਿੱਤਾ ਇਹ ਪਿਛਲੇ 10 ਸਾਲਾਂ ਦੇ ਵਿੱਚ, ਕੀ ਇਹਨਾਂ ਨੇ 5 ਸਾਲਾਂ ਦੇ ਵਿੱਚ ਕੋਈ ਬੇੜਾ ਤਾਰਿਆ ਪੰਜਾਬ ਦਾ? ਤੇ ਇਹਦੇ ਉੱਤੇ ਬਿਲਕੁਲ ਮਾੜੀ ਜੀ ਟਿੱਪਣੀ ਜ਼ਰੂਰ ਕਰਿਓ ਅਰਸ਼ਵੀਰ ਕਿ ਹਾਂ ਨਸ਼ਿਆਂ ਤੇ ਠੱਲ ਪੈ ਗਈ ਆ, ਕਿ ਲੋਕਾਂ ਨੂੰ ਘਰ ਨੌਕਰੀਆਂ ਮਿਲ ਗਈਆਂ। ਚਲੋ ਮੋਬਾਈਲਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ। ਸੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀ ਇਹਨਾਂ ਨੇ ਮਜੀਠੀਏ ਨੂੰ ਚੁੱਕ ਕੇ ਅੰਦਰ ਦੇ ਦਿੱਤਾ ਨਸ਼ਾ ਵੇਚਣ ਵਾਲੇ ਤਸਕਰ, ਜਿਨ੍ਹਾਂ ਨੂੰ ਇਹ ਆਪ ਆਪਣੇ ਮੂੰਹੋਂ ਕਹਿੰਦੇ ਰਹੇ ਆ ਕਿ ਇਹ ਆਪਣੀਆਂ ਜਿਹੜੀਆਂ ਇਹਨਾਂ ਨੇ ਪ੍ਰੋਮਿਸ ਕੀਤੇ ਸੀ, ਜਿਹੜੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ, ਕਿ ਉਹਨਾਂ ਦੇ ਉੱਤੇ ਕੋਈ 1% ਵੀ ਕਿਤੇ ਖਰੇ ਉਤਰਿਆ। ਸੋ ਪਲੀਜ਼ ਅਰਸ਼ਵੀਰ ਥੋੜੀ ਜਿਹੀ ਟਿੱਪਣੀ ਜ਼ਰੂਰ ਕਰਕੇ ਜਾਓ। ਬਹੁਤ ਧੰਨਵਾਦ। ਧੰਨਵਾਦ ਗਗਨਵੀਰ। ਬਿਲਕੁਲ ਜੀ, ਆਪਾਂ ਅੱਜ ਲੋਕਲ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ। ਪਿਛਲੇ ਦਿਨੀ ਇੱਥੇ ਬੜੀ ਵੱਡੀ ਇੱਕ ਰੈਲੀ ਹੋਈ ਹੈ ਜੀ ਟਰੱਕਾਂ ਦੀ, ਡੰਪ ਟਰੱਕਾਂ ਦੀ, ਤੇ ਕਿਸੇ ਨੇ ਵੀ ਆਪਣਾ ਪਲੇਟਫਾਰਮ ਖੁੱਲ੍ਹਾ ਹੁੰਦਾ, ਕਿਸੇ ਵੀਰ ਨੇ ਆਣ ਕੇ ਫੋਨ ਵੀ ਨਹੀਂ ਕੀਤਾ। ਫੇਰ ਕਹਿੰਦੇ ਆ ਜੀ ਤੁਸੀਂ ਬੋਲਦੇ ਨਹੀਂ, ਕਿੰਨੀ ਕੁ ਅਸੀਂ ਗੱਲ ਕਰੀਏ ਜਦੋਂ ਕੋਈ ਗੱਲ ਕਰਨੀ ਨਹੀਂ ਚਾਹੁੰਦਾ। ਜੀ ਅਰਸ਼ਦੀਪ। ਦੇਖੋ ਜੀ, ਜਿਹੜੀ ਵੀਰ ਨੇ ਗੱਲ ਕੀਤੀ ਕਿ ਕੀ ਪੰਜਾਬ ਦੇ ਹਾਲਾਤ ਜਿਹੜੇ ਉਹ ਸੁਧਰੇ ਨੇ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰ ਰਹੇ ਨੇ ਕਿ ਅਸੀਂ 85% ਵਾਅਦੇ ਜਿਹੜੇ ਉਹ ਆਪਣੇ ਪੂਰੇ ਕਰ ਦਿੱਤੇ ਨੇ, ਤਾਂ ਜੇ ਪੰਜਾਬ ਦੀ ਆਰਥਿਕ ਹਾਲਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਆਰਥਿਕ ਹਾਲਤ ਪੰਜਾਬ ਸਰਕਾਰ ਦੀ ਬੇਹੱਦ ਬੁਰੀ ਹੈ। ਕਰਜ਼ਾ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਵਧਿਆ ਤੇ ਅੱਗੇ ਵੀ ਵੱਧ ਰਿਹਾ ਹੈਗਾ, ਤੇ ਉਹਦੇ ਲਈ ਦੋ ਹੀ ਪਾਰਟੀਆਂ ਦੀ ਸੱਤਾ ਜਿਹੜੀ ਉਹ ਪੰਜਾਬ ਦੇ ਵਿੱਚ ਰਹੀ ਹੈ, ਜਾਂ ਕਾਂਗਰਸ ਪਾਰਟੀ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਅਲਾਇੰਸ ਦੀ ਸੱਤਾ ਜਿਹੜੀ ਉਹ ਰਹੀ ਹੈ। ਤੇ ਇਸ ਕਰਕੇ ਇਹਦੇ ਲਈ ਜਵਾਬਦੇਹ ਉਹੀ ਲੀਡਰ ਜਿਹੜੇ ਉਹ ਬਣਦੇ ਨੇ, ਉਹ ਆਪਣੀ ਜ਼ਿੰਮੇਵਾਰੀ ਇੱਕ ਦੂਜੇ ਦੇ ਮੋਢਿਆਂ ਤੇ ਸਿੱਟ ਕੇ ਜਿਹੜੀ ਉਹ ਨਹੀਂ ਭੱਜ ਸਕਦੇ ਕਿ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਇਹਨਾਂ ਨੇ ਜਿਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਕਿਹਾ ਕਿ 30,000 ਕਰੋੜ ਰੁਪਏ ਇੱਕਦਮ FCI ਦਾ ਮੋਢਿਆਂ ਤੇ ਪਾ ਗਏ ਤੇ ਬਾਕੀ ਕੰਮ ਕਰ ਗਏ, ਪੰਜਾਬ ਨੂੰ ਹੇਠਾਂ ਸਿੱਟ ਗਏ, ਤਾਂ ਕਰਕੇ ਅਸੀਂ ਜਿਹੜਾ ਉਹ ਨਹੀਂ ਕਰ ਸਕੇ। ਪਰ ਇਹ ਤਾਂ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਸਿਆਸਤਦਾਨਾਂ ਨੂੰ ਜਿਹੜਾ ਉਹ ਪਤਾ ਹੁੰਦਾ ਹੈਗਾ ਕਿ ਪੰਜਾਬ ਦੇ ਹਾਲਾਤ ਕੀ ਨੇ। ਜਿੱਥੋਂ ਤੱਕ ਵਾਅਦਿਆਂ ਦੀ ਗੱਲ ਹੈ ਤਾਂ ਵਾਅਦੇ ਘਰ ਨੌਕਰੀ ਵਾਲਾ ਜਿਹੜਾ ਸਭ ਤੋਂ ਵੱਡਾ ਵਾਅਦਾ ਸੀ ਉਹ ਜਿਹੜਾ ਪੂਰਾ ਨਹੀਂ ਹੋਇਆਗਾ। ਨੰਬਰ 2 ਤੇ ਕਿਸਾਨੀ ਕਰਜ਼ਾ ਮੁਕਤੀ ਦਾ ਜਿਹੜਾ ਵਾਅਦਾ ਸੀਗਾ, ਉਹ ਵਾਅਦਾ ਵੀ 7,000 ਕਰੋੜ ਰੁਪਏ ਤੱਕ ਸ਼ਾਇਦ ਕਰਜ਼ਾ ਮਾਫ ਹੋ ਜਾਏ ਕਿਸਾਨਾਂ ਦਾ ਇਲੈਕਸ਼ਨਾਂ ਤੱਕ, ਪਰ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ 1 ਲੱਖ ਕਰੋੜ ਰੁਪਏ ਤੋਂ ਉੱਪਰ ਹੈਗਾ। ਤੇ ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਵਾਅਦਾ ਪੂਰਾ ਹੋਣਾ ਸ਼ੁਰੂ ਹੋਇਆਗਾ, ਪੂਰਾ ਨਹੀਂ ਹੋਇਆ 5 ਸਾਲਾਂ ਦੇ ਵਿੱਚ, ਸਿਰਫ ਸ਼ੁਰੂ ਹੋਇਆਗਾ, ਕਿਉਂਕਿ ਉਹ ਵੀ ਮਜਬੂਰੀ ਸੀ, ਕਿਉਂਕਿ ਮੀਡੀਆ ਦੇ ਵਿੱਚ ਲਗਾਤਾਰ ਇਹ ਮਸਲਾ ਜਿਹੜਾ ਉੱਠ ਰਿਹਾ ਸੀਗਾ
ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰਨ ਕਰਜ਼ੇ ਦਾ ਵਾਅਦਾ ਕੀਤਾ ਗਾ, ਕਦੋਂ ਸਰਕਾਰ ਕਰ ਰਹੀ ਹੈ, ਤੇ ਇਸ ਕਰਕੇ ਉਹਨਾਂ ਕੁ ਜਿਹੜਾ ਉਹ ਕਰਨਾ ਪਿਆਗਾ। ਨੰਬਰ 2 ਤੇ ਜਦੋਂ ਰੋਜ਼ਗਾਰ ਦੀ ਗੱਲ ਆਉਂਦੀ ਹੈ ਤਾਂ ਰੋਜ਼ਗਾਰ ਦੇ ਲਈ ਨੀਤੀ ਪਾਲਿਸੀ ਸਰਕਾਰ ਦੀ ਜਿਹੜੀ ਉਸ ਹਿਸਾਬ ਦੀ ਹੋਣੀ ਚਾਹੀਦੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਐਜੂਕੇਸ਼ਨ 'ਚ ਸੁਧਾਰ ਉਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਨੰਬਰ 2 ਤੇ ਇੰਡਸਟਰੀ ਉਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਹੈ ਜਿਹੜੀ ਪ੍ਰਾਈਵੇਟ ਪੱਧਰ ਤੇ ਚੰਗੀਆਂ ਜੌਬਸ ਜਿਹੜੀਆਂ ਨੇ ਉਹ ਦੇ ਸਕੇ। ਨਾਲੋਂ ਨਾਲ ਐਗਰੀਕਲਚਰ ਦੇ ਵਿੱਚ ਤੁਹਾਨੂੰ ਇੰਟਰਨੈਸ਼ਨਲ ਪਲੇਟਫਾਰਮ ਜਿਹੜੇ ਉਹ ਭਾਲਣੇ ਪੈਣਗੇ ਕਿ ਜਿੱਥੇ ਫਸਲ ਦਾ ਵਧੀਆ ਮੁੱਲ ਮਿਲ ਸਕਦਾ ਹੈ ਉਸ ਤਰ੍ਹਾਂ ਨਾਲ ਤੁਹਾਨੂੰ ਐਗਰੀਕਲਚਰ ਪਾਲਿਸੀ ਤੇ ਤਬਦੀਲੀ ਕਿਸਾਨਾਂ ਤੋਂ ਕਰਵਾਉਣੀ ਪਊਗੀ। ਤਾਂ ਉਹ ਪਾਲਿਸੀ ਆਉਣੀ ਸੀ ਤਾਂ ਉਹ ਪਾਲਿਸੀ ਵੀ ਜਿਹੜੀ ਉਹ ਨਹੀਂ ਦਿਖਾਈ ਦੇ ਰਹੀ। ਤਾਂ ਇਸ ਕਰਕੇ ਹਰ ਖੇਤਰ ਦੇ ਵਿੱਚ ਸਿਆਸਤਦਾਨ ਦਾਅਵੇ ਜ਼ਰੂਰ ਕਰਦੇ ਨੇ ਕਿ ਅਸੀਂ ਵਾਅਦੇ ਪੂਰੇ ਕੀਤੇ ਨੇ। ਜਿਸ ਤਰ੍ਹਾਂ ਅਕਾਲੀ ਦਲ ਭਾਜਪਾ ਸਰਕਾਰ ਰਹੀ ਹੈਗੀ 10 ਸਾਲ ਤੇ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਜਾਂਦਾ ਕਿ ਅਸੀਂ ਸੜਕਾਂ ਦਾ ਜਾਲ ਜਿਹੜਾ ਉਹ ਪੰਜਾਬ ਦੇ ਵਿੱਚ ਵਿਛਾਇਆ। ਤੇ ਇਸ ਤਰ੍ਹਾਂ ਪ੍ਰਾਈਵੇਟ ਸੜਕਾਂ ਦੇ ਜਾਲ ਤਾਂ ਜਿੰਨੇ ਮਰਜ਼ੀ ਜਿਹੜੇ ਉਹ ਵਿਛਾਏ ਜਾਣ ਕਿਉਂਕਿ ਟੋਲ ਪਲਾਜ਼ਿਆਂ ਤੇ ਟੋਲ ਪਰਚੀਆਂ ਤਾਂ ਜਿਹੜੀਆਂ ਉਹ ਲੋਕਾਂ ਨੂੰ ਦੇਣੀਆਂ ਪੈਂਦੀਆਂ ਨੇ ਲਗਾਤਾਰ। ਤੇ ਇਸ ਕਰਕੇ ਸਰਕਾਰੀ ਪੱਧਰ ਤੇ ਸੁਧਾਰਾਂ ਦੀ ਗੱਲ ਆ ਜਿਹੜੀ ਉਸ ਹਿਸਾਬ ਦੇ ਨਾਲ ਕੋਈ ਵੀ ਪਾਰਟੀ ਜਿਹੜੀ ਉਹ ਗੰਭੀਰ ਦਿਖਾਈ ਨਹੀਂ ਦੇ ਰਹੀ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ 85% ਵਾਅਦੇ ਪੂਰੇ ਕਰਨ ਦੀ ਗੱਲ ਕਰ ਰਹੇ ਨੇ ਪਰ ਵੱਡੇ ਵਾਅਦੇ ਜਿਹੜੇ ਸੀਗੇ ਉਹਨਾਂ ਵਾਅਦਿਆਂ ਤੋਂ ਉਹਨਾਂ ਦੀ ਸਰਕਾਰ ਜਿਹੜੀ ਉਹ ਬਹੁਤ ਜ਼ਿਆਦਾ ਦੂਰ ਰਹੀ ਹੈਗੀ। ਬੇਰੁਜ਼ਗਾਰੀ ਦੀ ਆਲਮ ਵੀ ਉਸੇ ਤਰ੍ਹਾਂ, ਪੰਜਾਬ ਦਾ ਨੌਜਵਾਨ ਪੰਜਾਬ ਛੱਡ ਕੇ ਭੱਜ ਵੀ ਉਸੇ ਤਰ੍ਹਾਂ ਰਿਹਾ ਹੈਗਾ। ਨਸ਼ਿਆਂ ਦੀ ਸਮੱਸਿਆ ਵੀ ਉਸੇ ਤਰ੍ਹਾਂ ਬਰਕਰਾਰ ਹੈਗੀ। ਨਸ਼ਾ ਮਿਲ ਰਿਹਾ ਹੈਗਾ ਜਿਹੜੇ ਲੋਕ ਨਸ਼ੇ ਕਰਦੇ ਨੇ ਉਹਨਾਂ ਨੂੰ, ਪਰ ਜ਼ਰੂਰਤ ਇਹ ਹੈ ਕਿ ਗੰਭੀਰਤਾ ਦੇ ਨਾਲ ਕਦਮ ਚੁੱਕੇ ਜਾਣ ਜਿਹੜੇ ਕਿ ਨਹੀਂ ਚੁੱਕੇ ਜਾ ਰਹੇ। ਜੀ ਅਰਸ਼ਦੀਪ, ਇੱਦਾਂ ਹੀ ਤੁਸੀਂ ਹੋਲਡ ਰੱਖਿਓ ਜੀ, ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ ਤੇ ਉਸ ਤੋਂ ਬਾਅਦ ਲੋਕਲ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਇੱਦਾਂ ਹੀ ਹੋਲਡ ਰੱਖਿਓ ਪਲੀਜ਼। ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ। ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ। ਸਵੇਰੇ, ਦੁਪਹਿਰ, ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877। ਸੋਫਾ ਸਟੂਡੀਓ। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ
ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 647-285-9119 ਜਾਨੀ 647 285 9119। Parminder Mangat with Mortgage Alliance. Broker license number 10530। ਕੀ ਗੱਲ ਅੰਕਲ ਜੀ ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਆ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਲੋਕਲ ਖਬਰਾਂ ਤੇ ਜਾਣ ਤੋਂ ਪਹਿਲਾਂ ਕਾਲਰ ਜੁੜੇ ਜੀ, ਕਾਲ ਲੈ ਲਈਏ। ਹਾਂਜੀ ਸਵਾਗਤ ਹੈ ਵੀਰ ਜੀ 90360। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ ਅਸੀਂ ਨਵਾਂ ਸ਼ਹਿਰ ਤੋਂ ਬੋਲਦੇ ਆਂ, ਬੇਬੀ ਕੌਰ ਬੋਲਦੀ ਆਂ ਮੈਂ। ਜੀ ਜੀ ਸਰ ਜੀ ਥੋੜੇ ਦਿਨ ਹੋ ਗਏ ਮੇਰੀ ਬਾਸੀ ਨੇ ਐਡ ਲਾਈ ਸੀਗੀ ਜੀ, ਮੈਨੂੰ ਨਹੀਂ ਸੀ ਪਤਾ ਵੀ ਇਹ ਚੈਨਲ ਤੇ ਮੇਰੀ ਨਿਊਜ਼ ਲਾ ਰਹੇ ਆ। ਅਸੀਂ ਬਿਲਕੁਲ, ਸਾਨੂੰ ਇਸ ਗੱਲ ਦਾ ਮੌਨ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਿਸੇ ਗੱਲ ਦਾ ਵੀ, ਨਾ ਸਾਨੂੰ ਦੱਸਿਆ। ਸਾਡੀ ਐਡ ਬਿਨਾਂ ਦੱਸੇ ਤੋਂ ਲਗਾਈ ਗਈ। ਕਾਦੀ ਐਡ? ਫੋਟੋ ਵਾਇਰਲ ਕੀਤੀ ਸਰ ਜੀ। ਮੈਂ ਇੱਕ ਰਿਸ਼ਤਾ ਕਰਵਾਇਆ ਸੀਗਾ। ਅੱਛਾ ਜੀ। ਤੇ ਉਹ 1 ਸਾਲ 1.5 ਸਾਲ ਪਹਿਲਾਂ ਮੈਂ ਦਿਖਾਇਆ ਸੀਗਾ, ਤੇ ਮਤਲਬ ਉਹਦੇ ਵਿੱਚ ਬਾਅਦ ਵਿੱਚ ਉਹ ਰਿਸ਼ਤਾ ਰਿਜੈਕਟ ਹੋ ਗਿਆ ਜੀ। ਤੇ ਉਹ ਰਿਸ਼ਤਾ ਸਿਰੇ ਨਹੀਂ ਚੜਿਆ ਤਾਂ ਮੈਨੂੰ ਬਾਹਰ ਕੱਢ ਕੇ ਆਪੇ ਸਿੱਧਾ ਰਿਸ਼ਤਾ ਉਸ ਮੁੰਡੇ ਨੇ ਕੀਤਾ, ਤਾਂ 28 ਲੱਖ ਰੁਪਇਆ ਲੈ ਕੇ ਉਹ ਲੇਡੀਜ਼ ਚਲ ਗਈ ਜੀ। ਤੇ ਸਰ ਜੀ ਅਸੀਂ ਮੈਂ ਕੱਲ ਪਰਸੋਂ ਆਪਣੇ ਬਿਆਨ ਵਿੱਚ ਉੱਤੇ ਵੀ ਮੈਂ ਤਾਂ ਸੋਚਿਆ ਬਾਸੀ ਨੇ ਵੀ ਮੇਰਾ ਪੁੱਛਣਾ ਆ, ਮੇਰੇ ਤੋਂ ਮੈਂ ਸਵਾਲ ਜੋ ਮੇਰੇ ਤੋਂ ਪੁੱਛਿਆ ਮੈਂ ਜਵਾਬ ਦਿੱਤੇ। ਮੇਰਾ ਹਸਬੈਂਡ ਮੈਂ ਗ੍ਰੰਥੀ ਸਿੰਘ ਦੀ ਜੌਬ ਕਰਦੇ ਆ ਗੁਰੂ ਘਰ, ਤੇ ਮੇਰੇ ਬੱਚੇ ਵੀ ਸਕੂਲੇ ਪੜ੍ਹਦੇ, ਸਾਰਾ ਮੈਂ ਜਾਣ ਕੇ ਆਪਣਾ ਐਡਰੈਸ ਦੱਸਿਆ। ਬਾਸੀ ਨੂੰ ਚਾਹੀਦਾ ਸੀ ਮੇਰੀ ਛਾਣਬੀਣ ਕੀਤੇ ਤੋਂ ਬਿਨਾਂ ਮੇਰੀ ਫੋਟੋ ਵਾਇਰਲ ਐਦਾਂ ਬਿਨਾਂ ਇਜਾਜ਼ਤ ਤੋਂ ਨਾ ਕਰਦਾ ਜੀ। ਭੈਣ ਜੀ ਮਾਫ ਕਰਨਾ, ਵੈਸੇ ਅਸੀਂ ਏਦਾਂ ਕਿਸੇ ਦਾ ਨਾਂ ਲੈਂਦੇ ਨਹੀਂ, ਕਿ ਤੁਸੀਂ ਉਦਾਂ ਗੱਲ ਕਰ ਸਕਦੇ ਹੋ, ਕਿਸੇ ਹੋਸਟ ਦਾ ਕਿਸੇ ਦਾ ਏਦਾਂ ਨਾਂ ਨਹੀਂ ਲੈ ਸਕਦੇ, ਕਿਉਂਕਿ ਡਿਫਰੈਂਟ ਪਲੇਟਫਾਰਮ ਆ ਤੇ ਸਾਡਾ ਡਿਫਰੈਂਟ ਆ। ਤੁਸੀਂ ਆਪਣੀ ਗੱਲ ਕਰ ਸਕਦੇ ਹੋ ਪਰ ਨਾਂ ਲੈ ਕੇ ਨਹੀਂ, ਨਾ। ਠੀਕ ਆ ਜੀ ਸਰ ਜੀ, ਮੈਨੂੰ ਇਨਸਾਫ ਚਾਹੀਦਾ ਆ। ਕਿੱਦਾਂ ਮੈਨੂੰ ਮਿਲੂਗਾ? ਮੇਰੇ ਪਿੰਡ ਵਿੱਚ ਮੇਰੀ ਛਾਣਬੀਣ ਕੀਤੀ ਜਾਵੇ। ਮੇਰੇ ਪਿੰਡ ਦੇ ਬੰਦਿਆਂ ਤੋਂ ਆ ਕੇ 15 ਸਾਲ ਹੋ ਗਏ ਸਾਨੂੰ ਗੁਰੂ ਘਰ ਸੇਵਾ ਕਰਦਿਆਂ ਨੂੰ, ਉੱਥੇ ਆ ਕੇ ਪੁੱਛ ਪੜਤਾਲ ਕੀਤੀ ਜਾਵੇ ਮੈਂ ਲੇਡੀਜ਼ ਕਿੱਦਾਂ ਦੀ ਆ। ਉਹਦੇ ਮਗਰੋਂ ਮੇਰਾ ਕੋਈ ਵੀ ਜੇ ਕਾਰਵਾਈ ਹੁੰਦੀ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਜੀ। ਜੀ ਤੁਸੀਂ ਭੈਣ ਜੀ ਇੱਥੇ ਮੀਡੀਆ ਦੇ ਨਾਲ ਗੱਲਬਾਤ ਕਰੋ ਨਾ, ਕਿਸੇ ਚੈਨਲ ਦੇ ਨਾਲ ਇੰਟਰਵਿਊ ਕਰਕੇ, ਤੇ ਤੁਸੀਂ ਆਪਣੀ ਗੱਲਬਾਤ ਕਹਿ ਸਕਦੇ ਹੋ। ਜੇ ਤੁਹਾਨੂੰ ਕਿਹਾ ਉੱਥੇ ਤੁਸੀਂ ਆਪਣਾ ਜੋ ਵੀ ਆ ਜਿਹੜੇ ਤੁਹਾਡੇ ਤੇ ਐਲੀਗੇਸ਼ਨ ਲਗਾਏ ਆ ਉਹ ਤੁਸੀਂ ਸਾਬਤ ਕਰ ਸਕਦੇ ਹੋ ਮੈਂ ਬਿਲਕੁਲ ਸਹੀ ਹਾਂ। ਹਾਂਜੀ ਸਰ ਜੀ। ਤੇ ਪਰ ਸਾਨੂੰ ਅਸੀਂ ਕਿਹਾ ਵੀ ਤੁਹਾਨੂੰ ਸਰ ਨਾਲ ਗੱਲ ਕਰਕੇ ਦੇਖ ਲੈਣੇ ਆ, ਕਿਉਂਕਿ ਕੈਨੇਡਾ ਵਿੱਚ ਮੈਨੂੰ ਪਤਾ ਨਹੀਂ ਸੀ ਵੀ ਮੇਰਾ ਲਾਈਵ ਸ਼ੋਅ ਚੱਲ ਰਿਹਾ ਆ। ਮੈਨੂੰ ਕਿਸੇ ਗੱਲ ਦੀ ਮਤਲਬ ਜਾਣਕਾਰੀ ਨਹੀਂ ਸੀ। ਮੈਨੂੰ ਜਿੱਦਾਂ ਮੈਂ ਤੁਹਾਨੂੰ ਕਾਲ ਕੀਤੀ ਏਦਾਂ ਮੈਂ ਅਚਾਨਕ ਕਾਲ ਕਰਕੇ ਗੱਲ ਆਇਆ ਫੋਨ ਤੇ ਮੈਂ ਗੱਲ ਕਰਨ ਲੱਗ ਗਈ ਜੀ। ਹਾਂਜੀ ਇਹ ਭੈਣ ਜੀ ਮਾਫ ਕਰਨਾ, ਪਹਿਲਾਂ ਨਾ ਸੋਚ ਸਮਝ ਕੇ ਇਦਾਂ ਦੀ ਕਰੀਦਾ ਹੁੰਦਾ। ਤੁਹਾਨੂੰ ਪਤਾ ਆ ਵੀ ਛੱਜ ਪਾ ਕੇ ਛੱਟਿਆ ਜਾਂਦਾ ਜੀ, ਜਦੋਂ ਤੁਸੀਂ ਇਦਾਂ ਦੀ ਗੱਲਬਾਤ ਕਰ ਲੈਂਦੇ ਹੋ। ਤੇ ਪਰ ਸਾਡੇ ਪਲੇਟਫਾਰਮ ਤੇ ਇਦਾਂ ਦੀ ਗੱਲ ਕਦੇ ਨਹੀਂ ਹੁੰਦੀ, ਹਰੇਕ ਦੀ ਰਿਸਪੈਕਟ ਕੀਤੀ ਜਾਂਦੀ। ਅਸੀਂ ਕਦੀ ਵੀ ਧੀ ਹੋਵੇ ਭੈਣ ਹੋਵੇ ਕੋਈ ਸਾਡਾ ਹੋਵੇ, ਅਸੀਂ ਹਮੇਸ਼ਾ ਬੜੀ ਇੱਜ਼ਤ ਦਿੰਦੇ ਹਾਂ, ਬੜੇ ਪਿਆਰ ਦੇ ਨਾਲ ਬੋਲਦੇ ਹਾਂ, ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਕਰਦੇ। ਠੀਕ ਆ, ਤੁਸੀਂ ਆਪਣੇ ਵਿਚਾਰ ਦੇ ਦਿੱਤੇ ਆ, ਤੇ ਤੁਸੀਂ ਕਿਸੇ ਮੀਡੀਆ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਆਪਣੀ ਇੱਥੇ ਰਿਪੋਰਟ ਕਰਾ ਸਕਦੇ ਹੋ, ਪੁਲਿਸ ਦੇ ਵਿੱਚ ਜਾ ਕੇ ਕਰ ਸਕਦੇ ਹੋ ਵੀ ਸਾਡੇ ਨਾਲ ਇਦਾਂ ਕੀਤਾ ਗਿਆ। ਪਰ ਸਾਡੇ ਲਈ ਜਿਹੜੇ ਸਾਡੇ ਕਲੀਕ ਆ ਜੀ, ਸਾਡੇ ਹਰੇਕ ਹੀ ਜਿਹੜਾ ਹੋਸਟ ਆ ਉਹ ਰਿਸਪੈਕਟਡ ਆ। ਅਸੀਂ ਕਿਸੇ ਤੇ ਉਲਟ ਵੀ ਇਦਾਂ ਨਹੀਂ ਬੋਲਦੇ ਜੀ। ਧੰਨਵਾਦ ਭੈਣ ਜੀ, ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ ਜੀ, ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਜੀ, ਤੇ ਆਪੋ ਆਪਣਾ ਪਲੇਟਫਾਰਮ ਹੁੰਦਾ ਜੀ। ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜ ਚੁੱਕੇ ਹਾਂ ਜੀ, ਤੇ ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਹੇ ਆ G&G ਟਰੈਕਿੰਗ ਸੋਲੂਸ਼ਨ ਵਾਲੇ। ਤੁਸੀਂ CVR IFTA US ਡਾਟ ਲੈਣਾ ਜੀ, ਕਿਸੇ ਵੀ ਤਰ੍ਹਾਂ ਦੀਆਂ ਅਥਾਰਟੀਆਂ ਲੈਣੀਆਂ
ਜਾਂ ਡਰੱਗ ਟੈਸਟ ਕਰਾਉਣਾ, ਜਾਂ ਤੁਹਾਡੀ ਕੰਪਨੀ ਦੇ ਪੁਆਇੰਟ ਕਿਤੇ ਜ਼ਿਆਦਾ ਕਿਉਂ ਉੱਡ ਜਾਂਦੇ ਆ, ਇੰਸ਼ੋਰੈਂਸ ਕਿਉਂ ਵੱਧ ਜਾਂਦੀ ਹੈ, ਸਾਰੀਆਂ ਗੱਲਾਂ ਦਾ ਸੋਲਿਊਸ਼ਨ ਮਿਲ ਜਾਂਦਾ ਜੀ। ਤੁਸੀਂ ਸਿਰਫ ਕਾਲ ਕਰਨੀ 905 461 2525 ਤੇ ਤਨਵੀਰ ਢੱਡਾ ਹੋਣਾ ਨੂੰ। ਇੰਡੀਆ ਪੈਸੇ ਭੇਜਣੇ ਆ ਤੇ ਜਾਂ ਮੰਗਵਾਉਣੇ ਆ US ਡਾਲਰ, ਕੈਨੇਡੀਅਨ ਡਾਲਰ, ਜਗਤਾਰ ਢਾ ਹੋਣਾ ਨੂੰ ਕਾਲ ਕਰ ਲਓ ਜੀ। ਅਪਰਾ ਟ੍ਰੇਡਿੰਗ ਕੰਪਨੀ 905 794 3233 ਤੇ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ 514 566 0055 ਤੇ ਘਰ ਖਰੀਦਣਾ ਵੇਚਣਾ ਪ੍ਰੋਪਰ ਉਹਨੂੰ ਰੈਨੋਵੇਟ ਸਾਰਾ ਦੇਖਦੇ ਆ ਜੀ। ਤੁਹਾਡੇ ਕਿਤੇ ਪੇਂਟ ਹੋਣ ਵਾਲਾ ਤਾਂ ਨਹੀਂ, ਕੋਈ ਖਾਮੀਆਂ ਤਾਂ ਨਹੀਂ ਹੈਗੀਆਂ ਘਰ ਦੀਆਂ, ਤੇ ਫੇਰ ਲਿਸਟ ਕਰਦੇ ਆ ਜੀ। ਅਪਰਾ ਪੰਕਜ ਸਪਰਾ ਹੋਣੀ ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਆ। 416 722 2385 ਤੇ ਤੁਸੀਂ ਬੜੀ ਭਾਰੀ ਸੇਲ ਲੱਗੀ ਹੈ ਜੀ। ਘਰ ਤੇ ਆਪਾਂ ਵਧੀਆ ਵਧੀਆ ਲੈ ਲੈਂਦੇ, ਪਰ ਫਰਨੀਚਰ ਵੀ ਵਧੀਆ ਹੋਣਾ ਚਾਹੀਦਾ। ਸਟੀਫਨ ਫਰਨੀਚਰ ਦਾ ਨਾਂ ਯਾਦ ਰੱਖੋ ਹਮੇਸ਼ਾ ਹੀ। 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ 905 790 0560 ਤੇ ਜਸਵੀਰ ਭਾਜੀ ਉਹਨਾਂ ਨੂੰ ਕਾਲ ਕਰ ਲਓ। 2575 ਸਟੀਲ ਐਵੀਨਿਊ ਈਸਟ ਦੇ ਵਿੱਚ ਉਹਨਾਂ ਦੀ ਲੋਕੇਸ਼ਨ ਆ ਜੀ। ਤੇ ਇਸ ਦੇ ਨਾਲ ਹੀ ਜੇ ਤੁਸੀਂ ਫੋਨ ਲਵਾਉਣਾ ਘਰ ਦੇ ਵਿੱਚ ਸਿਰਫ $14 28 ਸੈਂਟ ਦੇ ਵਿੱਚ ਆ। 60 ਕੰਟਰੀਆਂ ਨੂੰ ਫ੍ਰੀ ਆ। ਤੁਸੀਂ ਆਪਣੇ 3 ਸੈੱਲ ਫੋਨ ਦੇ ਉੱਤੇ ਐਪ ਡਾਊਨਲੋਡ ਕਰਕੇ ਵੀ ਪੂਰਾ ਆਨੰਦ ਮਾਣ ਸਕਦੇ ਹੋ। 647 649 4000 ਤੇ ਪ੍ਰਿਆ ਜੀ ਉਹਨਾਂ ਨੂੰ ਕਾਲ ਕਰ ਲਓ। ਚੱਲਦੇ ਆਪਾਂ ਲੋਕਲ ਖਬਰਾਂ ਤੇ ਨਾਲ ਹੀ ਲੋਕਲ ਖਬਰਾਂ ਤੇ ਜਾਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ, ਅੱਜ ਜਿਹੜੇ ਵੀਰ ਹਰਜਿੰਦਰ ਸਿੰਘ ਧਨੋਵਾ ਉਹਨਾਂ ਦੀ ਧਰਮ ਪਤਨੀ ਆ ਜੀ ਗੁਰਜੀਤ ਕੌਰ ਧਨੋਵਾ, ਅੱਜ ਉਹਨਾਂ ਦਾ ਬਰਥਡੇ ਹੈ ਜੀ। ਸਾਡੀ ਸਮੁੱਚੀ ਟੀਮ ਵੱਲੋਂ PTN 24 ਦੀ ਟੀਮ ਵੱਲੋਂ 1690 AM ਵੱਲੋਂ ਜਿਹੜਾ ਗੁਰਜੀਤ ਕੌਰ ਧਨੋਵਾ ਨੂੰ ਤੇ ਹਰਜਿੰਦਰ ਸਿੰਘ ਧਨੋਵਾ ਨੂੰ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਦੇ ਬਰਥਡੇ ਦੀਆਂ। ਗੁਰਜੀਤ ਕੌਰ ਧਨੋਵਾ ਨੂੰ ਸਾਡੀ ਭਰਜਾਈ ਹੈ ਜੀ, ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਤੰਦਰੁਸਤੀ ਦੇਵੇ, ਲੰਮੀ ਉਮਰ ਦੇਵੇ। ਤੇ ਆਪਾਂ ਚੱਲਦੇ ਹਾਂ ਜੀ ਖਬਰਾਂ ਤੇ ਮੈਂ ਥੋੜ੍ਹਾ ਜਿਹਾ ਦੱਸਣਾ ਵੀ ਚਾਹੁੰਦਾ ਜੀ, ਛੇਤੀ ਹਰਜਿੰਦਰ ਸਿੰਘ ਧਨੋਵਾ ਦਾ ਵੀ ਬਰਥਡੇ ਆ ਰਿਹਾ ਜੀ। ਆਪਾਂ ਉਹ ਵੀ ਜ਼ਰੂਰ ਸਾਂਝਾ ਕਰਾਂਗੇ ਤੁਹਾਡੇ ਨਾਲ। ਤੇ ਜਿਹੜੇ ਕੋਵਿਡ ਦੇ ਕੇਸ ਆਏ ਆ ਜੀ 4447 ਤੇ ਮੌਤਾਂ ਹੋਈਆਂ 19, ਟੈਸਟ ਹੋਏ ਆ 42873। ਟੋਰਾਂਟੋ ਦੇ ਵਿੱਚ 1299, ਪੀਲ 'ਚ 926, ਯਾਰਕ ਰੀਜਨ 577 ਤੇ ਪੋਜ਼ੀਟਿਵਿਟੀ ਰੇਟ ਆ ਜਿਹੜਾ ਉਹ 10.5% ਆ ਤੇ ਕਿਊਬਿਕ ਦੇ ਵਿੱਚ ਸੀ 1092। ਅੰਟਾਰੀਓ ICU ਦੀ ਨਰਸ ਨੇ ਕਿਹਾ ਕਿ ICU ਦੇ ਵਿੱਚ ਕੇਸ ਇਤਨੇ ਜ਼ਿਆਦਾ ਹਨ ਕਿ ICU ਦੀ ਸਿਚੁਏਸ਼ਨ ਜਿਹੜੀ ਆ ਬਹੁਤ ਖਰਾਬ ਹੋ ਗਈ ਆ। ਡਾਕਫੋਰਡ ਸਰਕਾਰ ਸਿਕ ਲੀਵ ਲੋਕਾਂ ਨੂੰ ਨਹੀਂ ਦੇ ਰਹੀ। ਅਸੈਂਸ਼ੀਅਲ ਵਰਕਰ ਜਿਹੜੇ ਬਿਮਾਰ ਹੋ ਗਏ ਤਾਂ ਸਿਕ ਲੀਵ ਮਿਲਣੀ ਨਹੀਂ। ਉਹ ਫਿਰ ਅਗਲੇ ਮਾੜਾ ਮੋਟਾ ਜੇ ਕੋਵਿਡ ਦਿੰਦਾ ਵੀ ਹੈ ਜੇ ਉਹਨਾਂ ਨੂੰ ਸਿੰਪਟਮ ਦਿੰਦੇ ਆ ਤਾਂ ਲੋਕ ਘਰਾਂ ਦੇ ਵਿੱਚ ਨਹੀਂ ਬਹਿੰਦੇ। ਲੱਛਣ ਹੁੰਦੇ ਵੀ ਆ ਪਰ ਉਹਨਾਂ ਦੇ ਕੋਲ ਕੋਈ ਚੁਆਇਸ ਨਹੀਂ ਹੁੰਦੀ। ਉਹਨਾਂ ਨੂੰ ਪਤਾ ਜੇ ਘਰ 'ਚ ਬੈਠ ਗਏ ਤੇ ਮੁੜ ਕੇ ਖਰਚੇ ਕਿੱਥੋਂ ਚਲਾਉਣੇ ਆ, ਤਾਂ ਉਹ ਫਿਰ ਕੰਮ ਤੇ ਜਾਂਦੇ ਰਹਿੰਦੇ ਆ ਤੇ ਨਾਲ ਹੋਰ ਵੀ ਸਪਰੈਡ ਹੁੰਦਾ ਤਾਂ ਲੋਕ ਹੋਰ ਵੀ ਬਿਮਾਰ ਹੁੰਦੇ ਆ ਜੀ। ਰਿਚਮੰਡ ਹਿੱਲ ਦਾ ਇੱਕ ਵਿਅਕਤੀ ਜੂਨ 21 2018 ਤੋਂ ਮਿਸਿੰਗ ਆ। ਤੇ ਕੈਵਨ ਬੁਨਾਡਾ ਆਪਣੇ ਘਰੋਂ ਜਿਹੜਾ ਐਲਮੰਡ ਐਵੀਨਿਊ, ਉਮਰ 30 ਸਾਲ, ਉਹ ਮਿਸਿੰਗ ਹੋਇਆ ਸੀਗਾ। ਤੇ 4-5 ਦਿਨ ਤੱਕ ਘਰਦਿਆਂ ਨੇ ਕੋਈ ਰਿਪੋਰਟ ਹੀ ਨਹੀਂ ਕੀਤੀ। 5 ਦਿਨਾਂ ਬਾਅਦ ਉਹਨਾਂ ਨੇ ਰਿਪੋਰਟ ਕੀਤੀ, ਪੁਲਿਸ ਨੂੰ ਦੱਸਿਆ ਵੀ ਉਹ ਘਰ ਨਹੀਂ ਆਇਆ। ਘਰਦਿਆਂ ਨੇ ਪਹਿਲਾਂ ਸੋਚਿਆ ਸੀ ਵੀ ਸ਼ਾਇਦ ਕਿਤੇ ਗਿਆ ਹੋਊਗਾ, ਅਡਲਟ ਆ 30 ਸਾਲ ਦਾ, ਕਹਿੰਦੇ ਆਪਣੇ ਆਪ ਆ ਜਾਊਗਾ, ਪਰ ਨਹੀਂ ਵਾਪਸ ਆਇਆ। ਤਾਂ ਫਿਰ ਪੁਲਿਸ ਨੂੰ ਜਿਹੜਾ ਦੱਸਿਆ। ਹੁਣ ਪੁਲਿਸ ਨੇ ਉਹਦੀ ਪਹਿਚਾਣ ਜਿਹੜੀ 5 ਫੁੱਟ 11 ਇੰਚ, ਕੱਦ 180 ਪਾਉਂਡ, ਭਾਰ 180 ਪਾਉਂਡ ਭਾਰ ਹੈ ਜੀ। ਸ਼ਾਰਟ ਬਲੈਕ ਹੇਅਰ ਤੇ ਬਰਾਊਨ ਆਈ ਆ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਈ ਜਗ੍ਹਾ ਤੇ ਛਾਪੇ ਮਾਰੇ ਆ ਤੇ ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕਰ ਰਹੀ ਹੈ ਵੀ ਸ਼ਾਇਦ ਕਿਸੇ ਨੇ ਦੇਖਿਆ ਹੋਵੇ। ਸਮਾਂ ਬਹੁਤ ਜ਼ਿਆਦਾ ਹੋ ਗਿਆ ਜੀ। ਅਗਲੀ ਖਬਰ ਜਿਹੜੀ ਆਪਾਂ ਸਾਂਝੀ ਕਰਦੇ ਹਾਂ ਤਾਂ ਫਿਰ ਬੰਦਿਆਂ ਦੇ ਨਾਂ ਜਿਹੜੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਜੀ। ਯਾਰਕ ਰੀਜਨ ਦੀ ਪੁਲਿਸ ਨੇ 25 ਤੋਂ ਵੱਧ ਲੋਕਾਂ ਨੂੰ ਡਰੱਗ ਦੀ ਸਮਗਲਿੰਗ ਕਰਦਿਆਂ ਫੜਿਆ ਜੀ। ਪੁਲਿਸ ਨੇ ਇਹਨਾਂ ਕੋਲੋਂ 48 ਫਾਇਰ ਆਰਮ ਤੇ 7,30,000 ਕੈਸ਼, 2.5 ਮਿਲੀਅਨ ਦੀ ਡਰੱਗ ਜਿਹੜੀ ਜਿੱਦਾਂ ਕਿ ਹੀਰੋਇਨ ਬੱਚਿਆਂ ਦੇ ਇਨਡੋਰ ਪਲੇ ਸੈਂਟਰ ਤੋਂ ਇਹਨਾਂ ਨੂੰ ਮਿਲੀ ਹੈ ਜੀ। ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਸਾਡਾ ਸਰਚ ਆਪਰੇਸ਼ਨ ਜਿਹੜਾ ਮਈ 2020 ਦਾ ਚੱਲ ਰਿਹਾ ਸੀਗਾ, ਇਹ ਇੰਟਰਨੈਸ਼ਨਲ ਨੈਟਵਰਕ ਹੈ ਜੀ। ਕੈਨੇਡਾ, US ਤੇ ਇੰਡੀਆ ਤੱਕ ਫੈਲਿਆ ਹੋਇਆ। ਸਾਡੀਆਂ ਮਹਾਨ ਹਸਤੀਆਂ ਜੀ ਵਿੱਚ ਇਹਦੇ ਵਿੱਚ ਪੁਲਿਸ ਨੇ ਦੱਸਿਆ ਕਿ 2.5 ਮਿਲੀਅਨ ਦੀ ਡਰੱਗ ਜਿਹੜੀ ਇਨਕਲੂਡ ਆ 10 ਕਿਲੋ ਕੋਕੇਨ, 8 ਕਿਲੋ ਕੈਟਾਮਾਈਨ, 3 ਕਿਲੋ ਹੀਰੋਇਨ ਤੇ 2.5 ਕਿਲੋ OPM ਬਰਾਮਦ ਕੀਤਾ ਹੈ। ਇਹ ਸਾਰਾ ਕੁਝ ਕੈਲਾਡਨ ਦੇ ਇੱਕ ਜਗ੍ਹਾ ਤੋਂ ਬਰਾਮਦ ਕੀਤਾ। ਇੱਕ ਘਰ ਦੇ ਵਿੱਚੋਂ 33 ਲੋਕਾਂ ਨੂੰ ਜਿਹੜਾ ਚਾਰਜ ਕੀਤਾ। ਇਨਕਲੂਡ 20 ਜਿਹੜੇ 27 ਅੰਟਾਰੀਓ ਦੇ ਵਸਨੀਕ ਆ, ਇਹਨਾਂ ਤੇ ਮੋਰ ਦੈਨ 130 ਚਾਰਜ ਲਗਾਇਆ ਤਾਂ ਸਾਰਿਆਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਜੀ। 19 ਬਰੈਂਪਟਨ ਨਿਵਾਸੀ ਆ, 4 ਟੋਰਾਂਟੋ ਦੇ, 2 ਵਾਨ ਦੇ, 1 ਵੁੱਡਸਟੌਕ ਤੇ 1 ਕੈਲਾਡਨ ਦਾ ਨਿਵਾਸੀ ਆ। ਇੱਕ ਵਿਅਕਤੀ 41 ਸਾਲਾ ਗੁਰਵਿੰਦਰ ਸੂਚ, ਉਹਦੀ ਪੁਲਿਸ ਭਾਲ ਕਰ ਰਹੀ ਆ। ਕਈ ਡਰੱਗ ਰਿਲੇਟਡ ਮਾਮਲਿਆਂ ਦੇ ਵਿੱਚ ਲੋੜੀਂਦਾ ਸੀਗਾ। ਬਾਕੀ ਸਾਰਿਆਂ ਦੇ ਨਾਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ। ਇੱਥੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਉਹ ਐਂਡ ਦੇ ਵਿੱਚ ਤੁਹਾਨੂੰ ਨਾਂ ਦੱਸਦੇ ਸਾਰਿਆਂ ਦੇ।
ਡਗਫੋਰਡ ਦੇ ਜਿਹੜਾ ਆਫਿਸ ਨੇ ਦੱਸਿਆ ਕਿ ਐਸਟਰਾਜੈਨਕਾ ਦੀ ਡਿਲੀਵਰੀ ਜਿਹੜੀ ਆਉਣੀ ਸੀਗੀ 2 ਸ਼ਿਪਮੈਂਟਾਂ ਹੁਣ ਡਿਲੇ ਹੋ ਗਈਆਂ। ਇਹ ਸ਼ਿਪਮੈਂਟ ਹੁਣ ਐਂਡ ਆਫ ਦਿਸ ਮੰਥ ਜਾਂ ਨੈਕਸਟ ਮੰਥ ਦੇ ਪਹਿਲੇ ਵੀਕ ਆਵੇਗੀ। ਯੂਰਪ ਰੀਜਨ ਨੇ ਆਫਰ ਕੀਤਾ ਕਿ ਫਸਟ ਡੋਜ਼ ਜਿਹੜੇ ਹੌਟ ਸਪੌਟ ਏਰੀਏ ਦੇ ਵਿੱਚ 35+ ਵਾਲਿਆਂ ਨੂੰ ਹੁਣ ਦੇਣ ਦਾ ਐਲਾਨ ਕੀਤਾ। 5 ਪੋਸਟਲ ਕੋਡ ਉਹਨਾਂ ਨੇ ਜਾਰੀ ਕੀਤੇ ਆ ਜੀ। ਤੁਸੀਂ ਚੈੱਕ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ। ਕੱਲ੍ਹ ਰਾਤ 12 ਵਜੇ ਤੋਂ ਜਿਹੜੇ ਰੋਜਰ ਫੈਡੋ ਦੇ ਚੈਟਰ ਦੇ ਫੋਨ ਉਹ ਕੱਲ੍ਹ ਬੰਦ ਸੀਗੇ। ਕੱਲ੍ਹ ਸਾਰੇ ਬੜੀ ਤਕਲੀਫ ਦੇ ਵਿੱਚ ਸੀ, ਕੋਈ ਫੋਨ ਨਹੀਂ ਸੀ ਮਿਲ ਰਿਹਾ, ਨੋ ਸਰਵਿਸ ਆ ਰਿਹਾ ਸੀ ਜੀ। ਸਿਰਫ ਐਮਰਜੈਂਸੀ ਕਾਲ ਹੋ ਸਕਦੀ ਸੀ। ਤੇ ਪੁਲਿਸ ਨੇ ਕਿਹਾ ਸੀਗਾ ਵੀ ਜੇ ਤੁਸੀਂ ਕਾਲ ਕਰਦੇ ਹੋ ਤੁਹਾਨੂੰ ਹੋਲਡ ਕਰਕੇ ਰੱਖੋ, ਕਿਉਂਕਿ ਅਸੀਂ ਤੁਹਾਨੂੰ ਬੈਕ ਕਾਲ ਨਹੀਂ ਕਰ ਸਕਦੇ, ਤੁਹਾਡੇ ਫੋਨ ਜਿਹੜੇ ਉਹ ਸਰਵਿਸ ਦੇ ਵਿੱਚ ਨਹੀਂ ਹੈਗੇ। ਤੇ ਇਹਦੇ ਨਾਲ ਹੀ 10.9 ਮਿਲੀਅਨ ਜਿਹੜੇ ਕਸਟਮਰ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ। ਆਲ ਬ੍ਰਿਟਿਸ਼ ਕੋਲੰਬੀਆ ਨੇ ਵੀ 18+ ਤੋਂ ਉੱਪਰ ਵਾਲੇ ਜਿਹੜੇ ਉਹਨਾਂ ਨੂੰ ਕਿਹਾ ਜੀ ਕੋਵਿਡ ਵੈਕਸੀਨ ਦੀ ਜਿਹੜੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ, ਬਹੁਤ ਜਲਦੀ ਲੱਗੂਗੀ ਤੁਹਾਨੂੰ ਵੀ। ਸਿੱਖ ਲੀਵ ਮਾਮਲੇ ਨੂੰ ਜਿਹੜੀ ਆਪੋਜੀਸ਼ਨ ਲੀਡਰ ਹੈ ਜੀ ਐਂਡਰੀਆ ਹਰਵਥ NDP ਦੀ ਲੀਡਰ ਉਹ ਲੈ ਕੇ ਆਈ ਸੀਗੀ ਐਸੈਂਸ਼ੀਅਲ ਵਰਕਰ ਵਾਸਤੇ ਜਿਹੜੀ ਮੋਸ਼ਨ ਲੈ ਕੇ ਆਈ ਸੀ। PC ਪਾਰਟੀ ਨੇ ਵਿਰੋਧ ਵਿੱਚ ਵੋਟ ਪਾਈ ਤੇ ਬਿੱਲ ਪਾਸ ਨਹੀਂ ਹੋ ਸਕਿਆ ਜੀ। ਕਿਊਬਕ ਦੇ ਵਿੱਚ ਅੱਜ ਸੈਕੰਡ ਡੇਲੀ ਜਿਹੜੇ ਕੇਸ ਕਾਫੀ ਡ੍ਰੌਪ ਹੋ ਰਹੇ ਆ ਜੀ। ਅੱਜ 1092 ਤੇ ਕੱਲ੍ਹ 1344 ਸੀਗੇ। ਕਰਫਿਊ ਦਾ ਪੂਰਾ ਅਸਰ ਹੋ ਰਿਹਾ ਜੀ ਉੱਥੇ, ਜਿਹੜਾ ਸ਼ਾਮ ਨੂੰ 8 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਆ। ਤਾਂ ontario ਨੂੰ ਵੀ ਸੋਚਣਾ ਚਾਹੀਦਾ ਕਰਫਿਊ ਬਾਰੇ। ਡਗਫੋਰਡ ਨਹੀਂ ਬੜੇ ਸਖਤ ਮੰਨੇ ਜਾਂਦੇ ਜੀ ਫੈਸਲੇ ਲੈਣ ਦੇ ਵਿੱਚ, ਪਰ ਇੱਥੇ ਤੇ ਫੈਸਲਾ ਲੈ ਲੈਂਦੇ ਆ ਫਿਰ ਵਾਪਸ ਲੈ ਲੈਂਦੇ, ਫੈਸਲਾ ਕਰਦੇ ਫਿਰ ਵਾਪਸ ਲੈ ਲੈਂਦੇ ਆ। ਜਿੱਦਾਂ ਤਿਲਕਣਬਾਜੀ ਚੱਲ ਰਹੀ ਆ, ਜਿੱਦਾਂ ਲੋਕਾਂ ਕੋਲੋਂ ਡਰ ਰਿਹਾ ਵੀ ਸ਼ਾਇਦ ਸਾਡੀਆਂ ਵੋਟਾਂ ਨਾ ਖੁੱਸ ਜਾਣ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਕੋਵਿਡ ਦੇ ਕੇਸ ਵਧੀ ਜਾਂਦੇ ਆ ਤੇ ਬਾਕੀ ਸਾਰਿਆਂ ਦੇ ਸਾਹਮਣੇ ਆ। ਪਰ ਜੇ ਕਿਊਬਕ ਨੇ ਸਖਤ ਫੈਸਲਾ ਲਿਆ ਤਾਂ ਉੱਥੇ ਕੇਸ ਘਟ ਰਹੇ ਆ ਜੀ। ਮਕੱਜੀ ਹੈਲਥ ਨੇ 6 ਲੋਕਾਂ ਨੂੰ ਜਿਹੜੀ ਕੋਵਿਡ ਵੈਕਸੀਨ ਦੀ ਜਗ੍ਹਾ ਸਲੀਨ ਦੇ ਟੀਕੇ ਲਗਾ ਦਿੱਤੇ ਜੀ। ਤੇ ਹੁਣ ਲੋਕਾਂ ਤੋਂ ਅਪੋਲੋਜਾਈਜ਼ ਕੀਤਾ ਜਾ ਰਿਹਾ ਜੀ। ਕੱਲ੍ਹ 4 ਵਜੇ ਲਿਬਰਲ ਸਰਕਾਰ ਨੇ ਬਜਟ ਪੇਸ਼ ਕੀਤਾ ਪਿਛਲੇ 2 ਸਾਲਾਂ ਤੋਂ ਬਾਅਦ। ਹੁਣ ਇਹ ਪਹਿਲਾ ਬਜਟ ਸੀਗਾ। ਪੈਂਡੈਮਿਕ ਦੇ ਚੱਲਦਿਆਂ ਪਿਛਲੇ ਸਾਲ ਬਜਟ ਪੇਸ਼ ਨਹੀਂ ਸੀ ਕੀਤਾ ਗਿਆ। ਇਸ ਬਜਟ ਨੂੰ ਕੋਈ ਸਪੋਰਟ ਕਰਦਾ ਜਾਂ ਨਹੀਂ ਕਰਦਾ, ਪਰ ਇੱਕ ਪਾਰਟੀ ਨੂੰ ਸਪੋਰਟ ਤਾਂ ਜ਼ਰੂਰ ਕਰਨੀ ਪਵੇਗੀ, ਨਹੀਂ ਤਾਂ ਸਰਕਾਰ ਜਿਹੜੀ ਡਿੱਗ ਜਾਣੀ ਆ। ਤਾਂ ਚੋਇਸ ਕੋਈ ਵੀ ਹੈ ਨਹੀਂ ਤਿੰਨਾਂ ਪਾਰਟੀਆਂ ਦੇ ਕੋਲ। ਜੇ ਸਰਕਾਰ ਬਚਾਉਣੀ ਹੈ ਤਾਂ ਕਿਸੇ ਨਾ ਕਿਸੇ ਨੂੰ, ਖਾਸ ਕਰਕੇ NDP ਨੂੰ ਸਪੋਰਟ ਕਰਨੀ ਪੈਣੀ ਹੈ ਜੀ। ਕੈਨੇਡਾ ਦੇ ਕੋਲ ਨੈਟ ਡੈਥ ਜਿਹੜਾ ਓਵਰ $1 ਟ੍ਰਿਲੀਅਨ ਹੋ ਗਿਆ। ਇਹ ਪਹਿਲੀ ਵਾਰ ਹੋਇਆ ਕਿ 354 ਬਿਲੀਅਨ ਡੈਫੀਸ਼ੀਐਂਸ ਜਿਹੜਾ ਪੈਂਡੈਮਿਕ ਕਾਰਨ ਹੋਇਆ। ਇਹ ਐਕਸਪੈਕਟ ਕਰਦੇ ਹਨ ਕਿ ਹੋਰ ਵੱਧਦਾ ਰਹੇਗਾ। 155 ਬਿਲੀਅਨ ਇਸ ਸਾਲ ਲਈ ਤੇ 60 ਬਿਲੀਅਨ ਜਿਹੜਾ 2022 ਤੇ 2023 ਲਈ ਆਵੇਗਾ। 60 ਜਿਹੜਾ $100 ਬਿਲੀਅਨ ਆ ਸਪੈਂਡਿੰਗ ਨੈਕਸਟ 3 ਈਅਰ ਵਾਸਤੇ ਰੱਖਿਆ ਜੀ ਇਹਨਾਂ ਨੇ। ਇਨਕਲੂਡ ਫੈਡਰਲ ਵੇਜ ਰੈਂਟ ਸਬਸਿਡਾਈਜ਼ ਤੇ ਏਡ ਫਾਰ ਲੇਡ ਆਫ ਵਰਕਰ ਜਿਹੜੇ ਅੰਟਿਲ ਸਤੰਬਰ ਤੱਕ ਇਹਨਾਂ ਨੇ ਇਨਕਲੂਡਿੰਗ ਕੋਸਟ ਟੂ ਮੇਨਟੇਨ ਰੱਖਣ ਵਾਸਤੇ। $17 ਬਿਲੀਅਨ ਜਿਹੜਾ ਗ੍ਰੀਨਰੀ ਕਲੀਨਰ ਇੰਡੀਆ ਕਲੀਨਰ ਕੈਨੇਡਾ ਤੇ ਕਲਾਈਮੇਟ ਚੇਂਜ ਜਿਹੜਾ ਪ੍ਰੋਗਰਾਮ ਉਹਦੇ ਲਈ ਰੱਖਿਆ। ਮਾਫ ਕਰਨਾ ਜੀ, ਇੰਡੀਆ ਵਿੱਚ ਕਿਹਾ ਗਿਆ ਕਲੀਨਰ ਕੈਨੇਡਾ। ਫੈਡਰਲ ਬਜਟ ਦੇ 30 ਬਿਲੀਅਨ ਫਾਰ ਚਾਈਲਡ ਕੇਅਰ ਵਾਸਤੇ ਜਿਹੜੇ ਉਹਨਾਂ ਨੇ ਰੱਖਿਆ ਜੀ। ਫੈਡਰਲ ਸਰਕਾਰ ਨੇ ਬਜਟ ਦੇ ਵਿੱਚ ਲਗਜ਼ਰੀ ਕਾਰ ਤੇ ਜਿਹੜਾ ਐਕਸਪੈਂਸਿਵ ਜਿਹੜਾ ਉਹਨਾਂ ਨੇ ਕਿਹਾ ਜੀ ਜਿਹੜੇ ਬੋਟ ਆ ਕਾਫੀ ਐਕਸਪੈਂਸਿਵ ਆਉਂਦੇ, ਜਿੱਦਾਂ $1,00,000 ਤੋਂ ਉੱਪਰ ਦੇ ਲਗਜ਼ਰੀ ਕਾਰਾਂ ਤੇ ਐਕਸਪੈਂਸਿਵ ਬੋਟ ਤੇ ਨਵਾਂ ਟੈਕਸ ਲਗਾਤਾ ਜੀ। 2022 ਦੇ ਵਿੱਚ ਸਟਾਰਟ ਹੋਊਗਾ। ਜਿਹੜੀ ਵੀ ਲਗਜ਼ਰੀ ਕਾਰ ਜਿਹੜੀ ਤੁਸੀਂ ਪਰਸਨਲ ਏਅਰਕ੍ਰਾਫਟ ਜਾਂ ਬੋਟਸ $1,00,000 ਤੋਂ ਮਹਿੰਗੇ ਹੋਏ ਉਹਨਾਂ ਦੇ ਉੱਤੇ ਲੱਗੇਗਾ। GST HST ਜਿਹੜੀ ਆਲਰੇਡੀ ਚਾਰਜ ਕਰਦੇ ਹੀ ਆ ਪਹਿਲਾਂ, ਪਰ ਹੁਣ ਇਹ ਹੋਰ ਵੱਖਰੇ ਟੈਕਸ ਲੱਗਣਗੇ ਜੀ। ਤੇ ਸਿਗਰਟ ਤੇ ਤੰਬਾਕੂ ਜਿਹੜਾ ਐਕਸਾਈਜ਼ ਡਿਊਟੀ ਵਧਣ ਕਰਕੇ ਮਹਿੰਗੇ ਹੋ ਗਏ ਜੀ। ਜਿਹੜੀ 올ਡ ਏਜ ਸਿਕਿਉਰਿਟੀ ਪੇਮੈਂਟ ਆ 75 ਸਾਲ ਜਾਂ ਪਲੱਸ ਦੀ 10% ਵਧਾ ਦਿੱਤੀ ਗਈ ਹੈ। ਇਹਨਾਂ ਨੂੰ 1 ਟਾਈਮ ਪੇਮੈਂਟ ਅਗਸਤ ਦੇ ਵਿੱਚ $500 ਜਿਹੜੀ ਦੁਆਰਾ ਹੁਣ ਫਿਰ ਮਿਲਣੀ ਹੈ ਜੀ। ਜਿਹੜੇ ਨੌਨ ਕੈਨੇਡੀਅਨ ਨੇ ਪ੍ਰਾਪਰਟੀਆਂ ਖਰੀਦੀਆਂ ਉਹ ਖਾਲੀ ਪਈਆਂ ਜੀ, ਉਹਨਾਂ ਦੇ ਉੱਤੇ ਵੀ 1% ਟੈਕਸ ਲੱਗੇਗਾ। ਇਹ ਟੈਕਸ ਸਟਾਰਟ ਹੋਊਗਾ ਜੀ 2022 ਦੇ ਵਿੱਚ। ਇਹਨਾਂ ਨੇ ਪ੍ਰੋਜੈਕਟ ਕੀਤਾ ਕਿ 2022 ਤੋਂ 2026 ਤੱਕ ਇਹ ਜਿਹੜੀਆਂ ਪ੍ਰਾਪਰਟੀਆਂ ਦਾ ਟੈਕਸ ਆ $700 ਮਿਲੀਅਨ 4 ਸਾਲਾਂ ਦੇ ਵਿੱਚ ਇਕੱਠਾ ਕਰ ਲੈਣਾ ਕਹਿੰਦੇ ਅਸੀਂ। ਤੇ 2023 ਦੇ ਵਿੱਚ ਸਟਾਰਟ ਹੋਵੇਗਾ। ਰੈਜ਼ੀਡੈਂਸ਼ੀਅਲ ਓਨਰ ਆਪਣੀ ਪ੍ਰਾਪਰਟੀ ਦੇ ਮਾਲਕ ਸਿਟੀਜ਼ਨ ਜਾਂ PR ਹੋਣ, ਉਹਨਾਂ ਨੂੰ CRA ਨੂੰ ਡਿਕਲੇਅਰ ਕਰਨਾ ਪਵੇਗਾ ਵੀ ਕਿਹੜੀ ਪ੍ਰਾਪਰਟੀ ਜਿਹੜੀ ਆ ਉਹ ਓਨ ਕਰਦੇ ਆ ਤੇ ਕਿਹੜੀ ਰੈਂਟ ਤੇ ਦਿੱਤੀ ਹੋਈ ਆ। ਬਰੈਂਪਟਨ ਦੇ ਵਿੱਚ ਕੱਲ੍ਹ 4:20 ਤੇ ਹਾਈਵੇ 50 ਤੇ ਕੰਟਰੀ ਸਾਈਡ ਤੇ ਇੱਕ ਇੰਡਸਟਰੀਅਲ ਏਰੀਆ ਦੇ ਵਿੱਚ 30 ਸਾਲਾ ਵਿਅਕਤੀ ਉਹ ਰੂਫ ਤੋਂ ਹੇਠਾਂ ਡਿੱਗ ਗਿਆ ਜੀ। ਤੇ ਕਾਫੀ ਕ੍ਰਿਟੀਕਲ ਹਾਲਤ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਪੁਲਿਸ ਨੇ ਦੱਸਿਆ ਕਿ 에ਅਰ ਐਂਬੂਲੈਂਸ ਰਾਹੀਂ ਉਹਨੂੰ ਹਸਪੀਟਲ ਪਹੁੰਚਾਇਆ ਗਿਆ।
ਅੰਟਾਰੀਓ ਦੇ 5 ਵਿਅਕਤੀ ਪ੍ਰਿੰਸ ਐਡਵਰਡ ਆਈਲੈਂਡ ਗਏ, ਪਰ PEI ਦਾ ਜਿਹੜਾ ਰੂਲ ਆ, ਜਿਹੜਾ ਉੱਥੋਂ ਪ੍ਰਿੰਸ ਐਡਵਰਡ ਆਈਲੈਂਡ ਦਾ ਜਿਹੜਾ ਰੂਲ ਆ, ਉਹਨੂੰ ਉਹਨਾਂ ਨੇ ਫੋਲੋ ਨਹੀਂ ਕੀਤਾ। ਜੋ ਵੀ ਉੱਥੇ ਆਉਂਦਾ ਜੀ ਬਾਹਰੋਂ, ਉਹਨੂੰ 14 ਦਿਨ ਜਿਹੜਾ ਆਈਸੋਲੇਟ ਕਰਨਾ ਪਵੇਗਾ। ਪਰ ਇਹ ਜਾਂਦੇ ਹੀ ਵਾਲਮਾਰਟ ਤੋਂ ਸ਼ਾਪਿੰਗ ਕਰਨ ਚਲੇ ਗਏ। ਪੁਲਿਸ ਨੇ ਅੰਟਾਰੀਓ ਦੀ ਪਲੇਟ ਦੇਖ ਕੇ ਜਿਹੜਾ ਰੈਂਡਮਲੀ ਚੈੱਕ ਕੀਤਾ ਤਾਂ ਇਹ 1 ਘੰਟਾ ਪਹਿਲਾਂ ਗਏ ਸੀਗੇ। ਹੁਣ ਪੁਲਿਸ ਨੇ 5 ਵਿਅਕਤੀਆਂ ਨੂੰ ਚਾਰਜ ਕੀਤਾ ਜੀ, ਤੇ ਕਹਿੰਦੇ ਪ੍ਰਸ਼ਾਦ ਦਿੱਤਾ ਹੈ ਇਹਨਾਂ ਨੂੰ। USA ਦੇ ਵਿੱਚ ਤੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਆ ਜੀ ਵਾਲਟਰ ਮੌਂਡੇਨ, 93 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਜਿਮੀ ਕਾਰਟਰ ਜਿਹੜੇ ਪ੍ਰੈਜ਼ੀਡੈਂਟ ਆ ਉਸ ਵਕਤ ਵਾਈਸ ਪ੍ਰੈਜ਼ੀਡੈਂਟ ਰਹੇ ਆ। ਹੂਸਟਨ ਟੈਕਸਸ ਦੇ ਵਿੱਚ ਟੈਸਲਾ ਕਾਰ ਦਾ ਐਕਸੀਡੈਂਟ ਹੋਇਆ ਜੀ। ਇਹ ਗੱਲ ਸੁਣਨ ਵਾਲੀ ਆ, ਕਈ ਵਾਰੀ ਬੜੀਆਂ ਵੱਡੀਆਂ ਗਲਤੀਆਂ ਕਰਦੇ ਆ ਜੀ। ਟੈਸਲਾ ਕਾਰ ਜਿਹੜੀ ਆ ਉਹ ਆਟੋ ਪਾਇਲਟ ਮੋਡ ਤੇ ਲਾ ਦਿੱਤੀ ਸੀਗੀ, ਤੇ ਕਾਰ ਜਿਹੜੀ ਟੈਸਲਾ S ਮਾਡਲ ਦੀ ਸੀ, ਡਰਾਈਵਰ ਸੀਟ ਤੇ ਕੋਈ ਵੀ ਨਹੀਂ ਸੀਗਾ, ਇੱਕ ਪੈਸੇਂਜਰ ਸੀਟ ਤੇ ਦੂਸਰਾ ਬੈਕ ਸੀਟ ਤੇ ਬੈਠਾ ਸੀਗਾ, ਜਿਨ੍ਹਾਂ ਦੀ ਉਮਰ 59 ਤੇ 69 ਸਾਲ ਆ ਜੀ, 59 ਤੇ 69 ਈਅਰ ਆ। ਕਾਰ ਜਿਹੜੀ ਦਰਖਤ ਦੇ ਵਿੱਚ ਬਹੁਤ ਜ਼ੋਰ ਨਾਲ ਵੱਜੀ ਆ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ। ਆਟੋ ਜੇ ਮੋੜ ਤੇ ਜਾਂ ਡਿਸਟੈਂਸ ਰੱਖਣ ਵਾਸਤੇ ਜਿਹੜੀਆਂ ਕਾਫੀ ਕਾਰਾਂ ਅੱਜ ਕੱਲ੍ਹ ਤਾਂ ਆਉਂਦੀਆਂ ਹੀ, ਜਿਹੜੇ ਨਵੇਂ ਮਾਡਲ ਆ ਕਾਫੀ ਜ਼ਿਆਦਾ ਆਉਂਦੇ ਆ, ਪਰ ਡਰਾਈਵਰਲੈਸ ਕਾਰਾਂ ਹਾਲੇ ਤੱਕ ਮਾਰਕੀਟ 'ਚ ਨਹੀਂ ਆਈਆਂ। ਪਰ ਇਹਨਾਂ ਨੇ ਡਰਾਈਵਰਲੈਸ ਕਾਰ ਬਣਾ ਲਈ ਜੀ, ਆਟੋ ਮੋੜ ਤੇ ਲਾ ਕੇ ਤਾਂ ਆਪ ਸਾਈਡ ਤੇ ਬੈਠੇ ਸੀਗੇ, ਤੇ ਖਮਿਆਜਾ ਤੁਹਾਡੇ ਸਾਹਮਣੇ ਆ। ਈਸਟਰਨ ਅੰਟਾਰੀਓ ਦੇ ਡਾਕਟਰ ਬ੍ਰਾਇਨ ਨੈਡਲਰ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤਾ। ਉਸ ਦਾ ਵਕੀਲ ਕਹਿੰਦਾ ਇਹ ਇਨੋਸੈਂਟ ਆ। 35 ਸਾਲਾ ਡਾਕਟਰ ਨੂੰ ਜੌਬ ਤੋਂ ਕੱਢ ਦਿੱਤਾ ਸੀਗਾ, ਤੇ ਕੋਰਟ ਵਿੱਚ ਤਰੀਕ ਆ ਜੀ ਉਸ ਦੇ ਉੱਤੇ ਐਲੀਗੇਸ਼ਨ ਲੱਗਦੇ ਕਿ 89 ਈਅਰ 올ਡ ਵਿਅਕਤੀ ਦੀ ਮੌਤ ਡਾਕਟਰ ਦੀ ਗਲਤੀ ਕਾਰਨ ਹੋਈ ਹੈ ਜੀ। ਕਿਊਬਕ ਦੇ ਵਿੱਚ ਧਾਰਮਿਕ ਚਿੰਨ੍ਹ ਬੈਨ ਕਰਨ ਲਈ ਬਿੱਲ 21 ਲਿਆਂਦਾ ਸੀਗਾ। ਲੋਕ ਧਾਰਮਿਕ ਚਿੰਨ੍ਹ ਜਿਵੇਂ ਪਗੜੀ, ਬੁਰਕਾ, ਹਜਾਬ ਆਦਿ ਪਾ ਕੇ ਸਰਕਾਰੀ ਜੌਬ ਨਹੀਂ ਕਰ ਸਕਦੇ। ਲੋਕ ਸਰਕਾਰ ਦੇ ਖਿਲਾਫ ਇਸ ਕੇਸ ਨੂੰ ਸੁਪੀਰੀਅਰ ਕੋਰਟ ਦੇ ਵਿੱਚ ਲੈ ਕੇ ਗਏ ਆ, ਤਾਂ ਉਸ ਦਾ ਫੈਸਲਾ ਅੱਜ 9 ਵਜੇ ਕੋਰਟ ਤੋਂ ਵਿੱਚੋਂ ਆਵੇਗਾ। ਥੋੜ੍ਹੀ ਦੇਰ ਤੱਕ ਆ ਜਾਊਗਾ ਸ਼ਾਇਦ। ਆਪਣੇ ਕਰਦਿਆਂ ਜੀ BC ਨੇ ਵੀ ਨਿਊ ਟਰੈਵਲ ਰਿਸਟ੍ਰਿਕਸ਼ਨਾਂ ਲਗਾ ਦਿੱਤੀਆਂ। ਕਹਿੰਦੇ ਸੀ BC ਦੇ ਵਿੱਚ ਕੇਸ ਘਟਿਆ, ਪਰ ਉਹਨਾਂ ਨੂੰ ਵੀ ਨਵੀਆਂ ਟਰੈਵਲ ਰਿਸਟ੍ਰਿਕਸ਼ਨਾਂ ਲਗਾਤੀਆਂ ਵੀ ਤੁਸੀਂ ਟਰੈਵਲ ਨਹੀਂ ਕਰ ਸਕਦੇ। ਪੀਲ ਪਬਲਿਕ ਹੈਲਥ ਇੱਕ ਨਵਾਂ ਸਟੈਪ ਲੈਣ ਜਾ ਰਹੇ ਜੀ, ਜਿਵੇਂ ਵਰਕ ਪਲੇਸ ਤੇ ਸਪਰੈਡ ਨੂੰ ਘਟਾਇਆ ਜਾ ਸਕੇ। ਪੀਲ ਪਬਲਿਕ ਹੈਲਥ ਨੇ ਕਿਹਾ ਕਿ ਕਿਸੇ ਵੀ ਵਰਕ ਪਲੇਸ ਤੇ 5 ਜਾਂ ਵੱਧ ਕੇਸ ਆ ਗਿਆ ਤਾਂ ਉਸ ਬਿਜ਼ਨਸ ਨੂੰ 10 ਦਿਨ ਲਈ ਬੰਦ ਕੀਤਾ ਜਾਵੇਗਾ। ਕਿਸੇ ਵੇਲੇ ਵੀ ਇੱਕ ਵਿਅਕਤੀ 2 ਜੌਬਾਂ ਕਰਦਾ ਆ ਤੇ ਉਹਨੂੰ ਦੂਸਰੀ ਜੌਬ ਇਸ ਸਿਚੁਏਸ਼ਨ ਦੇ ਵਿੱਚ ਉਹਨੂੰ ਦੂਜੀ ਜੌਬ ਵੀ ਜਿਹੜੀ ਆ ਉੱਥੇ ਨਹੀਂ ਜਾ ਸਕਦਾ। ਉਹ ਪੀਲ ਪਬਲਿਕ ਹੈਲਥ ਸੈਕਸ਼ਨ 22 ਜਲਦੀ ਲਾਗੂ ਕਰੇਗਾ, ਕਿਉਂਕਿ 22 ਵਰਤ ਕੇ ਬੜੀ ਪਾਵਰ ਆ ਜੀ, ਉਹਦੇ ਨਾਲ ਤੁਸੀਂ ਕੁਝ ਵੀ ਜਿਹੜੀ ਕਰ ਸਕਦੇ। ਜਿਹੜੀਆਂ ਰੀਜਨਾਂ ਆ CRA ਨੂੰ 1200 ਕੰਪਲੇਂਟਾਂ ਆਈਆਂ ਕੋਵਿਡ ਦੀ ਮਨੀ ਨੂੰ ਜਿਹੜਾ ਕਹਿੰਦੇ ਮਿਸਯੂਜ਼ ਕਰ ਰਹੀਆਂ ਕਈ ਕੰਪਨੀਆਂ, ਉਹਨਾਂ ਨੇ ਵਾਰਨਿੰਗ ਦਿੱਤੀ ਹੈ ਜੀ। ਡਾਕਟਰ ਫੌਚੀ ਨੇ ਕਿਹਾ ਕਿ ਆਲ ਚਿਲਡਰਨ ਜਿੰਨੇ ਵੀ ਐਲੀਜੀਬਲ ਹਨ ਉਹਨਾਂ ਨੂੰ 2022 ਦੇ ਫਸਟ ਕੁਆਰਟਰ ਦੇ ਵਿੱਚ ਜਿਹੜੀ ਵੈਕਸੀਨ ਮਿਲੇਗੀ। ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਕਰਦੇ ਜੀ, ਅੱਜ ਇਸੇ ਵਿਸ਼ੇ ਤੇ ਆਪਾਂ ਟਾਕ ਸ਼ੋ ਕਰਾਂਗੇ। ਜਿਹੜੀ ਡਰੱਗ ਫੜੀ ਗਈ ਹੈ ਤਾਂ ਬੰਦੇ ਫੜੇ ਗਏ ਆ ਜੀ, ਉਹ ਕਿਹੜੀਆਂ ਮਹਾਨ ਹਸਤੀਆਂ ਜਿਨ੍ਹਾਂ ਤੋਂ ਹੁਣ ਮੈਂ ਨਾਂ ਹੀ ਲਿਆ ਤਾਂ ਤੁਹਾਨੂੰ ਉਸੇ ਵੇਲੇ ਹਰ ਬੰਦੇ ਦਾ ਧਿਆਨ ਇਸੇ ਬੰਨੇ ਪੈ ਜਾਂਦਾ ਵੀ ਸਾਡਾ ਹੀ ਭਾਈਚਾਰਾ ਹੁਣ ਲੱਗਦਾ। ਗਗਨਪ੍ਰੀਤ ਗਿੱਲ 28 ਸਾਲ ਬਰੈਂਪਟਨ, ਸੁਖਜੀਤ ਧਾਰੀਵਾਲ। ਤੁਸੀਂ ਦੱਸਣਾ ਜੀ ਤੁਹਾਡੇ ਚੋਂ ਕਿੰਨੇ ਜਣੇ ਇਹਨਾਂ ਨੂੰ ਜਾਣਦੇ ਆ, ਕਾਲ ਕਰਕੇ ਜ਼ਰੂਰ ਦੱਸਿਓ ਤੁਸੀਂ ਕਿੰਨੇ ਕੁ ਜਣੇ ਇਹਨਾਂ ਨੂੰ ਜਾਣਦੇ ਆ। ਤਾਂ ਥੋੜ੍ਹਾ ਸਮਾਂ ਦੇਖ ਲਿਓ, ਇਹ ਸਾਰਿਆਂ ਨੇ ਅੱਗੇ ਵਰਲਡ ਕਬੱਡੀ ਕੱਪ ਹੋਣੇ, ਹੋਰ ਹੋਣੇ ਆ। ਮਹਿੰਗੀਆਂ ਲਗਜ਼ਰੀ ਕਾਰਾਂ ਵੀ ਫੜੀਆਂ ਜੀ ਇਹਨਾਂ ਦੇ ਕੋਲੋਂ, ਬੜਾ ਵੱਡਾ ਘਰ ਆ, ਤੁਸੀਂ ਦੇਖਿਆ ਹੋਣਾ ਆ। YouTube ਤੇ ਵੀ ਹੈਗਾ ਜੀ, ਤੇ ਪੂਰੇ ਚੈਨਲਾਂ ਦੇ ਉੱਤੇ ਦਿਖਾਇਆ ਗਿਆ। ਤੇ ਮੁੜ ਕੇ ਏਡੇ ਵੱਡੇ ਘਰ ਕਿੱਥੋਂ ਆਉਂਦੇ ਆ, ਇੱਦਾਂ ਆਉਂਦੇ ਆ ਜੀ। ਪਰ ਤੁਸੀਂ ਨਾ ਸੋਚ ਲਿਓ ਅਸੀਂ ਵੀ ਲੈ ਲੈਣੇ ਆ। ਗਗਨਪ੍ਰੀਤ ਗਿੱਲ 28 ਸਾਲ ਬਰੈਂਪਟਨ, ਸੁਖਜੀਤ ਧਾਰੀਵਾਲ 47 ਬਰੈਂਪਟਨ, ਇਮਰਾਨ ਖਾਨ 47 ਟੋਰਾਂਟੋ, ਚੰਦੂ ਅਜੋਕੇ 51 ਸਾਲ ਬਰੈਂਪਟਨ, ਹਰਜੋਤ ਸਿੰਘ 31 ਬਰੈਂਪਟਨ, ਸੁਖਜੀਤ ਧੁੱਗਾ 35 ਸਾਲ ਬਰੈਂਪਟਨ, ਰੁਪਿੰਦਰ ਸ਼ਰਮਾ 25 ਸਾਲ ਵਾਹਨ ਦੇ ਵਿੱਚੋਂ ਜੀ। ਪ੍ਰਭ ਸਿਮਰਨ ਕੌਰ, ਵਾਹ ਜੀ ਵਾਹ, ਸਾਡੀਆਂ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ। ਪ੍ਰਭ ਸਿਮਰਨ ਕੌਰ 25 ਸਾਲ ਵਾਹਨ, ਪਰਸ਼ੋਤਮ ਮੱਲੀ 54 ਸਾਲ ਬਰੈਂਪਟਨ, ਰੁਪਿੰਦਰ ਢਿੱਲੋਂ 37 ਸਾਲ ਬਰੈਂਪਟਨ, ਸਨਵੀਰ ਸਿੰਘ 25 ਸਾਲ ਬਰੈਂਪਟਨ, ਹਰਿਪਾਲ ਨਾਗਰਾ 45 ਸਾਲ ਬਰੈਂਪਟਨ ਤੇ ਹਸਨ ਸੈਦ 30 ਸਾਲ ਬਰੈਂਪਟਨ, ਪ੍ਰਿਤਪਾਲ ਸਿੰਘ 56 ਬਰੈਂਪਟਨ, ਹਰਕੀਰਨ ਸਿੰਘ 33 ਸਾਲ ਬਰੈਂਪਟਨ, ਲਖਪ੍ਰੀਤ ਬਰਾੜ 29 ਸਾਲ ਬਰੈਂਪਟਨ, ਡਿੱਡੀ ਅਡਾਂਸੀ 52 ਸਾਲ ਟੋਰਾਂਟੋ, ਸਰਬਜੀਤ ਸਿੰਘ ਵੁੱਡਸਟਾਕ ਆ ਜੀ, ਦੂਰੋਂ ਮਾਰਾਂ ਕੀਤੀਆਂ ਜੀ। 43 ਸਾਲ ਦਾ ਜੀ ਇਹ ਸਰਬਜੀਤ ਸਿੰਘ 43 ਵੁੱਡਸਟਾਕ, ਬਲਵਿੰਦਰ ਧਾਰੀਵਾਲ 60 ਸਾਲ ਦਾ ਜੀ, ਰੁਪਿੰਦਰ ਧਾਰੀਵਾਲ 39 ਸਾਲ ਟੋਰਾਂਟੋ, ਰਣਜੀਤ ਸਿੰਘ 40 ਸਾਲ ਟੋਰਾਂਟੋ, ਸੁਖਮਨ ਪ੍ਰੀਤ ਸਿੰਘ 23 ਸਾਲ ਬਰੈਂਪਟਨ।
ਖੁਸ਼ਹਾਲ ਭਿੰਡਰ 36 ਸਾਲ ਬਰੈਂਪਟਨ, ਪ੍ਰਭਜੀਤ ਮੁੰਡੀਆ 34 ਸਾਲ ਬਰੈਂਪਟਨ, ਵੰਸ਼ ਅਰੋੜਾ 24 ਸਾਲ ਬਰੈਂਪਟਨ, ਸਿਮਰਨਜੀਤ ਨਾਰੰਗ 28 ਸਾਲ ਬਰੈਂਪਟਨ ਤੇ ਹਰਜਿੰਦਰ ਝੱਜ 28 ਸਾਲ ਕੈਲੇਡਨ ਨਿਵਾਸੀ ਹੈ ਜੀ। ਇਹ ਮਹਾਨ ਹਸਤੀਆਂ ਆ ਜਿਹੜੀਆਂ ਫੜੀਆਂ ਗਈਆਂ ਡਰੱਗ ਦੇ ਵਿੱਚ। ਇਹ ਡਰੱਗ ਜਿਹੜੀ ਆ ਕਿੱਥੇ ਕਿੱਥੇ ਆਉਣੀ ਸੀ ਤੁਸੀਂ ਦੇਖੇ ਹੋਣੇ ਆ, ਕਿੰਨੇ ਨੋਟ ਸੀਗੇ ਉਹਨਾਂ ਦੇ ਕੋਲੋਂ, 7 ਲੱਖ ਕਿੰਨੇ ਹਜ਼ਾਰ ਤੇ 2.5 ਮਿਲੀਅਨ ਦੀ ਡਰੱਗ ਫੜੀ ਤੇ 48 ਜਿਹੜੇ ਇਹਨਾਂ ਦੇ ਕੋਲੋਂ ਫੜੇ ਆ ਜੀ ਆਰਮ। ਤੇ ਇੱਦਾਂ ਦਾ ਕੰਮ ਕਰਦੇ ਆ ਤੁਸੀਂ ਤਾਂ ਦੇਖੋ ਕਿੰਨਾ ਭਾਈਚਾਰਾ, ਆਲਮੋਸਟ 99% ਸਾਡੇ। ਫਿਰ ਦੁੱਖ ਲੱਗਦਾ ਜੀ ਅਸੀਂ ਸਾਡਿਆਂ ਨੂੰ ਕਹਿੰਦੇ ਆ, ਤੇ ਇਹੀ ਸਭ ਤੋਂ ਵੱਡਾ ਖਮਿਆਜਾ। ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਆ। ਇੰਨੀ ਜ਼ਿਆਦਾ ਵਾਇਓਲੇਸ਼ਨ ਵੱਧਦੀ ਆ, ਕਿੰਨਿਆਂ ਬੰਦੇ ਤੇ ਸ਼ੂਟਿੰਗ ਹੁੰਦੀ ਆ, ਸਟੈਬਿੰਗ ਹੁੰਦੀ ਆ, ਕਿੰਨੇ ਮਾਰੇ ਜਾਂਦੇ ਆ। ਕਿੰਨਾ ਵਧੀਆ ਕੰਟਰੀ ਆ, ਪਰ ਇੱਥੇ ਆਣ ਕੇ ਵੀ ਲੋਕ ਸਿੱਧਾ ਹੀ ਅਮੀਰ ਹੋਣਾ ਚਾਹੁੰਦੇ ਆ। ਸਟੂਡੀਓ 'ਚ ਕਾਲ ਕਰ ਸਕਦੇ ਹੋ 905 405 0002 905 405 0002 ਤੇ ਜਾਂ +1 ਲਾ ਕੇ ਤੁਸੀਂ ਦੁਨੀਆ ਦੇ ਵਿੱਚੋਂ ਕਿਤੇ ਵੀ ਕਾਲ ਕਰ ਸਕਦੇ ਹੋ। ਇੱਕ ਇਹਨਾਂ ਜਿਹੜੀਆਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ। ਉਸ ਤੋਂ ਬਾਅਦ ਆਪਾਂ ਜਿਹੜੀਆਂ ਕਾਲਾਂ ਲਵਾਂਗੇ। ਪੀਲ ਆਟੋ ਕਲੀਜ਼ਨ ਨੇ, ਤੁਸੀਂ ਕਾਰਾਂ ਪੇਂਟ ਕਰਾਉਣੀਆਂ, ਬੰਪਰ ਪੇਂਟ ਕਰਾਉਣੇ, ਜਾਂ ਹੁਣ ਸਮਰ ਆ ਗਈ ਹੈ ਜੀ ਰਿਮ ਪੇਂਟ ਕਰਾਉਣੇ ਆ, 14 ਹੇਲ ਰੋਡ ਬਰੈਂਪਟਨ ਤੇ ਪਹੁੰਚਣਾ। 905 459 1300 ਤੇ ਜਾਂ 647 834 82 83 ਤੇ ਦਰਬਾਰਾ ਸਿੰਘ ਉਹਨਾਂ ਦੇ ਕੋਲ ਪੀਲ ਆਟੋ ਕਲੀਜ਼ਨ PTN 24 ਦਾ ਹਵਾਲਾ ਦਿਓਗੇ, ਡਿਸਕਾਊਂਟ ਦੇਣਗੇ ਜੀ। G&G ਟਰੈਕਿੰਗ ਸੋਲੂਸ਼ਨ 905 461 2525 ਤਨਵੀਰ ਢੱਡਾ ਹੋਣਾ ਨੂੰ ਅਥਾਰਟੀਆਂ ਲੈਣੀਆਂ ਸੀਵੇ ਔਰ ਇਫਤਾ US. ਕੁਛ ਵੀ ਲੈਣਾ ਜੀ। ਤਾਜ਼ਾ ਸਵਾਦਲਾ ਖਾਣਾ ਖਾਣਾ ਬਾਬਾ ਢਾਬਾ 905 499 43 14 ਤੇ ਮਹਾਵੀਰ ਬਾਠ ਹੋਣਾ ਨੂੰ ਕਾਲ ਕਰ ਲਓ। ਪੈਸੇ ਭੇਜਣੇ ਇੰਡੀਆ ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਹੁਣੀ 905 794 32 33। ਮੌਂਟਰੀਅਲ ਚਾਬੀ TV ਬਾਕਸ ਲਵਾਉਣਾ ਜੀ 514 566 0055। ਘਰ ਖਰੀਦਣਾ ਜਾਂ ਵੇਚਣਾ ਜੀ ਪੰਕਜ ਸਪਰਾ ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ 416 722 2385 ਤੇ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਤੁਸੀਂ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ ਤਾਂ ਸਟੀਫਨ ਫਰਨੀਚਰ 2 ਲੋਕੇਸ਼ਨਾਂ ਤੋਂ ਸਰਵ ਕਰਦੇ ਜੀ 905 790 0560। ਤੇ ਜੇ ਫੋਨ ਲਵਾਉਣਾ ਜੀ ਓਮਾ ਫੋਨ $14.28 ਦੇ ਵਿੱਚ ਤੁਸੀਂ 60 ਕੰਟਰੀਆਂ ਨੂੰ ਫ੍ਰੀ ਆ। 3 ਸੈਂਡ ਫੋਨਾਂ ਦੇ ਉੱਪਰ ਵੀ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ। ਐਪ ਡਾਊਨਲੋਡ ਕਰਕੇ ਪੂਰੀ ਦੁਨੀਆ 'ਚ ਕਾਲਾਂ ਕਰ ਸਕਦੇ ਹੋ। 647 649 4000 ਤੇ ਪ੍ਰਿਆ ਜੀ ਨੂੰ ਕਾਲ ਕਰ ਲਓ। ਕੋਈ ਮੰਥਲੀ ਚਾਰਜ ਨਹੀਂਗਾ ਜੀ, ਕੋਈ ਵੀ ਤੁਹਾਡੀ ਜਿਹੜੀ ਆ ਕ੍ਰੈਡਿਟ ਚੈੱਕ ਨਹੀਂ ਕੀਤਾ ਜਾਂਦਾ, ਸਿਰਫ ਕਾਲ ਕਰਨੀ 647 649 4000 ਤੇ ਚੱਲਦੇ ਹਾਂ ਜੀ ਆਪਾਂ ਪਹਿਲੀ ਕਾਲ ਤੇ। ਤਾਂ ਦੇਖੋ ਅੱਜ ਕਿੰਨਾ ਕੁ ਚੰਗਾ ਕੰਮ ਕਰਦੇ ਜੀ ਸਾਡੇ ਬੰਦੇ। ਇਹਨਾਂ ਨੇ ਹੋਰ 6 ਮਹੀਨੇ ਸਾਲ ਨੂੰ ਤੁਹਾਡੇ ਵਿੱਚ ਹੀ ਤੁਰੇ ਫਿਰਨਾ ਆ। ਤੇ ਫਿਰ ਜੇ ਅੱਜ ਪਤਾ ਲੱਗ ਗਿਆ ਤਾਂ ਜ਼ਰੂਰ ਦੱਸੋ ਤੁਸੀਂ ਕਿੱਥੇ ਰਹਿੰਦੇ, ਤੁਹਾਡੀ ਆਂਢੀ ਗੁਆਂਢੀ ਤਾਂ ਨਹੀਂ ਹੈਗੇ, ਤੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ। ਹਾਂਜੀ 2956 ਸਵਾਗਤ ਆ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਇਹ ਦੇਖ ਲਓ ਜੀ ਕਿੰਨਾ ਇਹਨਾਂ ਨੇ ਗੰਦ ਪਾਇਆ ਵੀ, ਦੇਖ ਲਓ ਕਿੰਨੇ ਇਹ ਬੰਦੇ ਫੜ ਹੋਏ ਆ ਜੀ। ਜੇ ਜਿੱਦਾਂ ਬਾਕੀ ਦੀ ਰਹਿੰਦੀ ਪਤਾ ਨਹੀਂ, ਇਹ 20 ਸਾਲਾਂ ਤੋਂ ਤਾਂ ਮੈਂ ਇਹਨਾਂ ਚੋਂ ਕੁਝ ਬੰਦਿਆਂ ਨੂੰ ਜਾਣਦਾ ਜੀ। ਅੱਛਾ ਜੀ। ਜਿਹੜਾ ਬਲਵਿੰਦਰ ਧਾਲੀਵਾਲ ਆ ਹਨਾ, ਤੇ ਇੱਕ ਜਿਹੜਾ ਪਰਸ਼ੋਤਮ ਮੱਲੀ ਆ, ਹਾਂਜੀ, ਤੇ ਜਿਹੜਾ ਪ੍ਰਿਤਪਾਲ ਬਾਬਾ ਆ, ਤੇ ਇੱਕ ਆ ਜਿਹੜਾ ਧੁੱਗਾ ਆ ਜੀ, ਤੇ ਇੱਕ ਪਹਿਲੋਂ ਫੜ ਇਹਨਾਂ ਦੇ ਵਿੱਚ ਇਸ ਵਿੱਚ ਨਹੀਂਗਾ, ਇੱਕ ਪਹਿਲੋਂ ਫੜ ਹੋਇਆ ਜੀ, ਉਹਦੀਆਂ ਪਹਿਲੋਂ ਫੋਟੋ ਵੀ ਬਾਹਰ ਹੋਈਆਂ ਆ, ਜੌਨ ਬਾਬਾ ਅਮਰੀਕਾ ਤੋਂ। ਜੀ ਜੀ ਬਿਲਕੁਲ ਜੀ। ਹਾਂਜੀ ਉਹ ਇਹ ਜਾਣੀ ਇਹਨਾਂ ਦੇ ਲਾ ਵੀ ਇਹ ਜਿੱਦਾਂ ਤੁਸੀਂ ਕਹਿੰਦੇ ਨਾ ਇਹ ਨਹੀਂ ਕਲੱਬਾਂ ਕਬੱਡੀਆਂ ਦੇ ਵਿੱਚ ਆਉਣਾ ਸੀਗਾ। ਇਹ ਪਹਿਲਾਂ ਵੀ ਬਹੁਤ ਭੰਗੜੇ ਪਾਉਂਦੇ ਹੁੰਦੇ ਸੀ। ਆ ਬਲਵਿੰਦਰ ਨੇ ਤਾਂ ਏਦਾਂ ਭੰਗੜੇ ਪਾਉਣੇ, ਜੌਨ ਬਾਬੇ ਨੂੰ ਸੱਦ ਕੇ ਇੱਥੇ ਬੜੇ ਕਲੱਬਾਂ ਦੇ ਵਿੱਚ। ਚਲੋ ਸਾਨੂੰ ਵੀ ਟਿਕਟਾਂ ਦੇ ਦਿੰਦੇ ਹੁੰਦੇ ਹੀ ਜਾਣ ਦਾ ਮੌਕਾ ਮਿਲਿਆ। ਉੱਥੇ ਇਹਨਾਂ ਨੇ ਇੰਨੀ ਖੱਪ ਪਾਉਣੀ ਜਾਣੀ ਹੈ ਨਾ, ਨੋਟ ਏਦਾਂ ਸਿੱਟਣੇ ਵੀ ਜਾਣੀ ਜਿੱਦਾਂ ਹੁਣ ਆਪਾਂ ਜਾਣੀ ਆਪਾਂ ਘਾਹ ਕੱਟ ਕੇ ਵੀ ਇਕੱਠਾ ਕਰਕੇ ਨਹੀਂ ਸਿੱਟਦੇ ਜੀ, ਇਹ ਜਾਣੀ ਜਿੱਦਾਂ ਤੁਸੀਂ ਕਹਿੰਦੇ ਉਹ ਦੁਰੜੀ ਉਡਾਈ ਹੈ ਨਾ। ਚਲੋ ਆ ਰੱਬ ਨੇ ਬਹੁਤ ਵਧੀਆ ਕੀਤਾ ਇਹਨਾਂ ਨੂੰ, ਹੁਣ ਇੰਨਾ ਫੜਿਆ। ਮੈਨੂੰ ਇਹ ਨਹੀਂ ਪਤਾ ਇਹਨਾਂ ਦਾ ਸ਼ੱਕਰ ਘੁਰ ਵੀ ਫੜਿਆ ਜੀ ਇਹਨਾਂ ਤੋਂ ਹੈ। ਹਾਂਜੀ 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 ਕੈਲੇਡਨ ਦੇ ਵਿੱਚ ਫੜਿਆ, ਬੜਾ ਵੱਡਾ ਘਰ ਆ ਉੱਥੇ ਫੜਿਆ ਜੀ ਇਹਨਾਂ। ਬੱਚਿਆਂ ਦਾ ਜਿਹੜਾ ਪਲੇਗਰਾਊਂਡ ਆ ਜਿੱਥੇ ਬੱਚੇ ਖੇਡਦੇ ਆ ਉੱਥੇ ਪੈਸੇ ਨੱਪੇ ਹੋਏ ਸੀਗੇ ਵੀ ਸ਼ੱਕਮ ਨਾ ਪਵੇ, ਸਾਰਾ ਕੁਝ ਉੱਥੇ ਨੱਪਿਆ ਹੋਇਆ ਸੀ। ਦੇਖੋ ਕਿੰਨੇ ਇਹ ਸ਼ਾਰਪ ਬੰਦੇ ਆ। ਹਾਂਜੀ ਤੇ ਆ ਮੈਂ ਜਾਣੀ ਇਹਨਾਂ ਬੰਦਿਆਂ ਨੂੰ ਤਾਂ ਇਹਨਾਂ ਨੂੰ 5-6 ਨੂੰ ਤਾਂ ਮੈਂ ਬਹੁਤ ਚਿਰ ਦਾ ਜਾਣਦਾ। ਤੇ ਬਾਕੀ ਹੌਲੀ ਹੌਲੀ ਨਿਕਲੇ ਹੋਣੇ ਜੀ। ਇਹ ਜਿਹੜਾ ਪਰਸ਼ੋਤਮ ਤੇ ਆਹ ਮੈਂ ਤੁਹਾਨੂੰ ਦੱਸਿਆ ਹੀ ਆ, ਬਲਵਿੰਦਰ, ਜੌਨ ਬਾਬਾ, ਪ੍ਰਿਤਪਾਲ, ਧੁੱਗਾ, ਇਹ ਜਾਣੀ ਆਪਣੇ ਵੱਡੇ ਲੈਵਲ ਦੇ ਹੁੰਦੇ ਸੀ। ਇੱਕ ਕਾਰਨ ਹੁੰਦਾ ਸੀ ਇਹਨਾਂ ਦੇ ਵਿੱਚ, ਉਹ ਵੀ ਪਹਿਲੋਂ ਸਾਲ ਫੜ ਹੋਇਆ ਕਬੱਡੀਆਂ ਦੇ ਵਿੱਚ, ਉਹ ਵੀ ਬੜੇ ਛੜੱਪੇ ਮਾਰਦਾ ਹੁੰਦਾ ਸੀ ਉੱਤੇ ਉੱਚੇ। ਜੀ ਜੀ। ਤੇ ਇਹ ਸਾਰਾ ਪੈਸਾ ਭਾਜੀ ਏਦਾਂ ਹੀ ਬਣਦਾ ਮੋਰੋਂ। ਫਿਰ ਨਿਆਣੇ ਦੇ
ਨਿਕਲਦਾ ਜਦੋਂ ਨਿਆਣਿਆਂ ਨੂੰ ਕਿਸੇ ਨੂੰ ਕੈਂਸਰ ਹੋ ਜਾਂਦੀ, ਕੋਈ ਸਦਾਈ ਨਿਕਲਦਾ, ਜੀ ਜੀ, ਕੋਈ ਹੋਰ ਨਿਕਲਦਾ। ਹੁਣ ਆਪਾਂ ਲਿਆ ਕੇ ਵੇਚਦੇ ਆ ਜੀ, ਕਿਸੇ ਦੇ ਨਿਆਣੇ ਨੂੰ ਦਿੰਨੇ ਆ, ਇਹ ਮਾੜੀ ਗੱਲ ਹੀ ਆ। ਹਾਂ ਬਿਲਕੁਲ ਜੀ, ਬਹੁਤ ਮਾੜੀ ਗੱਲ ਹੈ। ਇੰਨੀ ਡਰੱਗ ਫੜੀ ਆ, ਤੁਸੀਂ ਦੇਖੋ ਫਿਰ ਇਦਾਂ ਹੀ ਸਾਰਾ ਕੁਝ ਮਹਿੰਗਾ ਹੁੰਦਾ ਨਾ, ਫਿਰ ਆਪਾਂ ਦੂਜੇ ਵਾਲੇ ਵੇਖਦੇ ਯਾਰ ਕੱਲ ਆਇਆ ਸੀ ਬੜੇ ਬੜੇ ਵੱਡੇ ਘਰ ਲੈ ਲਿਆ। ਇਹ ਤਾਂ ਅਸਲਾ ਵੀ ਕਿਉਂ ਫੜ ਹੋਇਆ ਜੀ? ਅਸਲਾ ਫੜਿਆ ਗਿਆ 48 ਇਹਨਾਂ ਦੇ ਕੋਲੋਂ, ਫਾਇਰ ਆਰਮ ਫੜੇ ਗਿਆ 48 ਗੰਨਾਂ ਫੜੀਆਂ ਗਈਆਂ। ਇਹ ਜਾਨੀ ਬਈ ਜਿੱਦਾਂ AK-47 ਇਦਾਂ ਦੀਆਂ? ਹਾਂਜੀ ਹਾਂਜੀ ਹਾਂਜੀ, ਵੱਡੀਆਂ ਰਿਵਾਲਵਰ ਵੀ ਸਾਰਾ ਕੁਝ ਫੜੇਗਾ ਜੀ, ਅੱਡ ਅੱਡ ਤਰ੍ਹਾਂ ਦੇ 48 ਗੰਨਾਂ ਫੜੀਆਂ ਗਈਆਂ ਇਹਨਾਂ ਦੇ। ਅੱਛਾ ਜੀ, ਆ ਜਿਹੜਾ ਪਰਸ਼ੋਤਮ ਮੱਲੀ ਫੜ ਹੋਇਆ ਜੀ, ਇਹ ਇੰਡੀਆ 'ਚ ਦੇਖ ਲਓ ਆਪਣੇ ਇਹ 86 ਦੇ ਵਿੱਚ ਹੋਮਗਾਰਡ 'ਚ ਹੁੰਦਾ ਸੀ ਜੀ, ਤੇ ਫਿਰ ਇਹ ਕਲੱਬਾਂ ਨੇ ਇੱਧਰ ਕੱਢ ਲਿਆ ਜੀ, ਤੇ ਇੱਥੋਂ ਵੱਧਦੇ ਵੱਧਦੇ ਆ ਸਾਰਾ ਪ੍ਰਿਤਪਾਲ ਬਾਬਾ, ਜਾਨੀ ਜਿੰਨਿਆਂ ਦੇ ਮੈਂ ਨਾਂ ਲਏ ਆ ਜੀ, ਇਹ ਜਿੱਦਾਂ ਮੋਸਟ ਤੁਸੀਂ ਨਾਂ ਲਿਆ ਜੀ, ਇੱਕ ਕਬੱਡੀ ਦੇ ਵਿੱਚ ਇਨਵੋਲਵ ਆ ਜੀ। ਜੀ, ਮਹਾਨ ਹਸਤੀਆਂ ਜੀ ਸਾਰੀਆਂ, ਮਹਾਨ ਹਸਤੀਆਂ। ਓਕੇ ਭਾਜੀ, ਓਕੇ ਜੀ, ਓਕੇ ਜੀ, ਓਕੇ, ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ, ਉਸ ਤੋਂ ਬਾਅਦ ਆਪਣੇ ਪ੍ਰਾਊਡ ਸਪਾਂਸਰ ਜੁੜੇ ਜੀ, ਕਾਲ ਲੈ ਲਈਏ ਪਹਿਲਾਂ। ਤੇ ਹਾਂਜੀ 7380 ਸਵਾਗਤ ਆ ਜੀ। ਹਾਂਜੀ ਚੰਦੀਵੀਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਹੋਣਾ ਹੀ ਸੀ, ਇਹ ਤਾਂ ਗਾਹਾਂ ਦੇਖੋ ਵੀ ਹੁੰਦਾ ਕੀ ਆ, ਜੇ ਤਾਂ ਬੰਦੇ ਵੱਡੇ ਵੱਡੇ ਹੋਰ ਫੜ ਹੋਣੇ ਆ ਜੀ, 6 ਬੰਦੇ। ਅਜੇ ਦੇਖੋ ਗਾਹਾਂ ਹੁੰਦਾ ਕੀ ਆ। ਮੈਨੂੰ ਵੀ ਯਾਨੀ ਮਹੀਨਾ ਕੁ ਪਹਿਲਾਂ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਆਪਣੇ ਵੱਡੀ ਹਿੱਲ ਚਲ ਹੋ ਰਹੀ ਆ ਨਾ। ਅੱਛਾ ਜੀ। ਇਸ ਤਰ੍ਹਾਂ ਗਾਹਾਂ ਕਿਤੇ ਬੰਦੇ ਲੈਕ ਹੁੰਦੇ ਆ, ਕੋਈ ਆਪਾਂ ਉਹਦਾ ਤਾਂ ਨਹੀਂ ਆ ਪਤਾ ਲੱਗ ਸਕਦੇ। ਹਾਂਜੀ ਹਾਂਜੀ, ਇਹ ਜਿਹੜੇ ਕਬੱਡੀ ਦੇ ਵਿੱਚ ਪੈਸਾ ਵੀ ਜਿਹੜਾ ਪਲੇਅਰਾਂ ਨੂੰ ਇੰਨਾ ਦਿੱਤਾ ਗਿਆ, ਉਹ ਕਿਤੇ ਮੇਰੇ ਤੇਰੇ ਵਰਗੇ ਥੋੜੇ ਬਾਪ ਆਪਣੇ ਦੇ ਦੇਣਗੇ। ਮੈਂ ਕਲੱਬ ਦੇ ਨਾਲ ਜੁੜ ਕੇ ਰਿਹਾ ਜੀ, ਆਪਾਂ ਤਾਂ ਸਾਰੇ ਪੈਸੇ ਇਕੱਠੇ ਕਰਨੇ, ਕਿਤੋਂ 100, ਕਿਤੋਂ 50, ਕਿਤੋਂ ਕਿੰਨਾ ਜੀ, ਅਸੀਂ ਇੱਕ ਕਰਕੇ ਕਰਦੇ ਰਹੇ ਹਾਂ ਕਲੱਬਾਂ ਦੇ ਵਿੱਚ। ਇਹ ਤਾਂ ਹੁਣ ਦੇਖੋ, ਹੁਣ ਇਹਨਾਂ ਨੂੰ ਸ਼ਰਮ ਕਿੰਨੀ ਹੈ। ਦੇਖੋ ਬੀਬੀ ਦਾ ਨਾਮ ਪ੍ਰਭ ਸਿਮਰਨ ਕੌਰ, ਬਿਲਕੁਲ ਜੀ। ਇੱਕ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਜਵਾਕ ਜੰਮਦਾ ਮੁੰਡਾ ਜਾਂ ਕੁੜੀ ਜੀ, ਨਾਮ ਇਹੋ ਜਿਹਾ ਰੱਖਣਾ ਵੀ ਜਿਵੇਂ ਕਹਿਣਗੇ ਵੀ ਹੁਣ ਪ੍ਰਧਾਨ ਮੰਤਰੀ ਇਹਨੇ ਬਣਨਾ ਤੋਂ ਬਾਅਦ ਦੇ ਵਿੱਚ। ਬਿਲਕੁਲ ਜੀ, ਨਾਵਾਂ ਨਾਲ ਕੋਈ ਫਰਕ ਨਹੀਂ ਪੈਣਾ। ਜੇ ਆਪਾਂ ਪੁਰਾਣੇ ਦੇਖਦੇ ਹਾਂ ਯੋਧਿਆਂ ਦੇ ਨਾਮ, ਜੱਗਾ ਸਿੰਘ, ਫੂਲਾ ਸਿੰਘ ਜੀ, ਰਾਈਟ, ਇਹ ਕੰਮ ਬਹੁਤ ਵਧੀਆ ਹੋਇਆ। ਇਹ ਕਹਾਂ ਸਟਾਪ, ਕਿਉਂਕਿ ਇੰਡੀਆ ਦੇ ਨਾਲ ਵੀ ਇਹਦੀਆਂ ਜੜਾਂ ਸੀਗੀਆਂ ਪਹਿਲਾਂ ਤੋਂ। ਹਾਂਜੀ ਹਾਂਜੀ, ਕੈਨੇਡਾ, ਅਮਰੀਕਾ, ਇੰਡੀਆ ਮਈ 2020 ਤੋਂ ਜੀ ਕਰ ਰਹੇ ਦੀ ਚੱਲ ਰਿਹਾ ਸਰਚ ਆਪਰੇਸ਼ਨ। ਜਿਹੜਾ ਆਪਣੇ ਅੰਮ੍ਰਿਤਸਰ 에ਅਰਪੋਰਟ ਬੰਦ ਹੋਇਆ ਨਾ ਪਹਿਲਾਂ, ਉੱਥੋਂ ਹੀ ਸਾਰੀ ਆਪਣੇ ਤੁਰਦੀ ਸੀ ਇੱਧਰ ਨੂੰ। ਜੀ ਜੀ ਜੀ, ਕਿਉਂਕਿ ਉਦੋਂ ਜਿਹੜੇ ਬੰਦੇ ਕਰਦੇ ਸੀ ਉਹਨਾਂ ਦੇ ਹੱਥ ਦੀ ਪਾਵਰ ਸੀ, ਉਹਨਾਂ ਦੀ ਸਿਕਿਉਰਿਟੀ ਸੀ, ਉਹਨਾਂ ਕੋਲ ਪੁੱਛਦਾ ਹੀ ਨਹੀਂ ਸੀ, ਉੱਥੋਂ ਜਾ ਚੜ੍ਹਦੀ ਸੀ ਟਰੱਕ। ਬਿਲਕੁਲ ਜੀ, ਤੇ ਵਧੀਆ ਬਹੁਤ ਕੰਮ ਹੋਇਆ। ਹੁਣ ਆਪਣੇ ਬੰਦੇ ਕਹੀ ਅਜੇ ਵੀ ਬਹੁਤ ਫੁਕਰੇ ਲੋਕ ਨੇ, ਜਦੋਂ ਇਹਨਾਂ ਨੇ ਬਾਹਰ ਜ਼ਮਾਨਤਾਂ ਦੇ ਬਾਹਰ ਨਿਕਲ ਕੇ ਆਉਣਾ, ਉਹਨਾਂ ਦੇ ਨਾਲ ਚੌੜੇ ਹੋ ਕੇ ਬੈਠਣਗੇ ਵੀ ਇਹ ਬੰਦਾ ਅੰਦਰ ਜਾ ਕੇ ਆਇਆ। ਬਿਲਕੁਲ ਜੀ, ਬਿਲਕੁਲ। ਵੀ ਇਹਨੇ ਦੁੱਖੀ ਦੀ ਰਾਹਤ ਨਹੀਂ ਕੀ, ਇਹ ਬੰਦਿਆਂ ਦੀ ਸ਼ਰਮ, ਬੰਦਿਆਂ ਦੇ ਕੋਲ ਹੈ ਨਹੀਂ ਨਾਲ ਦੀ ਚੀਜ਼ਾਂ, ਡਰੱਗ ਵੇਚ ਕੇ। ਹੁਣ ਜੇ ਆਪਾਂ ਘਰੇ ਪੈਸਾ ਆਪਣੇ ਜਾਲੇ ਜਾ ਰਿਹਾ, ਕੰਮ ਆਪਾਂ ਕਰ ਨਹੀਂ ਰਹੇ, ਆਪਣੇ ਮਾਂ ਪਿਓ ਜਾਂ ਆਪਣੀ ਜਨਾਨੀ ਨੂੰ ਪਤਾ ਨਹੀਂ ਕੀ ਹੋ ਰਿਹਾ। ਬਿਲਕੁਲ ਜੀ, ਸਭ ਕੁਝ ਪਤਾ ਹੁੰਦਾ। ਲੋਕ ਨੇ ਕਹਿੰਦੇ ਮੈਂ ਕੀ ਲੈਣਾ, ਜਦੋਂ ਮੈਂ ਤਾਂ ਆਪਣੇ ਟੌਪ ਦੀਆਂ ਮਰਸੀਡੀਆਂ ਕਾਰਾਂ ਦੇ ਵਿੱਚ ਘੁੰਮਣਾ ਜੀ, ਉਹ ਵੀ ਫਿਰ ਚੁੱਪ ਕਰ ਜਾਂਦੀਆਂ ਨੇ। ਬਿਲਕੁਲ ਬਿਲਕੁਲ। ਕੋਈ ਵੀ ਬੰਦਾ, ਜਿਹੜੇ ਬੰਦੇ ਨੇ ਕਾਰੋਬਾਰ, ਮੈਂ ਪੁਰਾਣਾ ਟਰੱਕਿੰਗ ਦੇ ਵਿੱਚ ਆ, ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਜੀ। ਬਹੁਤ ਬੰਦੇ ਨੇ ਕੰਪਨੀਆਂ ਖੋਲੀਆਂ ਨੇ ਟਰੱਕਾਂ ਦੀਆਂ, ਬੰਦ ਵੀ ਹੋ ਗਈਆਂ ਨੇ, ਆਪ ਵੀ ਟਰੱਕ ਚਲਾਉਣ ਲੱਗੇ ਨੇ। ਪਰ ਜਿਹੜੇ ਬੰਦੇ ਨੇ ਦੂਜਾ ਕੰਮ ਕੀਤਾ ਉਹ ਆਪਣੇ ਬੈਠੇ ਨੇ, ਅਸੀਂ ਤਾਂ ਬੈਠੇ ਨੇ HP ਵੀ, ਅਸੀਂ ਸਾਨੂੰ ਤਾਂ ਹੱਥ ਪਾਇਆ ਨਹੀਂ, ਸਾਡਾ ਕੁਛ ਨਹੀਂ ਸਾਡਾ ਹੋਣਾ। ਆਉਣੀ ਵਾਰੀ ਐਂਡ ਦੇ ਵਿੱਚ ਉਹਨਾਂ ਦੀ ਆ, ਫਿਰ ਲੋਕਾਂ ਨੇ ਕਹਿਣਾ ਹੈ ਆਹ ਤਾਂ ਕਦੇ ਸੁਣਿਆ ਹੀ ਨਹੀਂ ਸੀ ਨਾ। ਬਿਲਕੁਲ ਜੀ, ਅਜੇ ਕਈਆਂ ਦੇ ਨਾਲ ਦੇਖੋ ਜੀ ਕਹਾਂ ਪੜਦਾ ਕੀ ਹੈ ਜੀ। ਧੰਨਵਾਦ ਵੀਰੇ। ਧੰਨਵਾਦ ਜੀ, ਧੰਨਵਾਦ ਵੀਰ ਜੀ। ਬਿਲਕੁਲ ਜੀ, ਆਪਣੇ ਨਾਲ ਆਪਣੇ ਪ੍ਰਾਊਡ ਸਪਾਂਸਰ ਜੁੜੇ ਆ ਜੀ। ਓਮਾ ਫੋਨ ਸਰਵਿਸ ਤੋਂ 60 ਕੰਟਰੀਆਂ ਨੂੰ ਤੁਸੀਂ ਫੋਨ ਕਰਨਾ ਬਿਲਕੁਲ ਫ੍ਰੀ ਹੈ ਜੀ, ਜਦੋਂ ਮਰਜ਼ੀ ਕਰ ਸਕਦੇ ਹੋ। ਤਾਂ ਆਪਣੇ 3 ਸੈੱਲ ਫੋਨਾਂ ਦੇ ਉੱਤੇ ਵੀ ਇਹ ਐਪ ਡਾਊਨਲੋਡ ਕਰ ਸਕਦੇ ਹੋ। $14.28, ਕੋਈ ਮੰਥਲੀ ਫੀਸ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਕੱਖ ਨਹੀਂ। ਬਾਕੀ ਆਪਣੇ ਨਾਲ ਪ੍ਰਿਆ ਜੀ ਹੁਣੀ ਜੁੜ ਗਏ ਜੀ, ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ। ਪ੍ਰਿਆ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਅਪਡੇਟ ਲੈ ਕੇ ਆਏ ਹੋ ਜੀ? ਹਾਂਜੀ ਸਰ, ਜਿਹੜੀ ਉਮਾਟੈਲੋ ਹੈਗੀ ਆ, ਇਹ VoIP ਸਰਵਿਸ ਆ, ਤੇ ਇਹਦੇ ਵਿੱਚ ਅਸੀਂ 60 ਕੰਟਰੀਜ਼ ਦੇ ਵਿੱਚ ਅਨਲਿਮਿਟਿਡ ਕਾਲ ਕਰ ਸਕਦੇ ਹਾਂ। ਜਿੱਦਾਂ ਇਹਦੇ ਵਿੱਚ ਸਾਡੇ ਕੋਲ ਇੰਡੀਆ, UK, US, ਕੈਨੇਡਾ, ਇਹਦਾ ਟੋਟਲ 60 ਕੰਟਰੀ ਆ। ਤੇ ਮੰਥਲੀ ਚਾਰਜ ਦਾ ਤੁਸੀਂ ਦੱਸਦੇ ਆ $14.28 ਪਲੱਸ ਟੈਕਸ ਹੁੰਦਾ ਆ। ਤੇ ਇਹਦਾ ਕੋਈ ਕੰਟਰੈਕਟ ਨਹੀਂ ਹੈਗਾ, ਕੋਈ ਕੈਂਸਲੇਸ਼ਨ ਚਾਰजेस ਨਹੀਂ ਹੈਗੇ। ਤੁਸੀਂ ਜਿੱਦਾਂ ਮਰਜ਼ੀ ਅਨਲਿਮਿਟਿਡ ਕਾਲ ਕਰ ਸਕਦੇ ਆ, ਤੁਹਾਨੂੰ ਕੋਈ ਇੰਟਰਪਸ਼ਨ ਨਹੀਂ ਆਉਂਦੀ ਕਾਲ ਦੇ ਵਿੱਚ ਜੀ। ਹਾਂਜੀ, ਤੇ ਕਿੱਥੇ ਕਿੱਥੇ ਲੈ ਸਕਦੇ ਜੀ ਆਪਾਂ, ਜਿੱਦਾਂ ਕੱਲੇ GTA ਦੇ ਵਿੱਚ ਕਿ ਕੈਨੇਡਾ 'ਚ ਕਿਤੇ ਵੀ? ਜਿੱਦਾਂ ਮੰਨ ਲਓ ਕੈਨੇਡਾ 'ਚ ਤੁਸੀਂ ਕਿਤੇ ਵੀ, ਵੈਂਕੂਵਰ, ਕੈਲਗਰੀ, ਮੌਂਟਰੀਅਲ, ਇਧਰ ਓਨਟਾਰੀਓ, ਕਿਤੇ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਆਪਾਂ ਡਿਵਾਈਸ ਜਿਹੜੇ ਉਹ ਸ਼ਿਪ ਵੀ ਕਰਵਾ ਦਿੰਦੇ ਆ ਇੱਥੋਂ ਦੀ। ਪ੍ਰਿਆ ਜੀ, ਨਾਲ ਹੀ ਤੁਹਾਡਾ ਮੈਸੇਜ ਵੀ ਆ ਗਿਆ ਜੀ ਵੀਰ ਦਾ, ਕਹਿੰਦੇ ਜੀ ਇਹ ਸਰਵਿਸ ਬਹੁਤ ਵਧੀਆ। ਉਹ ਕਹਿੰਦੇ ਮੈਂ ਵੀ ਲਈ ਹੋਈ ਆ। ਹਾਂਜੀ, ਹਰਜਿੰਦਰ ਸਿੰਘ ਧਨੋਵਾ।
ਉਹ ਕਹਿੰਦੇ ਜੀ ਗੁੱਡ ਫੋਨ ਸਰਵਿਸ ਆਈ ਹੈਵ ਅ ਲਾਸਟ 2 ਈਅਰ, ਕਹਿੰਦੇ 2 ਸਾਲ ਤੋਂ ਅਸੀਂ ਵਰਤ ਰਹੇ ਹਾਂ, ਬਹੁਤ ਵਧੀਆ ਸਰਵਿਸ ਹੈ ਜੀ ਇਹਨਾਂ ਦੀ। ਤੁਹਾਡਾ ਨਾਮ ਵੀ ਲਿਖਿਆ ਉਹਨਾਂ ਨੇ। ਹਾਂਜੀ ਸਰ, ਇਹ ਸਰਵਿਸ ਨਾ ਬਹੁਤ ਲਾਈਕ 8 ਤੋਂ 9 ਸਾਲ ਪੁਰਾਣੀ ਹੈਗੀ ਆ। ਸਾਡੇ ਕਈ ਕਸਟਮਰ ਆ ਜਿਹੜੇ ਕਿ ਮਤਲਬ ਬਹੁਤ ਪੁਰਾਣੇ ਆ ਤੇ ਉਹ ਬਹੁਤ ਜ਼ਿਆਦਾ ਹੈਪੀ ਆ ਸਰਵਿਸ ਤੋਂ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਨੂੰ ਮੇਨ ਲੌਂਗ ਡਿਸਟੈਂਸ ਕਾਲਿੰਗ ਚਾਹੀਦੀ ਹੁੰਦੀ ਤੇ ਕਾਲ ਦੇ ਵਿੱਚ ਕੋਈ ਇੰਟਰਪਸ਼ਨ ਨਾ ਆਵੇ ਤੇ ਉਹ ਆਰਾਮ ਨਾਲ ਕਾਲ ਕਰ ਸਕਦੇ ਆ। ਹਾਂਜੀ ਬਿਲਕੁਲ ਜੀ। ਮੰਨ ਲਓ ਜੇ ਕੋਈ ਮੌਂਟਰੀਅਲ ਤੋਂ ਆਰਡਰ ਕਰਦਾ ਜਾਂ ਵੈਨਕੂਵਰ ਤੋਂ, ਐਡਮਿੰਟਨ ਤੋਂ, ਕੈਲਗਰੀ ਤੋਂ, ਤੁਸੀਂ ਸ਼ਿਪ ਕਰ ਦਿੰਦੇ ਹੋ ਤੇ ਈਜ਼ੀ ਹੈ ਜੀ ਇੰਸਟਾਲ ਕਰਨਾ, ਕੋਈ ਪ੍ਰੋਬਲਮ ਤਾਂ ਨਹੀਂ? ਨਾ ਸਰ ਕੋਈ ਨਹੀਂ, ਅਸੀਂ ਇੱਥੋਂ ਦੀ ਈਵਨ ਐਕਟੀਵੇਟ ਕਰਕੇ ਭੇਜਦੇ ਹਾਂ ਤੇ ਉਹਨਾਂ ਨੇ ਜਸਟ ਵਾਇਰ ਪਲੱਗ ਇਨ ਕਰਨੀ ਹੁੰਦੀ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ ਤੇ ਆਪਾਂ ਦਾ ਬਾਕਸ ਉਹਨਾਂ ਨੇ ਇਨਫੋਰਮੇਸ਼ਨ ਦੇ ਕੇ ਤੇ ਅਸੀਂ ਉਹਨਾਂ ਨੂੰ ਸ਼ਿਪ ਕਰਾ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ ਬਿਲਕੁਲ ਜੀ। ਕਾਲ ਕਰਨੀ ਨੰਬਰ ਦੇ ਦਿਓ ਜੀ 647। ਹਾਂਜੀ 6476494000। ਮੈਨੂੰ 12 ਵਜੇ ਤੋਂ 7 ਵਜੇ ਦੇ ਵਿੱਚ ਜਦੋਂ ਮਰਜ਼ੀ ਕਾਲ ਕਰ ਸਕਦੇ ਆ। 7 ਦਿਨ ਖੁੱਲੇ ਆ ਜੀ? ਹਾਂਜੀ ਤੁਸੀਂ 7 ਦਿਨ ਮੈਨੂੰ ਕਾਲ ਕਰ ਸਕਦੇ ਜੀ। 647 649 4000 ਤੇ ਕਾਲ ਕਰ ਸਕਦੇ ਹੋ। ਪ੍ਰਿਆ ਜੀ ਉਹਨਾਂ ਨੂੰ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਹਾਂਜੀ ਜੀ ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਹੁਤ ਵਧੀਆ ਖਬਰ ਜੀ, ਆਪਣਾ ਕਮਿਊਨਿਟੀ ਦਾ ਨਾਂ ਚੰਗਾ ਮਹਾਨ ਕਰਤਾ ਯੋਧਿਆਂ ਨੇ, ਪੂਰਾ ਰੋਸ਼ਨ ਕੀਤਾ ਜੀ, ਪੂਰੇ ਯੋਧੇ। ਹਾਂਜੀ ਹਾਂਜੀ ਹਾਂਜੀ। ਇਹ ਮੇਰਾ ਖਿਆਲ ਮੇਰੇ ਤਾਂ ਕਿਸਾਨੀ ਸੰਘਰਸ਼ ਨਾਲੋਂ ਵੀ ਜ਼ਿਆਦਾ ਕਰ ਰਹੇ ਆ। ਹਾਂਜੀ ਹਾਂ, ਜਿੱਦਾਂ ਉੱਥੇ ਵੀ ਉਹ ਗੌਰਮੈਂਟਾਂ ਤੋਂ ਬਚ ਕੇ ਸਾਰਾ ਕੰਮ ਕਰਦੇ ਆ, ਕੋਈ ਬਲੇਮ ਵੀ ਨਾ ਆਵੇ, ਇਹ ਵੀ ਬਹੁਤ ਬਚਦੇ ਆ ਜੀ। ਤੇ ਗੌਰਮੈਂਟਾਂ ਘਮਾਈਆਂ ਪਈਆਂ ਇਹਨਾਂ ਨੇ। ਜੀ ਜੀ ਬਿਲਕੁਲ ਜੀ ਬਿਲਕੁਲ। ਤੇ ਜ਼ਿਆਦਾਤਰ ਕਸੂਰ ਤਾਂ ਗੌਰਮੈਂਟ ਦਾ ਹੈ ਜੀ, ਇਹਦੇ ਵਿੱਚ ਇਹਨਾਂ ਦਾ ਉਹਨਾਂ ਕਸੂਰ ਹੈ ਨਹੀਂ ਜੀ। ਇੱਕ ਤਾਂ ਡਰੱਗ ਬਾਰਡਰ ਤੋਂ ਲੰਘਦਾ ਕਿੱਦਾਂ ਆ, ਉੱਥੇ ਪਾਬੰਦੀ, ਜੇ ਉੱਥੇ ਪੂਰੀ ਪੈਰਵਾਈ ਰੱਖਣ ਤੇ ਇੱਥੇ ਜਿਹੜੇ ਲਾਸਟ ਪਿਛਲੇ ਸਾਲ ਮਈ ਤੋਂ ਲੱਗੇ ਹੋ ਇਹਨਾਂ ਦੇ ਮਗਰ, ਉਹ ਲੱਗਣ ਦੀ ਲੋੜ ਨਹੀਂ। ਇੰਨੀ ਇਨਕੁਆਰੀ ਉੱਥੇ ਹੋਵੇ, ਬਾਰਡਰ ਇੰਨੇ ਚੁਕੱਸੇ ਬੰਦੇ ਇੰਨੇ ਚੁਕੰਨੇ ਹੋਣ, ਉੱਥੋਂ ਚਿੜੀ ਵੀ ਨਾ ਲੰਘ ਸਕੇ ਬਗੈਰ ਚੈੱਕ ਕੀਤੇ ਤੋਂ। ਫਿਰ ਤੇ ਡਰੱਗ ਵਿਕੇ ਨਹੀਂ ਸਕਦਾ, ਨਾ ਲੋਕ ਮੰਜਿਆਂ ਤੇ ਪੈ ਸਕਦੇ ਆ। ਕਿੰਨੀਆਂ ਮੌਤਾਂ ਕੈਨੇਡਾ ਦੇ ਵਿੱਚ ਜਿਹੜੀਆਂ ਕਿਸੇ ਨੂੰ ਪਤਾ ਨਹੀਂ ਕਿੰਨੀਆਂ ਹੋ ਜਾਂਦੀਆਂ। ਅਸੀਂ ਕਹਿੰਦੇ ਇੰਡੀਆ 'ਚ ਡਰੱਗ ਆ, ਇੰਡੀਆ ਨਾਲੋਂ ਜ਼ਿਆਦਾ ਇੱਥੇ ਆ। ਹਾਈ ਸਕੂਲ ਡਰੋਪ ਆਊਟ ਰੇਟ ਬਹੁਤ ਹੋ ਗਿਆ, ਹਾਈ ਸਕੂਲਾਂ 'ਚ ਡਰੱਗ ਵਿਕਦਾ। ਪੂਰੀ ਬਰਬਾਦੀ ਇਹਨੇ ਕੀਤੀ ਉਹ ਆ, ਨਵੀਂ ਜਨਰੇਸ਼ਨ ਦੀ ਵੀ, ਦੂਸਰੇ ਪਾਸੇ ਘਰਾਂ ਦੀ ਮਾਰਕੀਟ ਜੀ। ਇਹਨਾਂ ਨੂੰ ਘਰ 10 ਮਿਲੀਅਨ ਦਾ ਵੀ ਹੋਵੇ, ਇਹਨਾਂ ਨੂੰ ਕੀ ਮਹਿੰਗਾ ਹੈ। ਬਿਲਕੁਲ ਜੀ। ਇੱਕ ਸਟਰੀਟ ਦੇ ਇੱਕ ਘਰ ਜੇ ਵਿਕ ਗਿਆ 10 ਮਿਲੀਅਨ ਦਾ, ਤਾਂ ਪੂਰੀ ਸਟਰੀਟ ਟੁੱਟੇ ਉਹ ਘਰ ਵੀ 10 ਮਿਲੀਅਨ ਦੇ ਵਿਕੜੇ ਆ। ਉਹਨੇ ਕਹਿਣਾ ਆ ਇੰਨੇ ਦਾ ਵਿਕਿਆ, ਮਾਰਕੀਟ ਵੈਲਿਊ ਇੰਨੀ ਆ। ਘਰਾਂ ਦੀ ਕੋਈ ਮਾਰਕੀਟ ਵੈਲਿਊ ਨਹੀਂ, ਸਿਰਫ ਇਹਨਾਂ ਲੋਕਾਂ ਨੇ ਘਰਾਂ ਦੀ ਮਾਰਕੀਟ ਵੈਲਿਊ ਚੱਕੀ ਹੋਆ, ਕਿਉਂਕਿ ਇਹ ਖਰੀਦਦੇ ਆ। ਜੇ ਏਦਾਂ ਦੇ ਲੋਕ ਫੜੇ ਜਾਣ, ਕੋਈ ਇੰਨੇ ਪੈਸੇ ਖਰਚ ਕੇ ਨਾ ਖਰੀਦੇ, ਘਰਾਂ ਦੀ ਕੀਮਤ ਆਪੇ ਥੱਲੇ ਹੋ ਜਾਣੀਆਂ। ਉਹੀ 2-4 ਲੱਕੜੀਆਂ ਲੱਗੀਆਂ, 2-4 ਇੱਟਾਂ ਲੱਗੀਆਂ ਹੁੰਦੀਆਂ, ਕੱਖਾ ਕਰਨ ਵਾਲਾ ਘਰ ਵਾ। ਮੈਂ ਕਹਿੰਦਾ ਲੋਕ ਕਾਹਦੇ ਵਾਸਤੇ $1 ਮਿਲੀਅਨ ਖਰੀਦੇ। ਇੱਕ ਮਾੜਾ ਜਿਹਾ ਕਿਤੇ ਚੰਗਾਣਾ ਲੱਗ ਜਾਵੇ, ਸਭ ਕੁਝ ਸਵਾਹ ਹੋ ਜਾਂਦੀ ਆ। 10 ਮਿਲੀਅਨ ਗਿਆ, ਫਿਰ ਸਾਰੀ ਉਮਰ ਉਹਦੀਆਂ ਕਿਸ਼ਤਾਂ ਭਰੋ, ਇੰਸ਼ੋਰੈਂਸ ਕਰਾਓ। ਕੁਛ ਮਾੜਾ ਮੋਟਾ ਖਰੀਦਣੇ ਵਾਲਿਆਂ ਨੂੰ ਵੀ ਸਬਰ ਚਾਹੀਦਾ, ਇਹਨਾਂ ਨੂੰ ਵੀ ਚਾਹੀਦਾ। ਜੇ ਤਾਂ ਹੁਣ ਇਹ ਬੰਦਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋ ਜਾਂਦੀਆਂ, ਕੈਨੇਡਾ ਤੋਂ ਇਹਨਾਂ ਨੂੰ ਆਊਟ ਕਰਦੇ ਆ, ਸਾਰੇ ਕੱਪੜੇ ਲਾਹ ਕੇ, ਜਿੱਦਾਂ ਉੱਥੇ ਉਹ BJP ਦੇ ਬੰਦੇ ਦੇ ਲਾਏ ਨੇ, ਉਹਨਾਂ ਨੇ MLA ਦੇ ਇਹ ਲੀਡਰ ਦੇ ਕੱਪੜੇ ਇਸ ਤਰ੍ਹਾਂ ਲਾ ਕੇ ਇੱਥੋਂ ਕੱਢੇ ਜਾਣ, ਤੇ ਫੇਰ ਗਾਹਾਂ ਵਾਸਤੇ ਕੋਈ ਡਰੱਗ ਵੇਚਣ ਦਾ ਨਾਂ ਨਹੀਂ ਲਊਗਾ। ਤੇ ਜਿੰਨਾ ਚਿਰ ਇਹਨਾਂ ਨੂੰ ਫੜਨ ਨੂੰ ਲੱਗਾ ਨਾ 1 ਸਾਲ, ਇੰਨਾ ਚਿਰ ਇਹਨਾਂ ਨੂੰ ਛੁੱਟਣ ਨੂੰ ਨਹੀਂ ਲੱਗਣਾ। ਕਿਉਂਕਿ ਇਹਦੇ ਕੋਲ ਵਕੀਲ ਵੀ ਏਦਾਂ ਦੀ ਮਿਲੀਅਨ ਡਾਲਰ ਵਾਲੇ ਵਕੀਲ, ਜਿਹੜਾ ਕੈਨੇਡਾ 'ਚ ਸਭ ਤੋਂ ਵਧੀਆ ਤੇ ਮਹਿੰਗਾ ਵਕੀਲ ਆ, ਉਹ ਇਹਨਾਂ ਨੇ ਕਰਨਾ। ਕਿ ਵਕੀਲ ਨੇ ਕੀ ਕਰਨਾ, ਕਾਨੂੰਨ ਨੂੰ ਪੁੱਠਾ ਕਰਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ। ਡਰੱਗ ਤਾਂ ਇਹਨਾਂ ਨੇ ਵੇਚਿਆ, ਸਾਰਿਆਂ ਨੂੰ ਪਤਾ, ਪਰ ਵਕੀਲ ਨੇ ਫਿਰ ਆ ਦੇਣੀ ਆ ਕਿ ਇਹਨਾਂ ਨੇ ਨਹੀਂ ਵੇਚਿਆ। ਕਾਨੂੰਨ ਨੂੰ ਅੰਨਾ ਬਣਾਉਣਾ ਵਕੀਲਾਂ ਨੇ। ਉਹ ਜਿਹੜੇ ਇਹੋ ਜਿਹੇ ਬੰਦਿਆਂ ਦੇ ਵਕੀਲ ਆ, ਉਹਨਾਂ ਨੂੰ ਵੀ 5-4 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ। ਕਿਉਂਕਿ ਝੂਠੇ ਫੇਕ ਬੰਦੇ ਦੀ ਜਿਹੜਾ ਵਕਾਲਤ ਕਰਦਾ ਆ, ਉਹ ਵਕੀਲ ਵੀ ਸਜ਼ਾ ਦਾ ਹੱਕਦਾਰ ਵਾ। ਫੇਰ ਤਾਂ ਕੁਛ ਬਣ ਜਾਊ। ਜੇ ਹੁਣ ਇਹਨਾਂ ਨੇ ਅਗਲੇ ਮਹੀਨੇ ਇੱਥੇ ਬਾਹਰ ਆ ਇਹਨਾਂ ਸਾਰਿਆਂ ਨੇ, ਬਲਕਿ ਤਾਂ ਹਫ਼ਤਾ ਨਹੀਂ ਲੱਗਣਾ। ਗੌਰਮੈਂਟ ਕਹਿੰਦੀ ਸਾਡੇ ਕੋਲ ਜਗ੍ਹਾ ਹੈ ਨਹੀਂ। ਇੱਕ ਮੇਰੇ ਨਾਲ ਬੀਤੀ ਉਹ ਗੱਲ ਸੁਣਾਉਣਾ ਜੀ ਤੁਹਾਨੂੰ ਮੈਂ। ਇੱਕ ਲੇਡੀ ਸੀਗੀ ਜਰਾੜ ਸਟਰੀਟ ਦੇ ਉੱਤੇ, ਪਹਿਲਾਂ ਜਾਈਦਾ ਸੀ ਗਰੋਸਰੀ ਲੈਣ। ਉਹ ਕਿਸੇ ਹੈਂਡੀਕੈਪ ਦੀ ਗੱਡੀ ਦੇ ਮਗਰ ਕਾਰ ਮਾਰ ਕੇ ਤੇ ਭੱਜ ਗਏ। ਉਹ ਨਾਲ 2 ਨਿਆਣੇ ਸੀ, 2 ਨਿਆਣੇ ਭੱਜ ਗਏ। ਅਸੀਂ ਉਹਨਾਂ ਨੂੰ ਜਲਦੀ ਦੇਖ ਲਿਆ, ਪੁਲਿਸ ਆਉਣ ਤੱਕ ਖੜੇ ਰਹਿ ਕੇ, ਉਹ ਹੈਲੀਕਾਪਟਰ ਵਿਚਾਰਾ ਨਿਕਲ ਨਹੀਂ ਸਕਦਾ। ਅਸੀਂ ਫੋਨ ਕੀਤਾ, ਜਦੋਂ ਪੁਲਿਸਮੈਨ ਆਇਆ, ਅਸੀਂ ਕਿਹਾ 2 ਉਹਨਾਂ ਲੜਕੇ ਸੀਗੇ, ਛੋਟੇ ਬੱਚੇ, ਇੱਕ 5 ਸਾਲ ਦਾ, ਇੱਕ 7 ਸਾਲ ਦਾ।
ਏਦਾਂ ਦੇ ਉਹਨਾਂ ਦੇ ਬਾਸ ਸੀ, ਇਸ ਗਲੀ ਵਿੱਚੋਂ ਗਈ ਆ ਵੀ ਇੱਥੇ ਉਹਨੇ ਬੁੱਕ ਡ੍ਰੌਪ ਕੀਤੀ ਲਾਇਬ੍ਰੇਰੀ 'ਚ, ਸਟਾਰਟ ਕਰਨੀ ਲੱਗੀ ਨੇ ਰਿਵਰਸ ਕੇ ਤੇ ਪਾਉਣ ਦੀ ਬਜਾਏ ਫਾਰਵਰਡ ਪਾ ਕੇ ਉਹਦੇ ਮੂਹਰੇ ਠੋਕ ਦਿੱਤੀ ਉਹਨੇ ਮਗਲੇ ਪਾਸੇ। ਉਹ ਵਿਚਾਰਾ ਹਾਏ ਹਾਏ ਕਰਦਾ ਰਿਹਾ, ਅੰਦਰ ਤਾਂ ਹਿੱਲਿਆ ਨਹੀਂ। ਉਹ ਕਹਿੰਦੇ ਤੁਸੀਂ ਫੜ ਲਿਆ ਨਹੀਂ। ਮੈਂ ਕਿਹਾ ਫੜੀ ਇਸ ਕਰਕੇ ਨਹੀਂ, ਕੱਲ ਨੂੰ ਇੱਥੇ ਮੇਰੇ ਤੇ ਦੋਸ਼ ਲਾ ਦੇਣਾ ਸੀ ਕਿਉਂਕਿ ਇਹ ਲੜਕੀ ਆ, ਕੁਛ ਵੀ ਕਹਿ ਸਕਦੀ ਮੈਨੂੰ ਇੱਥੇ ਹੱਥ ਲਾਇਆ ਇੱਥੇ ਹੱਥ ਲਾਇਆ, ਮੈਂ ਫੜੀ ਨਹੀਂ ਗਈ ਇੱਧਰ ਨੂੰ ਆ, ਇਹ ਤੁਹਾਡਾ ਕੰਮ ਨੂੰ ਜਾ ਕੇ ਫੜੋ, ਮੈਂ ਇੱਥੇ ਖੜਾ ਆ। ਉਹ ਤੋਂ ਬਾਅਦ ਜੀ ਤਰੀਕ ਪਈ 3 ਮਹੀਨੇ ਬਾਅਦ ਅਸੀਂ ਭੁਗਤਣ ਗਏ, ਉਹਨੂੰ ਸਾਫ਼ ਛੱਡ ਦਿੱਤਾ ਉਹਨਾਂ ਨੇ ਵਾਰਨਿੰਗ ਦੇ ਕੇ। ਮੈਂ ਉੱਥੇ ਗਿਆ, ਇੱਕ ਦਿਹਾੜੀ ਕੰਮ ਤੋਂ ਭੱਜੀ ਮੇਰੀ ਤੇ $18 ਮੈਂ ਉੱਥੇ ਪਾਰਕਾਂ ਦੇ ਉੱਤੇ ਡਾਊਨਟਾਊਨ ਉਹਦੀ ਤਰੀਕ ਪਈ ਆ ਤੇ ਉਹ ਮੈਨੂੰ ਸਜ਼ਾ ਹੋਈ, ਉਹਨੂੰ ਛੱਡਦਾ। ਮੈਂ ਕਿਹਾ ਇਹਨੂੰ ਛੱਡ ਕੇ, ਜਦੋਂ ਇਹਨੂੰ ਤੁਸੀਂ ਘਰੋਂ ਫੜਿਆ ਸੀਗਾ ਉਸ ਲਈ ਵੀ ਇਹਨੂੰ ਤੁਸੀਂ ਘਰ ਭੇਜਦਾ ਜ਼ਮਾਨਤ ਕਰਕੇ। ਕਹਿੰਦੇ ਕਿਉਂਕਿ ਸਾਡੇ ਕੋਲ ਜੇਲ੍ਹਾਂ ਵਿੱਚ ਜਗ੍ਹਾ ਹੈ ਨਹੀਂ, ਇਸ ਕਰਕੇ ਇਹਨੂੰ ਅਸੀਂ ਘਰ ਭੇਜ ਦਿੱਤਾ। ਆਹ ਦਾ ਕਾਨੂੰਨ ਕਰਦਾ ਜੇਲ੍ਹ 'ਚ ਜਗ੍ਹਾ ਨਹੀਂ, ਉਹਨੂੰ ਵਾਰਨਿੰਗ ਦੇਤੀ ਤੂੰ ਮੁੜ ਕੇ ਇਸ ਤੇ ਜਰਾਰ ਸਟਰੀਟ ਤੇ 2 ਮਹੀਨੇ ਵਾਸਤੇ ਨਹੀਂ ਆਉਣਾ। ਆ ਕੋਈ ਸਜ਼ਾ ਆ। ਇਸ ਕਰਕੇ ਲੋਕ ਗਲਤੀਆਂ ਕਰਦੇ ਆ। ਜੇ ਆਮ ਬੰਦਾ ਜੋ ਕੋਈ ਗਲਤੀ ਕਰੇ ਨਾ, ਫਿਰ ਉਹਦਾ ਲਾਇਸੈਂਸ ਵੀ ਹੈ ਨਹੀਂ ਸੀ ਤੇ ਉਹਦੀ ਕਾਰ ਲਿਆ ਸੀ ਤੇ ਇਹਨੇ ਘਰੋਂ ਲਿਖਾਦਾ, ਜਦ ਪਤਾ ਲੱਗਾ ਏਦਾਂ ਹੋਇਆ ਜਾ ਕੇ ਦੱਸਿਆ ਮੇਰੀ ਕਾਰ ਚੋਰੀ ਹੋ ਗਈ। ਏਦਾਂ ਦੇ ਲੋਕ ਜਿਹੜੇ ਵਕੀਲਾਂ ਨੂੰ ਲੈ ਕੇ ਢਕਬਾਜ਼ਬਾਜ਼ੀਆਂ ਕਰਦੇ ਆ, ਇਹ ਵਕੀਲਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ, ਜਿਹੜੇ ਇਹਨਾਂ ਦੇ ਸਖਤ ਇਹਨਾਂ ਨੂੰ ਸਜ਼ਾ ਹੋਵੇ। ਇੱਕ ਕਾਂ ਟੰਗਿਆ ਹੋਵੇ, ਬਾਕੀ ਦੇ ਉੱਥੇ ਫਿਰ ਵੜਦੇ ਨਹੀਂ। ਮੈਂ ਤਾਂ ਇਹ ਕਹਿਣਾ ਆ ਗੌਰਮੈਂਟ ਥੋੜਾ ਜਿਹਾ ਕੋਈ ਸਖਤਾਈ ਕਰੇ ਇਹਨਾਂ ਦੀ, ਨਹੀਂ ਤਾਂ ਇੱਥੇ ਡਰੱਗ ਵੀ ਵਿਕਣੇ ਆ ਗੋਲੀਆਂ ਚੱਲਣ ਲੋਕ। ਕਦੀ ਮੈਂ ਪਹਿਲਾਂ ਸੁਣਿਆ ਸੀ ਮਿਸਿਸਾਗਾ 'ਚ ਕੋਈ ਗੋਲੀ ਚੱਲਦੀ ਬੰਦਾ ਮਾਰਦਾ ਹੋਵੇ, ਉਹ ਰੋਜ਼ ਖਬਰ ਸੁਣਦੀ ਆ ਬਿਖਾਸਾ ਕਾ ਮਰ ਗਿਆ, ਆ ਚਕੂਜੀ ਡਰਾਈਵ ਤੇ ਮਰ ਗਿਆ, ਆ ਫਲਾਣੇ ਸਾਹਿਬ ਮਰ ਗਿਆ, ਆ ਮੌਰਨਿੰਗ ਸਟਾਰ ਤੇ ਮਰ ਗਿਆ, ਆਹ ਕੁਛ ਸੁਣਦੇ ਕਿਉਂਕਿ ਡਰੱਗ ਦਾ ਭਰਮਾਰ ਆ। ਇਹਨਾਂ ਲੋਕਾਂ ਨੂੰ ਜਿਹੜਾ ਵੀ ਦੇਖ ਲੈਂਦਾ ਕੁਛ ਕਰਦੇ ਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਜੀ ਬਿਲਕੁਲ ਜੀ ਬਿਲਕੁਲ, ਧੰਨਵਾਦ। ਜੇਲ੍ਹ ਫੈਜ ਤੇ ਇਹ ਹਾਲ ਡਰੱਗ ਦਾ ਭਰਮਾਰ ਸਾਰਾ ਇਹ। ਬਿਲਕੁਲ। ਹੁਣ ਸਾਡੇ ਇੱਥੇ ਸਕਾਰਪੁਰ ਆਮ ਸਕੂਲਾਂ ਦੇ ਵਿੱਚ ਸਕੂਲ ਖੋਲੇ ਹੁੰਦੇ ਆ ਨਾ, ਇੱਥੇ ਆ ਕੇ ਪੁੜੀਆਂ ਵੇਚਦੇ ਆ ਜੀ। ਪੁਲਿਸ ਵਾਲੇ ਨੂੰ ਮੈਂ ਦੱਸਿਆ, ਮੈਂ ਕਿਹਾ ਉਹਦੇ ਕੋਲ ਬੰਦਾ ਉਹਨਾਂ ਨੂੰ ਪੁੜੀਆਂ ਦਿੰਦਾ, ਉਹ ਸਮੋਕ ਕਰਦੇ ਹੋਏ। ਕਹਿੰਦਾ ਵੀ ਨੋ ਦਿਸ ਇਜ਼ ਬਿਗ ਪ੍ਰੋਬਲਮ। ਉਹ ਕੰਨਾਂ 'ਚ ਉਂਗਲੀ ਲਾ ਕੇ ਪੁਲਿਸ ਵਾਲਾ ਸੁਣ ਕੇ ਚਲੇ ਗਿਆ। ਬਿਲਕੁਲ ਜੀ ਬਿਲਕੁਲ, ਇਹਨਾਂ ਫੜਦੇ ਨਹੀਂ ਇਹਨਾਂ ਨੂੰ। ਜੀ ਜੀ ਬਿਲਕੁਲ ਜੀ ਬਿਲਕੁਲ, ਧੰਨਵਾਦ ਚੌਹਾਨ ਸਾਹਿਬ, ਵਾਕਿਆ ਤੁਸੀਂ ਚਿੰਤਤ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀਆਂ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ 1 ਬਾਈ 1 ਔਨ 에ਅਰ ਕਰਦੇ ਹਾਂ ਜੀ। 0507 ਸਵਾਗਤ ਹੈ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਨਾ ਇਹ ਜਿਹੜਾ ਵੈਨਕੂਵਰ ਵਾਲਾ ਗਰੋਹ ਨਾ, ਜਿਹੜੀ ਇਹ ਫੀਮ ਵੀ ਵੇਚਦੇ ਸੀ ਨਾ ਜੀ ਜੀ, ਜਿਵੇਂ ਕਿਲੋ ਦੇ ਵਿੱਚ ਜੀ 3 ਕਿਲੋ ਕੈਮੀਕਲ ਇਹੋ ਜਿਹੇ ਗੰਦੇ ਡਰੱਗਸ ਮਿਲਾ ਕੇ ਲੋਕਾਂ ਦੇ ਜਿਹੜੇ ਜਵਾਕ ਆ ਨਾ ਜੀ, ਉਹਨਾਂ ਦੀਆਂ ਔੜਨੀਆਂ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਕਿਸੇ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਜੀ। ਮਤਲਬ ਉਹ ਜਿਹੜੇ ਬੰਦੇ ਖਾਂਦੇ ਆ ਜੀ, ਉਹ ਅਨਹੈਲਥੀ ਹੋ ਕੇ ਉਹਨਾਂ ਦੇ ਬੁਰੇ ਹਾਲਾਤ ਨੇ ਜੀ। ਉਹ ਇਹ ਤਾਂ ਜ਼ਹਿਰ ਵੇਚਦੇ ਆ ਲੋਕਾਂ ਨੂੰ। ਹੁਣ ਕਈ ਨਹੀਂ ਕਹਿੰਦੇ ਜੀ ਇੱਥੇ ਕਈ ਤੁਹਾਡੇ ਰੇਡੀਓ ਪ੍ਰੋਗਰਾਮਾਂ ਤੇ ਪ੍ਰਮੋਟ ਵੀ ਕਰਦੇ, ਫੀਮ ਖਾ ਲੈਣੀ ਚਾਹੀਦੀ, ਥੋੜੀ ਜਿਹੀ ਹੈਲਥ ਲਈ ਠੀਕ ਹੁੰਦੀ ਆ ਹਨਾ ਜੀ। ਉਹ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਖਾ ਤਾਂ ਲੈਣੀ ਆ ਤੁਹਾਡਾ। ਅੱਜ ਕੱਲ੍ਹ ਬੇਈਮਾਨ ਦੁਨੀਆ ਤੁਹਾਨੂੰ ਸ਼ੁੱਧ ਕੌਣ ਦੇ ਜੂਗਾ ਜੀ ਇੱਥੇ। ਬਿਲਕੁਲ ਜੀ ਬਿਲਕੁਲ, ਮਿਲਾਵਟ ਤਾਂ ਹਰੇਕ ਚੀਜ਼ ਚ। ਮਿਲਾਵਟ ਤਾਂ ਹਰੇਕ ਚੀਜ਼ ਆ। ਇਹਨਾਂ ਨੇ ਲੋਕਾਂ ਦੇ ਘਰ ਖਰਾਬ ਕਰੇ ਪਏ ਜੀ। ਇੱਥੇ ਯੰਗ ਮੁੰਡੇ 40 42 ਸਾਲਾਂ ਦੇ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਦੀਆਂ ਕਿਡਨੀਆਂ ਚਲੇ ਗਈਆਂ, ਕਿਸੇ ਦੀਆਂ ਕਿਡਨੀਆਂ ਸੈੱਟ ਆਈ ਹੋਈ ਹੈ ਜੀ। ਬਹੁਤ ਪ੍ਰੋਬਲਮਾਂ ਨੇ ਜੀ। ਕੱਲੀ ਖਾਣ ਤੱਕ ਜਿਹੜੇ ਨਾ ਇਹ ਸ਼ਕੀਨ ਆ ਖਾਣ ਵਾਲੇ ਜੀ, ਉਹ ਇਹਨੂੰ ਖਾਣ ਦੇ ਨਾਲ ਆਪਦੀ ਮੌਤ ਵੀ ਨਾਲ ਬੰਨ ਲੈਣ ਦੇ ਜੀ ਜੀ। ਆਪਣੇ ਜਵਾਕਾਂ ਕੰਨੀ ਵੀ ਦੇਖ ਲੈਣਾ ਨਾ ਜੀ ਵੀ ਅਸੀਂ ਵੀ ਆ ਖਾ ਰਹੇ ਆ ਵੀ ਸਾਡੇ ਗਾਂ ਪਲ ਜਾਣਗੇ ਕਿ ਨਹੀਂ। ਉਹਨਾਂ ਦਾ ਇਹ ਨਾ ਸੋਚਣ ਵੀ ਇਹ ਵੀ ਲਾ ਕੇ ਖਾ ਕੇ ਅਸੀਂ ਇੰਨੇ ਘੰਟੇ ਕੰਮ ਕਰ ਲਾਂਗੇ। ਜੀ ਜੀ ਬਿਲਕੁਲ ਜੀ ਬਿਲਕੁਲ। ਹਨਾ ਇਹਦੇ ਨਾਲ ਡਰੱਗ ਦਾ ਪ੍ਰੋਬਲਮ ਬਹੁਤ ਆ। ਬਾਕੀ ਤਾਂ ਦੇਖੋ ਜੀ ਹੁਣ ਲੋਕੀ ਸਭ ਕੁਝ ਦੱਸੀ ਜਾਂਦੇ ਆ ਵੀ ਇਹ ਤਾਂ ਹੁਣ ਪਤਾ ਨਹੀਂ ਬੰਦਾ ਕਿਉਂ ਇੰਨੀ ਦੌੜ 'ਚ ਫਸਿਆ ਹੋਇਆ ਜੀ। ਕਿੰਨੀ ਕੁ ਜ਼ਿੰਦਗੀ ਹੈ ਜੀ, 22-25 ਸਾਲ ਤੱਕ ਆਪਣੀ ਜਵਾਨੀ ਨਿਕਲ ਜਾਂਦੀ ਹੈ, 30-27-28 ਸਾਲ 'ਚ ਆਪਾਂ ਮਤਲਬ ਬੰਦਾ ਕੰਮ ਕਾਰ ਨਹੀਂ ਭਜਦਾ, 40-45 ਸਾਲ ਤੱਕ ਆਪਣੀ ਹੱਲੜ ਕਰਨ ਵਾਲੀ ਬੰਦੇ ਦੀ ਹੁੰਦੀ ਹੈ ਏਜ ਵੀ। ਕੀ ਬੜਾ ਪੈਸਾ ਇਕੱਠਾ ਕਰਕੇ ਕਿੱਧਰ ਨੂੰ ਜਾਣਾ ਜੀ ਲੋਕਾਂ ਨੂੰ, ਸਮਝ ਨਹੀਂ ਆਉਂਦੀ। ਬਿਲਕੁਲ ਤੁਸੀਂ ਜਾਣਦੇ ਕਿਸੇ ਮਹਾਨ ਹਸਤੀ ਨੂੰ? ਜਾਣਦੇ ਤੁਸੀਂ ਕਿਸੇ ਨੂੰ? ਨਹੀਂ ਮੈਂ ਤਾਂ ਨਾ ਥੋੜਾ ਜਿਹਾ ਮੈਂ ਬਾਹਲੀ ਜਿਵੇਂ ਪਬਲਿਕ 'ਚ ਨਹੀਂ ਜਾਂਦਾ ਜੀ। ਮੈਂ ਤੁਹਾਡੇ ਰੇਡੀਓ ਪ੍ਰੋਗਰਾਮ ਸੁਣਨ ਵਾਲਾ ਬੰਦਾ ਜੀ। ਐਕਚੁਅਲੀ ਮੇਰਾ ਕੰਮ ਡਰਾਈਵਿੰਗ ਦਾ ਜੀ, ਮੈਂ ਡਰਾਈਵਰ ਆ ਜੀ, ਕੰਮ ਜੇ ਨਾਲ ਹੀ ਰੱਖਿਆ ਮਾਤਾ। ਹਾਂਜੀ ਬਿਲਕੁਲ, ਧੰਨਵਾਦ ਵੀਰ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਆਪਾਂ ਚੱਲਦੇ ਜੀ WhatsApp ਕਾਲ ਤੇ 0072 ਸਵਾਗਤ ਹੈ ਜੀ, ਇੰਗਲੈਂਡ ਤੋਂ ਕਾਲ। ਹਾਂਜੀ ਹਾਂਜੀ ਚੰਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਪਹਿਲਾਂ ਤਾਂ ਤੁਹਾਨੂੰ ਸੱਚੀ ਸਲੂਟ ਆ, ਤੁਸੀਂ ਚਲੋ ਬੰਦਿਆਂ ਦੇ ਜੱਗ ਜ਼ਾਹਰ ਤਾਂ ਕਰਤੇ ਹਨਾ। ਮਤਲਬ ਉਹਦਾ ਨਾਂ ਜਿਹੜੇ ਨਾਂ ਲੈਂਦੇ ਆ ਨਾ, ਮੰਨ ਲਓ ਵੀ ਫਲਾਨਾ ਸਿੰਘ ਜੀ ਇੰਨੇ ਫੜੇ ਗਏ, ਉਹ ਤਾਂ ਸਾਰੇ ਹੀ ਲਈ ਜਾਂਦੇ ਆ। ਰੌਲਾ ਤਾਂ ਜਿੱਦਾਂ ਅੱਜ ਤੁਸੀਂ ਜੱਗ ਜ਼ਾਹਰ ਕਰ ਰਹੇ ਨਾ, ਬਾਈ ਨੇ ਅੱਗੇ ਕਿਹਾ ਵੀ ਮੈਂ ਵੀ ਜਾਣਦਾ 5 ਜਾਣਿਆਂ ਨੂੰ। ਇਹ ਹੁੰਦੀ ਅਸਲ ਟਾਕ ਸ਼ੋ, ਮਤਲਬ ਪ੍ਰੋਪਰ ਹੋ ਗਈ ਗੱਲਬਾਤ ਹਨਾ। ਹਾਂਜੀ ਕੁਛ ਨਾ ਕੁਛ ਸ਼ਰਮ ਤਾਂ ਮੰਨਣਗੇ ਨਾ, ਜਦੋਂ ਬਾਹਰ ਵੀ ਆਉਣਗੇ ਬੰਦਾ ਕਹੋ ਚੱਲ ਯਾਰ ਤੂੰ ਤਾਂ ਦੁੱਖੀ ਦਾ ਬੰਦਾ ਨਹੀਂ।
ਸੱਚੀ ਤੁਹਾਡਾ ਦਿਲੋਂ ਸਤਿਕਾਰ ਆ, ਇਹ ਮਾਣ ਆ ਤੁਹਾਡੇ ਤੇ, ਹਨਾ। ਥੈਂਕ ਯੂ ਵੀਰ। ਤੁਸੀਂ ਮਤਲਬ ਮੈਂ ਵੇਖਿਆ ਵੈਸੇ ਤੁਹਾਡੇ ਇੱਥੇ ਰੇਡੀਓ ਵਾਲੇ ਕੱਲੀ ਗੱਲ ਜ਼ਰੂਰ ਕੀਤੀ ਹੈ ਵੀ ਫੜਿਆ ਗਿਆ, ਪਰ ਇਹ ਨਹੀਂ ਮਤਲਬ ਪ੍ਰੋਪਰ ਟਾਕ ਸ਼ੋ ਨਹੀਂ ਹੋਏਗੇ, ਏਦਾਂ ਨਹੀਂ ਕਾਲਾਂ ਹੋਈਆਂ। ਚਲੋ ਜੇ ਕੋਈ ਹੋਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਜੀ, ਤੇ ਕਿਉਂਕਿ ਬਾਕੀ ਮੈਂ ਆਹ ਆਪਣੇ 2-3 ਪ੍ਰੋਗਰਾਮ ਸੁਣਦਾ ਹੁੰਦਾ, ਨਹੀਂ ਤਾਂ ਉਹਦਾ ਕਲਿੱਪ ਕਲੁੱਪ ਤਾਂ ਚੱਲ ਹੀ ਪੈਂਦੀ ਆ ਨਾ ਕੈਨੇਡਾ ਵਾਲਿਆਂ ਦੇ ਟਿਕਟੋਕ ਤੇ, ਜੇ ਕੁਝ ਹੋਇਆ ਹੋਵੇ। ਤੇ ਆਪਣੇ ਪਤਾ ਕੀ ਹੈ ਜੀ, ਸਭ ਤੋਂ ਪਹਿਲਾਂ ਤਾਂ ਨਾ ਜਿਹੜਾ ਬੰਦਾ ਇੱਕ ਤਾਂ ਸੌਖਾ ਆ ਗਿਆ ਹਨਾ, ਉਹਨਾਂ ਨੇ ਇਹ ਜ਼ਰੂਰ ਭੰਡਣਾ ਸ਼ੁਰੂ ਕਰਤਾ ਵੀ ਇਹ ਸਟੂਡੈਂਟ ਮਾੜੇ ਆ ਜੀ, ਇਹਨਾਂ ਨੂੰ ਆਈਲੈਟਸ ਨਹੀਂ ਕਰਨੀ ਆਉਂਦੀ। ਇੱਕ ਤਾਂ ਇਹ ਕੰਮ ਚੱਲ ਪਿਆ ਤੁਹਾਡੇ ਬਾਹਲਾ ਇੱਥੇ ਕੈਨੇਡਾ ਹਨਾ। ਤੇ ਗੱਲ ਇਹ ਹੈ ਜੀ, ਨੰਬਰ 2 ਤੇ ਹੁਣ ਕੱਲ ਵੀ 1-2 ਬੰਦਿਆਂ ਨੇ ਕਿਹਾ ਵੀ ਨਵੇਂ ਮੁੰਡਿਆਂ ਨੇ ਪੈਸੇ ਕਮਾਉਣ ਦੇ ਲਾਲਚ ਚ। ਨਹੀਂ ਜੀ, ਇਹ ਕੋਈ ਨਵੇਂ ਮੁੰਡੇ ਨਹੀਂ, ਇਹ ਸਾਰੇ ਹੰਡੇ ਵਰਤੇ ਬੰਦੇ ਆ। ਹਾਂਜੀ ਹਾਂਜੀ, ਇੱਕ ਜਣਾ 23 ਸਾਲਾਂ ਦਾ, ਬਾਕੀ ਸਾਰੇ 35 ਸਾਲ ਤੋਂ ਉੱਪਰ ਹੀ ਆ ਜੀ। ਉਮਰ ਦੀ ਗੱਲ ਨਹੀਂ ਮੈਂ ਕਰਦਾ, ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝੋ ਜੀ, ਹੋ ਸਕਦਾ ਕੋਈ ਵਿੱਚ ਸਟੂਡੈਂਟ ਵੀ ਹੋਣ ਨਵੇਂ, ਮਤਲਬ ਜੇ ਕੋਈ ਮਾਤੜ ਸਟੂਡੈਂਟ ਵੀ ਆ ਕੇ ਪੰਗੇ 'ਚ ਫਸ ਗਿਆ ਨਾ, ਤੇ ਉਹਨੂੰ ਤੁਸੀਂ ਇਹ ਕਹਿ ਸਕਦੇ ਵੀ ਇਹ ਭੁੱਖ ਮਾਰੀ ਸੀਗੀ, ਇਹ ਲਾਲਚ ਕਰਕੇ ਫਸ ਗਿਆ। ਪਰ ਜਿਹੜੇ ਬੰਦੇ ਆਲਰੇਡੀ ਇੱਥੇ ਵੈਲ ਸੈਟਲ ਆ ਹਨਾ, ਉਹ ਬੰਦੇ ਇਹ ਕੰਮ ਕਰਦੇ ਆ, ਤੇ ਉਹਨਾਂ ਦਾ ਤਾਂ ਮਤਲਬ ਕੰਮ ਤਾਂ ਸਾਰਿਆਂ ਲਈ ਮਾੜਾ, ਪਰ ਕਹਿਣ ਦਾ ਮਤਲਬ ਕਿਸੇ ਨੂੰ ਤੁਸੀਂ ਇਹ ਕਹਿ ਸਕਦੇ ਵੀ ਇਹ ਬੰਦੇ ਭੁੱਖ ਸੀ ਇਹਨਾਂ ਨੂੰ, ਪਰ ਇਹਨਾਂ ਦੀ ਤਾਂ ਲੋਕਾਂ ਦੀ ਭੁੱਖ ਵੀ ਨਿਕਲੀ ਆ ਕੰਜਰਾਂ ਦੀ, ਜਿਹੜੇ ਹੁਣ ਮਤਲਬ ਇਹ ਕੰਮ 'ਚ ਪਏ ਆ ਜੀ। ਇਹਨਾਂ ਤੁਸੀਂ ਇਹ ਵੇਖੋ ਜੀ ਚੰਦੀ ਸਾਹਿਬ, ਜੇ ਤੁਹਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਤੁਸੀਂ ਇਹ ਕੰਮ ਦਾ ਪੈਸਾ ਕਮਾਇਆ, ਤੁਸੀਂ ਘਰੇ ਕਿੱਦਾਂ ਜਾਓਗੇ? ਬਿਲਕੁਲ ਜੀ, ਉਹਨਾਂ ਦਾ ਸਾਹਮਣਾ ਨਹੀਂ ਹੁੰਦਾ। ਬਿਲਕੁਲ ਹਾਂ, ਤੁਹਾਡੀ ਵਾਈਫ ਤਾਂ ਮਰਸਡੀਜ਼ ਜਾਂ ਵੱਡੇ ਬੰਗਲਿਆਂ 'ਚ ਤੁਹਾਡੇ ਨਾਲ ਮਾੜਾ ਮੋਟਾ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਟੇਢਾ ਵਿੰਗਾ ਕਰ ਲੂਗੀ, ਚੱਲ ਕੋਈ ਨਹੀਂ, ਸੈਟੀਸਫੈਕਸ਼ਨ ਮਾੜੀ ਮੋਟੀ ਉਹ ਵੀ ਚਲੋ ਜੇ ਕੋਈ ਵਿਚਾਰੀ ਚੰਗੀ ਹੋਈ, ਨਹੀਂ ਤਾਂ ਉਹ ਵੀ ਅੱਜ ਕੱਲ ਬੁੜੀਆਂ ਕਹਿੰਦੀਆਂ ਡੰਡੀ ਪਏ ਇੱਥੋਂ ਹਨਾ। ਤੇ ਪਰ ਜੇ ਕੋਈ ਚੰਗੀ ਹੋਈ ਤਾਂ ਉਹ ਮਾੜਾ ਮੋਟਾ ਕਿਤੇ ਚੱਲ ਲੂ, ਪਰ ਬੱਚਿਆਂ ਨੂੰ ਤਾਂ ਸਕੂਲ 'ਚ ਨਹੀਂ ਜਿਉਣ ਦੇਣਾ ਜੀ। ਇਹ ਤਾਂ ਗੱਲ ਪਤਾ ਕੀ ਹੈ, ਜਿਹੜੇ ਬਾਈ ਕਹਿੰਦਾ ਨਾ ਮੈਂ ਜਾਣਦਾ, ਇਹ ਤਾਂ ਹੁਣ ਤੁਸੀਂ ਇਹ ਗੱਲ ਸੋਚੋ ਵੀ ਇਹਨਾਂ ਬੰਦੇ, ਬਰੈਂਪਟਨ ਤੁਹਾਡਾ ਇੱਕ ਪਿੰਡ ਆ, ਜਿੱਦਾਂ ਇੱਥੇ ਸਾਡੇ ਜਿਵੇਂ ਸਾਊਥ ਹਾਲ ਆ ਜਾਂ ਹਨਾ, ਮਤਲਬ ਇੱਕ ਪਿੰਡ ਹੈ ਜੀ। ਇੱਥੇ 7 ਵਜੇ ਗੱਲ ਹੋਵੇ ਨਾ ਤੇ 7:15 ਲੋਕਾਂ ਦੇ ਚੁੱਲ੍ਹਿਆਂ 'ਚ ਪਹੁੰਚ ਜਾਂਦੀ ਹੈ, ਘਰਾਂ 'ਚ ਪਹੁੰਚ ਜਾਂਦੀ ਹੈ, ਪਿੰਡਾਂ ਵਾਲਾ ਮਾਹੌਲ ਆ। ਤੇ ਉਹੀ ਕੰਮ ਹੁਣ ਬਰੈਂਪਟਨ 'ਚ ਪੁੱਤ ਪੋਤਰਿਆਂ ਤੱਕ ਇਹਨਾਂ ਬੰਦਿਆਂ ਦੇ ਵੱਜਣਾ ਵੀ ਉਹ ਜਿਹੜਾ ਮਰਸਡੀ ਲਈ ਜਾਂਦਾ ਨਾ, ਉਹ ਫਲਾਨਿਆਂ ਦੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਚੱਲਿਆ, ਵੀ ਫਲਾਨਿਆਂ ਦਾ ਨਸ਼ੇ ਨਾਲ ਮਰਿਆ, ਧਮਕਣਾ ਜਿਹਦੇ ਨਾਲ ਵੀ ਹੋਇਆ, ਉਹ ਮਤਲਬ ਜਦੋਂ ਵੀ ਗਲੀ 'ਚੋਂ ਲੰਘੂਗਾ ਨਾ, ਉਹਦਾ ਪੋਤਰਾ ਵੀ ਜਦੋਂ ਲੰਘੂਗਾ, ਈਵਨ ਅੱਜ ਤੋਂ 40 ਸਾਲ 50 ਸਾਲ ਬਾਅਦ ਵੀ ਲੋਕਾਂ ਨੇ ਕਹਿਣਾ ਫਲਾਨੇ ਦਾ ਮਤਲਬ ਆ ਤੇਰੇ ਦਾਦੇ ਨੇ ਇਦਾਂ ਪੈਸੇ ਕਮਾਏ ਸੀ। ਜੀ ਜੀ ਬਿਲਕੁਲ, ਚਾਹੇ ਉਹ ਮੁੰਡਾ ਮਿਹਨਤ ਕਰਕੇ ਵੀ ਪੈਸੇ ਕਮਾ ਲਏ, ਉਹ ਮਤਲਬ ਉਹਦੇ ਪੈਸੇ ਨਹੀਂ ਗਿਣੇ ਜਾਣੇ, ਉਹਦੇ ਦਾਦਾ ਹੀ ਵੱਜਣਾ। ਚਾਹੇ ਮੰਨ ਲਓ ਅੱਜ ਇਹਨਾਂ ਦਾ ਸਾਰਾ ਕੁਝ ਪੁਲਿਸ ਲੈ ਜੇ ਜਾਂ ਗਵਰਨਮੈਂਟ ਹੈਂਡਲ ਕਰ ਲੇ, ਇਹਦੇ ਗਾਂ ਬੱਚੇ ਮਤਲਬ ਆਪਦਾ ਕਮਾ ਲੈਣ, ਪਰ ਨਹੀਂ, ਬੱਚੇ ਜੇ ਗੱਡੀ ਵੱਡੀ ਜਾਣਗੇ ਨਾ ਤਾਂ ਲੋਕੀ ਕਹਿਣਗੇ ਤੇ ਦਾਦੇ ਨੇ ਡਰੱਗ ਵੇਚੀ ਆ। ਬਿਲਕੁਲ ਜੀ, ਚੋਰ ਮੋਰੀਆਂ ਵੀਰ ਬਹੁਤ ਆ ਵੀਰ, ਇਹਨਾਂ ਇੱਥੇ ਨਾ ਚੋਰ ਮੋਰੀਆਂ ਬਹੁਤ ਨਿਕਲ ਜਾਂਦੇ ਜੀ, ਲੋਕ ਵੱਡੇ ਵੱਡੇ ਵਕੀਲ ਕਰ ਨਿਕਲ ਤਾਂ ਜਾਂਦੇ ਆ, ਪਰ ਇੱਕ ਗੱਲ ਤਾਂ ਹੈ ਨਾ ਜੀ, ਇਹ ਲਾਹਨਤ ਜਿਹੜੀ ਹੈ ਸਾਰੀ ਜ਼ਿੰਦਗੀ ਲਈ ਅਸੀਂ ਆਪਣੇ ਉੱਤੇ ਖੱਟ ਚੱਲੇ ਨਾ, ਗੱਲ ਤਾਂ ਆ ਬਿਲਕੁਲ ਮਤਲਬ ਇਹ ਨਹੀਂ ਕਦੇ ਲੈਣੀ ਗੀ। ਤੇ ਤੁਹਾਨੂੰ ਸੱਚੀ ਸਲੂਟ ਆ ਜੀ। ਤੇ ਆ ਜਿਹੜੇ ਸਟੂਡੈਂਟ ਤੇ ਪੁਰਾਣੇ ਨਵੇਂ, ਇਹਨਾਂ ਨੂੰ ਛੱਡਣਾ ਚਾਹੀਦਾ ਜੀ, ਪਲੀਜ਼। ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਕੰਮ ਬੰਦ ਕਰੋ। ਇਹ ਮੇਰੇ ਵਰਗੇ ਨੂੰ ਇੱਥੇ 2 ਅੱਖਰ ਨਹੀਂ ਆਉਂਦੇ, ਕਹਿੰਦੇ ਆਈਲੈਟਸ ਬੜੀ ਸੌਖੀ ਆ, ਇਹ ਗੱਲਾਂ ਨਾਲ ਨਹੀਂ ਹੁੰਦੀ ਜੀ, ਕਰਨੀ ਪੈਂਦੀ ਆ। ਐਵੇਂ ਡਰਾਮੇ ਨਹੀਂ ਕਿ ਵੀ ਆਈਲੈਟਸ ਉਹੀ ਹੋ ਜਾਂਦੀ ਆ। ਜਿਹੜੇ ਉਹੀ ਕਹਿੰਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪਦਾ ਸਰਟੀਫਿਕੇਟ ਫੇਸਬੁੱਕ ਤੇ ਪਾ ਦਿਆ ਕਰੋ ਵੀ ਅਸੀਂ ਇੰਨੇ ਨੇ ਬੈਂਡ ਲੈ ਲਏ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ ਵੀਰ। ਚੱਲਦੇ ਨੈਕਸਟ ਕਾਲ ਤੇ। ਹਾਂਜੀ 2831 ਸਵਾਗਤ ਹੈ ਜੀ। ਚੰਦੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਜੀ। ਆਇਆਂ ਨੂੰ। ਹਾਂਜੀ ਬਾਈ ਜੀ, ਬੜੀ ਹੈ ਤਾਂ ਮਾੜੀ ਗੱਲ ਹੀ ਆ ਜਦੋਂ ਇੰਨਾ ਨਾਮ। ਮੈਂ ਨਾ ਕੱਲ ਗੱਲਬਾਤ ਕਰ ਰਿਹਾ ਸੀਗਾ ਆਪਣੇ ਕਿਸੇ ਦੋਸਤ ਨਾਲ, ਮੈਂ ਕਿਹਾ ਵੀ ਆਪਾਂ ਦੇਖੋ ਗੁਜਰਾਤੀ, ਕੱਲ ਨਾ ਮੈਂ ਇੱਕ ਫਿਲਮ ਦੇਖੀ, ਉਹ ਹੈਗੀ ਆ ਹਰਸ਼ਦ ਮਹਿਤਾ ਤੇ ਬਣੀ ਆ। ਉਹ ਇੱਕ ਗੁਜਰਾਤੀ ਸੀ ਬੰਦਾ, ਉਹਨੇ ਸ਼ੇਅਰ ਮਾਰਕੀਟ 'ਚ ਬਹੁਤ ਤਕੜਾ ਫਰਾਡ ਨਹੀਂ ਕੀਤਾ ਸੀ ਉਹਨੇ, ਜਿਹੜੇ ਇੰਡੀਆ ਦੇ ਵਿੱਚ ਸਿਸਟਮ ਦੇ ਵਿੱਚ ਲੂਪ ਹੋਲ ਸੀਗੇ ਉਹਨੂੰ ਐਕਸਪਲੋਇਟ ਕਰਕੇ ਕਈ 1000 ਕਰੋੜ ਦਾ ਮਤਲਬ ਉਹਨੇ, ਜਿਵੇਂ ਆਪਾਂ ਕਹਿੰਦੇ ਸ਼ੇਅਰਾਂ ਦੇ ਪ੍ਰਾਈਸ ਵਧਾ ਦਿੰਦੇ ਨੇ ਇੱਥੇ ਵੀ ਲੋਕ। ਬਿਲਕੁਲ ਜੀ, ਟ੍ਰੇਡ ਬੰਦੇ ਆ ਜੀ ਗੁਜਰਾਤੀ, ਜਿਹੜੇ ਭਾਰਤ ਨੂੰ ਲੁੱਟ ਕੇ ਲੈ ਗਏ। ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ, ਸਾਰੇ ਗੁਜਰਾਤੀ ਆ ਜੀ। ਹਾਂਜੀ, ਪਰ ਮੈਂ ਸੋਚਦਾ ਸੀ ਵੀ ਜੇ ਯਾਰ ਜਿਵੇਂ 100 ਕਰੋੜ ਦੀ ਆਬਾਦੀ ਆ, ਚਲੋ ਜਾਂ 50 ਕਰੋੜ ਦੀ ਆ, ਗੁਜਰਾਤੀ ਜਿੰਨਾ ਵੀ ਹੋਊਗਾ, ਵੀ ਜੋ ਚ ਪਰਸੈਂਟੇਜ ਕੱਢੀਏ ਉਹ ਕਹਿੰਦੇ ਹੋਣਗੇ ਯਾਰ ਸਾਡੇ ਤੋਂ 2% ਹੀ ਮਾੜੇ ਨੇ, 98 ਤਾਂ ਅਸੀਂ ਵੀ ਮਿਹਨਤ ਕਰਦੇ ਆ। ਪਰ ਜੇ ਆਪਾਂ ਆਪਣੇ ਵਾਲਿਆਂ ਦੀ ਕਰੀਏ, ਆਪਣੇ ਤਾਂ ਹੁਣ ਨਾਮ ਕਿਹੜੇ ਪਾਸੇ ਮਸ਼ਹੂਰ ਹੋ ਰਹੇ ਆਪਾਂ। ਤੇ ਉਹ ਕਹਿੰਦੇ ਯਾਰ, ਅਗਲਾ ਕਹਿੰਦਾ ਅਸੀਂ ਤਾਂ ਚਲੋ ਯਾਰ ਇਹੋ ਜਿਹਾ ਕਰਦੇ ਆ 2 ਨੰਬਰ, ਅਸੀਂ ਕਿਸੇ ਨੂੰ ਮਾਰਦੇ ਤਾਂ ਨਹੀਂ, ਤੁਸੀਂ ਤਾਂ ਲੋਕਾਂ ਨੂੰ ਜ਼ਹਿਰ ਦੇ ਰਹੇ ਆ। ਪੱਕੀ ਗੱਲ। ਤੇ ਮਤਲਬ ਹੁਣ ਆਹ ਚੀਜ਼ ਦਾ ਤੁਸੀਂ ਦੇਖਿਓ ਇੰਡੀਆ ਦੇ ਵਿੱਚ ਵੀ ਹਲੇ ਮੈਨੂੰ ਲੱਗਦਾ ਉਹ ਸੁੱਤੇ ਪਏ ਨੇ ਇੰਡੀਆ ਵਾਲੇ, ਉਹਨਾਂ ਨੂੰ ਹਿਸਾਬ, ਉਹਨਾਂ ਦੀ ਗੱਲ ਪਕੜ 'ਚ ਨਹੀਂ ਆਈ। ਬਾਕੀ ਜਿਹੜੇ ਤੁਹਾਨੂੰ ਪਤਾ ਕੁਛ ਇੱਥੇ ਇੰਡੀਆ ਦਾ ਟਾਊਟ ਮੀਡੀਆ ਵੀ ਹੈਗਾ, ਉਹਨਾਂ ਨੇ ਜਦੋਂ ਪਹੁੰਚਾ ਦੇਣੀ ਹੈ ਗੱਲ ਵੀ ਤੁਸੀਂ ਹੁਣ ਨਾ ਜਿਹੜੇ ਕਿਸਾਨਾਂ ਦਾ, ਇਹ ਹੁਣ ਲੋਕ ਵੀ ਪੰਜਾਬੀ ਨੂੰ ਸਪੋਰਟ ਵੀ ਕਰ ਰਹੇ ਸੀ ਇੰਨੀਆਂ ਰੈਲੀਆਂ ਵੀ, ਮਾੜਾ ਜਿਹਾ ਹੁਣ ਆ ਦੇਖਿਓ ਤੁਸੀਂ 1-2 ਦਿਨ 'ਚ ਉੱਥੇ ਵੀ ਇੰਡੀਆ 'ਚ ਵੀ ਰਿਪੋਰਟਿੰਗ ਸ਼ੁਰੂ ਹੋ ਜਾਣੀ ਹੈ ਵੀ ਇਤਨੇ ਪਕੜੇ ਗਏ ਪੰਜਾਬੀ, ਇਤਨੇ ਪਕੜੇ ਗਏ। ਬਿਲਕੁਲ ਜੀ, ਇੱਥੇ ਮਜੀਠੀਆ ਨੇ ਕਹਿਣਾ ਮੇਰੇ ਤੇ ਇਲਜ਼ਾਮ ਲਾਈ ਜਾਂਦੇ, ਤਾਂ ਕੈਨੇਡਾ ਘੱਟ ਨਹੀਂ ਗਏ।
ਕੈਨੇਡਾ ਘੱਟ ਨਹੀਂ ਗੇ, ਸਹੀ ਗੱਲ ਹੈ ਜੀ। ਕਹਿਣਗੇ ਤੁਸੀਂ ਆਪਣੇ ਸਾਡਾ ਪੰਜਾਬ ਬਹੁਤ ਵਧੀਆ, ਤੁਸੀਂ ਆਪਣੀ ਕੇਅਰ ਕਰੋ। ਜੀ ਜੀ ਬਿਲਕੁਲ। ਤੇ ਬਾਕੀ ਚੰਦੀ ਸਾਹਿਬ ਜਿਹੜੇ ਹੁਣ ਨਾ ਦੇਖੋ ਮੈਂ ਵੀ ਅਮਰੀਕਾ ਨੂੰ ਮੈਂ ਇੱਧਰਲਾ ਬਾਰਡਰ ਜਿਹੜਾ ਆਪਾਂ ਸ਼ੈਂਪਲੇਨ ਹੈ ਇੱਥੋਂ ਕ੍ਰਾਸ ਕਰੀਦਾ ਸੀਗਾ। ਹਾਂਜੀ ਹਾਂਜੀ। ਜਿਹੜੇ ਬਰੈਂਪਟਨ ਦੇ ਨੇ ਹੁਣ ਆਪਣੀਆਂ ਕਈ ਕੰਪਨੀਆਂ ਨੇ ਜਿਹੜੀਆਂ ਇੱਥੋਂ ਐਂਟਰ ਕਰਦੀਆਂ, ਜਿਨ੍ਹਾਂ ਨੂੰ ਨਿਊਯਾਰਕ ਇੱਧਰੋਂ ਨੇੜੇ ਪੈਂਦਾ ਨਾ, ਜਿਵੇਂ ਮੌਂਟਰੀਅਲ ਦੀ ਪਿਕਅਪ ਕਰਾ ਕੇ ਇੱਥੋਂ ਡਿਲੀਵਰ ਕਰਾਉਂਦੇ ਨੇ ਜੀ। ਸਾਰੇ ਪੁੱਲ ਹੁੰਦੇ ਨੇ ਚੰਦੀ ਸਾਹਿਬ ਜਿਹੜਾ ਬਰੈਂਪਟਨ ਦਾ ਆਰਡਰ। ਹਾਂਜੀ, ਜਿਹੜੀ ਇੱਥੋਂ ਦੀ ਪਲੇਟ ਆ ਉਹਨੂੰ ਹਰੇਕ ਨੂੰ ਚੈੱਕ ਕਰਦੇ ਹਾਂ ਜੀ ਕੰਪਨੀ। ਉਹ ਕਹਿੰਦੇ ਨੇ ਵੀ ਤੁਸੀਂ ਇੱਧਰੋਂ ਕਦੇ ਕ੍ਰਾਸ ਕਰ ਰਹੇ ਹੋ, ਕੀ ਗੱਲ ਹੈ? ਕਿਉਂਕਿ ਇੱਧਰਲਾ ਬਾਰਡਰ ਬਹੁਤ ਸ਼ਾਂਤ ਹੈ, ਮਤਲਬ ਗਿਣਵੇਂ ਚੁਣਵੇਂ ਜਿਹੇ ਟਰੱਕ ਹੁੰਦੇ ਨੇ ਆਪਣੇ ਜੀ। ਤੇ ਉਹ ਸਾਰੇ ਪਲੇਟਾਂ ਮੈਂ ਦੇਖੀਆਂ ਨੇ, ਸਾਰਿਆਂ ਨੂੰ ਡੌਕ ਤੇ ਲਾਉਂਦੇ ਨੇ, ਘੰਟਾ ਅੱਧਾ ਘੰਟਾ ਖਰਾਬ ਕਰਕੇ ਉਹਨਾਂ ਨੇ ਜਾਣਾ। ਉਹ ਕਹਿੰਦੇ ਅਸੀਂ ਰਿਸਕ ਨਹੀਂ ਲੈ ਸਕਦੇ, ਕਿਉਂਕਿ ਆਹ ਤਾਂ ਸਾਡੀ ਇਮੇਜ ਆ। ਜਦੋਂ ਮੈਂ ਵੀ ਚਲਾਉਂਦਾ ਰਿਹਾ ਨਾ, ਮੈਂ ਚਲੋ ਆਪਣੀ ਆਦਤ ਆਪਾਂ ਗੱਲਬਾਤ ਕਰ ਲਈਦੀ ਆ ਅਫਸਰਾਂ ਨਾਲ ਵੀ, ਹਾਸਾ ਵੀ ਐ ਨਹੀਂ ਹੈਗਾ ਵੀ ਡਰੇ ਜੇ ਬੈਠੇ ਰਹੋ, ਕਿਉਂਕਿ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆ। ਤੇ ਉਹ ਮੈਨੂੰ ਇੱਕ ਵਾਰੀ ਇੱਕ ਅਮਰੀਕਨ ਜਿਹੜਾ ਸੀਗਾ ਮੁੰਡਾ, ਯੰਗ ਸੀਗਾ ਬੜਾ, ਉਹ ਕਹਿੰਦਾ ਮੇਰੇ ਦੋਸਤ ਨੇ, ਮੈਂ ਮੌਂਟਰੀਅਲ ਵੀ ਆਉਣਾ, ਮੈਂ ਇੰਡੀਅਨਾਂ ਨੂੰ ਵੀ ਬਹੁਤ ਜਾਣਦਾ, ਮੇਰੇ ਦੋਸਤ ਨੇ, ਜੇ ਕੋਈ ਕੰਮ ਕੁਮ ਹੋਈ ਮੈਨੂੰ ਦੱਸੀ। ਏਦਾਂ ਨਾ ਕਈ ਵਾਰੀ ਲੋਕ ਫੁਕਰੀ ਜਾ ਕੇ ਫਸ ਜਾਂਦੇ ਨੇ ਇਹਦੇ ਟਰੈਪ 'ਚ। ਬਿਲਕੁਲ ਬਿਲਕੁਲ। ਮੈਂ ਕਿਹਾ ਕੋਈ ਗੱਲ ਨਹੀਂ, ਮੈਨੂੰ ਕੋਈ ਕੰਮ ਨਹੀਂ ਹੈਗਾ, ਓਦਾਂ ਤੂੰ ਵੀ ਆਈ ਭਾਈ, ਤੈਨੂੰ ਅਸੀਂ ਸੇਵਾ ਵੀ ਕਰ ਦਾਂਗੇ, ਕੋਈ ਗੱਲ ਨਹੀਂ, ਸਾਡੀ ਹੌਸਪਿਟੈਲਿਟੀ, ਸਾਡੇ ਰੈਸਟੋਰੈਂਟ ਵਧੀਆ ਨੇ। ਪਰ ਮੈਨੂੰ ਉਹਦਾ ਪਤਾ ਲੱਗ ਗਿਆ ਸੀਗਾ ਵੀ ਇਹ ਮੈਨੂੰ ਆਪਣੇ ਸਟੈਪ ਇਨ ਕਰਨਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਸਰਕਲ 'ਚ ਆਵਾਂ। ਤੇ ਇਹਨਾਂ ਨੂੰ ਆਪਣੀ ਇਮੇਜ ਦਾ ਬਹੁਤ ਪਹਿਲਾਂ ਦਾ ਹੀ ਪਤਾ। ਤੇ ਸਾਡੇ ਏਦਾਂ ਹੀ ਇੱਕ ਬੰਦੇ, ਹੁਣ ਆਪਾਂ ਗੋਰੇ ਹੀ ਨੇ, ਉਹ ਮੁੰਡੇ ਕੋਲ ਨਾ ਕਿਤੇ ਕੋਈ ਜਿਵੇਂ ਪਈ ਸੀ ਆਪਣਾ, ਜਿਵੇਂ ਕਾਇਮ ਚੂਰਨ ਵਗੈਰਾ ਲੋਕ ਲੈ ਲੈਂਦੇ ਨੇ, ਹੁਣ ਖਾਂਦੇ ਪੀਂਦੇ ਨੇ, ਕਨਸਟੀਪੇਸ਼ਨ ਹੋ ਜਾਂਦੀ ਡਰਾਈਵਰਾਂ ਨੂੰ। ਉਹ ਜਿਹੜਾ ਪੁਲਿਸ ਵਾਲਾ ਕਹਿੰਦਾ ਡੋਡੇ ਦਾ, ਇਜ਼ ਇਟ ਡੋਡੇ, ਜਿਵੇਂ ਗੋਰਾ ਕਹਿੰਦਾ, ਜਦੋਂ ਉਹਨੇ ਦੇਖਿਆ ਉਹ ਕਹਿੰਦਾ ਨਹੀਂ ਵੀ ਆ ਤਾਂ ਚੂਰਨ ਦੀ ਡੱਬੀ ਆ। ਪਤਾ ਉਹਨਾਂ ਨੂੰ ਸਾਰਾ ਹੀ ਆ, ਚਾਹੇ ਉਹ ਮਤਲਬ ਅੰਦਰ ਗਿਆ, ਉਹਨੇ ਕਿਸੇ ਤੋਂ ਪੁੱਛਿਆ, ਕੰਪਿਊਟਰ 'ਚੋਂ ਲੱਭਿਆ ਵੀ ਪੰਜਾਬੀ ਕੀ ਕੁਛ ਇਹਨਾਂ ਦੇ ਨਾਲ ਜੁੜਿਆ ਹੋਇਆ, ਤੇ ਉਹ ਫਿਰ ਏਦਾਂ ਕੱਢ ਲੈਂਦੇ ਨੇ ਗੱਲ। ਬਾਕੀ ਜਿਹੜੀ ਚੰਦੀ ਸਾਹਿਬ ਹੁਣ ਬਿਮਾਰੀ ਆ ਨਾ, ਜਿਹੜੇ ਆ ਵਿਚਾਰੇ 23 ਸਾਲ ਵਾਲੇ ਨੇ, ਇਹ ਤਾਂ ਸਿਰਫ ਉਹ ਫਸ ਗਏ ਨੇ ਜਿਹੜੇ ਵਿਚਾਰੇ ਝਾਂਸੇ 'ਚ ਆ ਗਏ ਨੇ। ਮੈਂ ਸਟੂਡੈਂਟਾਂ ਦੀ ਇਹਨਾਂ 'ਚ ਕੋਈ ਗਲਤੀ ਨਹੀਂ ਮੰਨਦਾ, ਜੇ ਹੁਣ ਉਹਨਾਂ ਨੂੰ ਤੁਸੀਂ ਲੈਵਿਸ਼ ਲਾਈਫ ਦਿਖਾਓਗੇ ਤੇ ਉਹਨਾਂ ਨੇ ਇੱਕ ਅੱਧੇ ਨੇ ਫਸ ਜਾਣਾ। ਤੇ ਇੱਕ ਕੱਲ ਵੀ ਮੈਂ ਸੁਣਦਾ ਸੀ ਕਿਸੇ ਬਾਈ ਦੀ ਗੱਲ, ਉਹ ਕਹਿੰਦੇ ਅਮਰੀਕਾ 'ਚ ਕੋਈ ਆਹ ਹੈਗਾ ਆਪਣਾ, ਸ਼ਾਇਦ ਧਾਲੀਵਾਲ ਸਾਹਿਬ ਗੱਲ ਕਰਦੇ ਸੀ ਵੀ ਕੋਈ ਅਮਰੀਕਾ 'ਚ ਕੋਈ ਵੱਡਾ ਟਰੱਕ ਸਟਾਪ ਹੈ ਜਿੱਥੇ ਬਹੁਤ ਬੰਦਾ ਆਪਣਾ ਰੋਜ਼ ਦਾ ਟ੍ਰਾਂਜ਼ਿਟ ਹੁੰਦਾ, ਉੱਥੇ ਪੁਲਿਸ ਵਾਲੇ ਅੰਡਰ ਕਵਰ ਹੋ ਕੇ ਪੁੱਛਦੇ ਨੇ ਵੀ ਉਹਨੂੰ, ਜਿਵੇਂ ਗੈਸ ਸਟੇਸ਼ਨ ਦੇ ਅੰਦਰ ਹੀ, ਵੀ ਯਾਰ ਇੱਕ $10,000 ਲੈ ਲਈ, ਸਾਡੀ ਇੱਕ ਸਕਿਡ ਪਾਰ ਕਰਾ ਦੇ, ਸਾਡੀ ਇੱਕ। ਉਹ 'ਚ ਜਿਹੜੇ ਬੰਦੇ ਫਸ ਗਏ ਯਾਰ ਚੰਦੀ ਸਾਹਿਬ, ਇਹ ਨਿਕਲ ਨਹੀਂ ਦਿੰਦੇ ਹੈਗੇ। ਤੁਸੀਂ ਇੱਕ ਵਾਰੀ ਇਹਨਾਂ ਨਾਲ ਕੰਮ ਕਰਨ ਲੱਗ ਜਾਓ, ਬਿਲਕੁਲ, ਜਾਂ ਤਾਂ ਇਹਨਾਂ ਨੇ ਤੁਹਾਨੂੰ ਐਂਡ 'ਚ ਫਸਾ ਦੇਣਾ ਕਿ ਇਹ ਬੰਦਾ ਕੱਲ ਨੂੰ ਗੱਲ ਲੀਕ, ਉਹਨਾਂ ਵਾਸਤੇ ਕਿਲੋ 2 ਕਿਲੋ ਕੋਕੀਨ ਕਿਤੇ ਪੁਲਿਸ ਨੂੰ ਦੇਣੀ ਕੋਈ ਔਖੀ ਨਹੀਂ ਹੈਗੀ, ਉਹਨਾਂ ਨੇ ਵਿੱਚ ਰੱਖ ਕੇ ਤੁਹਾਨੂੰ ਫਸਾ ਦੇਣਾ। ਸੋ ਜੇ ਇੱਧਰਲੇ ਪਾਸੇ ਨੂੰ ਕੋਈ ਬੰਦਾ ਅੱਜ ਸੋਚ ਵੀ ਰਿਹਾ ਨਾ, ਤਾਂ ਮੇਰਾ ਵੀਰ ਆਪਾਂ ਕੈਨੇਡਾ 'ਚ ਜਾਂਦੇ ਸਾਹਿਬ 250-300 ਦੀ ਜਗ੍ਹਾ ਕੋਈ ਦਿਹਾੜੀ ਕਰਦਾ ਨਾ ਟਰੱਕ ਡਰਾਈਵਰ ਵੀ, ਜਿਹਦਾ ਆਪਣਾ ਟਰੱਕ ਵੀ ਨਹੀਂ ਹੈਗਾ, ਉਹਨੇ ਜੇ ਕੋਈ ਮਰਸੀਡੀਜ਼ ਵੀ ਚਲਾਉਣੀ ਆ, ਤੁਸੀਂ ਕਿਰਾਏ ਤੇ ਲੈ ਕੇ ਇੱਕ ਦਿਨ ਚਲਾ ਲਓ, ਆਪਣਾ ਝੱਸ ਪੂਰਾ ਕਰ ਲਓ। 1-2 ਦਿਨ ਇਹ ਹੁੰਦਾ, ਜੇ ਅੱਜ ਤੁਸੀਂ ਮੈਂ ਕਹਿੰਦਾ ਕੋਈ ਮਹਿੰਗੀ ਗੱਡੀ ਲੈ ਲਓਗੇ, 2-4 ਦਿਨ 'ਚ ਤੁਹਾਡਾ ਚੌਕ ਪੂਰਾ ਹੋ ਜਾਂਦਾ ਜੀ। ਤੋਂ ਬਜਾਏ ਕਿ ਸਾਰੀ ਉਮਰ ਤੁਸੀਂ ਇੱਕ ਵਾਰੀ ਤੁਹਾਡਾ ਰੈਕਡ ਉੜ ਗਿਆ ਤੇ ਸਾਰੀ ਉਮਰ ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਇੱਥੇ ਕੈਨੇਡਾ ਇਹੋ ਜਿਹੀ ਦੇਸ਼ ਹੈ, ਕੋਈ ਟਾਈਮ ਇਹੋ ਜਿਹਾ ਆਊਗਾ ਤੁਹਾਡੀ ਵੀ ਕਿਸਮਤ ਜਾਗੂਗੀ। ਬੜੇ ਲੋਕਾਂ ਨੇ 2-2 4-4 ਸਾਲ 'ਚ ਕਰੋੜਾਂ ਕਮਾਇਆ, ਕਿਸੇ ਜਿਵੇਂ ਹੁਣ ਪ੍ਰਾਪਰਟੀ 'ਚ ਲੋਕਾਂ ਨੇ ਕਿੰਨਾ ਪੈਸਾ ਬਣਾਇਆ। ਸੋ ਕਿਸਮਤ ਦਊਗੀ ਤੁਹਾਨੂੰ, ਥੋੜਾ ਜਿਹਾ ਸਬਰ ਨਾਲ ਟਾਈਮ ਦੀ ਵੇਟ ਕਰੋ, ਤੁਹਾਡਾ ਵੀ ਟਾਈਮ ਆਊਗਾ। ਕਦੇ ਵੀ ਇਹੋ ਜਿਹੇ, ਮੈਂ ਆਪਣੇ ਪੰਜਾਬੀ, ਮੈਨੂੰ ਤਾਂ ਹੁਣ ਸ਼ਰਮ ਜਿਹੀ ਆਉਂਦੀ ਆ ਕੱਲ ਦੀ ਗੱਲ ਕਰਦੇ, ਪਰ ਤੁਹਾਨੂੰ ਮੇਰਾ ਇੱਕ ਵਾਰ ਆਪਾਂ ਸਲੂਟ ਹੀ ਕਰ ਸਕਦੇ ਹਾਂ ਕਿ ਬੜੇ ਲੋਕਾਂ ਨੇ ਡਰ ਕੇ ਜੇ ਗੱਲ ਕੀਤੀ ਆ। ਆਪਣੇ ਰੇਡੀਓ ਤੇ ਗੱਲ ਹੋਈ ਆ ਕੱਲ, ਹੁਣ ਜਿਹੜੇ ਕਈ ਚੈਨਲ ਹੋਰ ਵੀ ਚੱਲਦੇ ਨੇ, ਉਹ ਕਹਿੰਦੇ, ਮੇਰੇ ਆਪਣੇ ਦੋਸਤ ਨੇ ਇੰਡੀਆ ਤੋਂ, ਪੱਤਰਕਾਰ ਮਿੱਤਰ ਵੀ, ਕਹਿੰਦੇ ਯਾਰ ਕੈਨੇਡਾ ਵਾਲੇ ਉਹ ਤਾਂ ਤੁਸੀਂ ਬਹੁਤ ਦਲੇਰ ਹੋ, ਤੇ ਆਹ ਗੱਲ ਕਿਸੇ ਨੇ ਠੋਕ ਕੇ ਕੀਤੀ ਨਹੀਂ ਹੈਗੀ। ਮੈਂ ਕਿਹਾ ਵੀ ਕੋਈ ਨਹੀਂ, ਹੋਊਗੀ ਗੱਲ ਤਾਂ, ਇੱਕ ਅੱਧਾ ਦਿਨ ਲੱਗਦਾ। ਸੋ ਤੁਸੀਂ ਉਸ ਚੀਜ਼ ਦਾ ਵਧੀਆ ਅੱਜ ਮਤਲਬ ਸਭ ਨੂੰ ਜਵਾਬ ਦੇਤਾ ਵੀ ਇਹ ਗੱਲ ਹੋਣੀ ਚਾਹੀਦੀ ਹੈ। ਤੇ ਸਪੈਸ਼ਲੀ ਆ ਜਿਹੜੇ ਵੀਰ ਪਿਛਲੇ ਗੱਲ ਕਰਕੇ ਗਏ ਨੇ, ਇਹਨਾਂ ਦੀ ਪ੍ਰੋਪਰ ਮੈਂ ਰਿਕਾਰਡਿੰਗ ਵੀ ਸੁਣ, ਥੋੜੀ ਜਿਹੀ ਮਿਸ ਹੋ ਗਈ, ਬੜੀ ਸੋਹਣੀ ਗੱਲਬਾਤ ਵੀਰ ਨੇ ਕੀਤੀ ਆ। ਤੇ ਹੋਰ ਚੈਨਲਾਂ ਤੇ ਵੀ ਜਾ ਕੇ ਦੱਸੇ ਮੇਰਾ ਵੀਰ, ਜਿਹਨਾਂ ਨੂੰ ਪਤਾ ਨਾ, ਤੇ ਨਾਲ ਨਾਲ ਤੁਹਾਡੇ ਤੋਂ ਬਾਅਦ ਵੀ ਪ੍ਰੋਗਰਾਮ ਆਉਣਗੇ। ਧੰਨਵਾਦ ਚੰਦੀ ਸਾਹਿਬ, ਪ੍ਰੋਗਰਾਮ ਲਿਆਉਣ ਦੇ ਲਈ ਧੰਨਵਾਦ ਵੀਰ, ਧੰਨਵਾਦ ਜੀ। ਬੜਾ ਲੰਮਾ ਸਮਾਂ ਹੋਲਡ ਹੋ ਗਿਆ ਜੀ। ਹਾਂਜੀ 8782 ਸਵਾਗਤ ਹੈ ਵੀਰ, 25 ਮਿੰਟ ਤੋਂ ਹੋਲਡ ਜੀ। ਚੰਦੀ ਵੀਰ ਸਤਿ ਸ੍ਰੀ ਅਕਾਲ। ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਮੈਂ ਭੱਟੀ ਨੂੰ ਵੀ ਇੱਕ ਬੇਨਤੀ ਕੀਤੀ, ਤੈਨੂੰ ਵੀ ਕਰ ਦਿੰਦਾ ਯਾਰ, ਕੋਈ ਫੋਨ ਨੰਬਰ ਵਧੀਆ ਆਪਦਾ ਲਓ ਜਿਹੜਾ ਅਸੀਂ ਸੁਣ ਸਕੀਏ, ਕਿਉਂਕਿ ਪਤਾ ਨਹੀਂ 5-6 ਤੁਹਾਡੇ ਫੋਨ ਨੰਬਰ ਆ, ਉਹ ਲਾਈਦਾ 1 ਮਿੰਟ ਬਾਅਦ ਬੰਦ ਹੋ ਜਾਂਦਾ। ਵੀਰ ਭੱਟੀ ਨੂੰ ਪੁੱਛ, ਲਾਈਨਾਂ ਦੀ ਪ੍ਰੋਬਲਮ ਆ, ਤੇ ਥੋੜਾ ਜਿਹਾ ਜਾਂ ਤੁਸੀਂ PTN 24 ਦਾ ਐਪ ਡਾਊਨਲੋਡ ਕਰ ਲਓ, ਤੇ ਉਹਦੇ ਤੇ ਨਾ ਕੈਮਰੇ ਦੀ ਆਉਂਦੀ ਆ, ਉਹ ਕੈਮਰਾ ਬੰਦ ਕਰ ਲਓ, ਆਡੀਓ ਤੁਹਾਨੂੰ ਪ੍ਰੋਪਰ ਸੁਣਦੀ ਰਹੂਗੀ। PTN 24 ਦਾ ਐਪ ਡਾਊਨਲੋਡ ਕਰ ਲਓ।
ਅੱਛਾ ਜੀ, ਕਿਉਂਕਿ ਮੈਂ ਭੱਟੀ ਨੂੰ ਪੁੱਛਿਆ ਸੀ, ਉਹ ਕਹਿੰਦਾ ਮੇਰਾ ਆਪ ਦਾ ਨੰਬਰ ਲਿਆ ਵਾ, ਦੂਜਿਆਂ ਦੇ ਆਪੋ ਆਪਣੇ, ਕਿਸੇ ਨੇ ਲਿਆ ਕਿਸੇ ਨੇ ਨਹੀਂ ਲਿਆ, ਉਹਨੇ ਵੀ ਐਂ ਸਿਰੇ ਲਾਈ ਆ। ਰਹੀ ਗੱਲ ਦੂਜਾ ਇਹ ਬੰਦ ਉਦੋਂ ਹੋਊਗਾ ਜਦੋਂ ਅਸੀਂ ਇੱਥੇ ਲੀਗਲ ਜਿਵੇਂ ਫੀਮ ਦੀ ਖੇਤੀ ਕਰਦੇ ਹੋਗੇ, ਜਿਵੇਂ ਹੁਣ ਭੰਗ ਲੀਗਲ ਕਰ ਦਿੱਤੀ ਆ, ਕਿਉਂਕਿ ਇਹ ਚੀਜ਼ ਮਹਿੰਗੀ ਆ। ਇਹ ਚੀਜ਼ ਮਹਿੰਗੀ ਹੋਣ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਵੀ ਪੈਸੇ ਬਣਨਗੇ, ਜੇ ਹੁਣ ਸ਼ਰੇਆਮ ਜਿਹੜੀ ਚੀਜ਼ ਆਪਾਂ ਕਰ ਦਈਏ ਉਹਨੂੰ ਛੇਤੀ ਹੱਥ ਨਹੀਂ ਪਾਉਂਦਾ ਆ। ਤੁਸੀਂ ਜਦੋਂ ਮਰਜ਼ੀ ਦੇਖ ਲਓ, ਹੁਣ ਸ਼ਰਾਬ ਦੇ ਠੇਕਿਆਂ ਦੇ ਬੋਤਲਾਂ ਪਈਆਂ ਹੁੰਦੀਆਂ, ਕਿੰਨੇ ਕੁ ਲੋਕ ਚੱਕਣ ਜਾਂਦੇ ਆ, ਕੋਈ ਬੰਦਾ ਜਿਹਨੂੰ ਪੀਣੀ ਹੁੰਦੀ ਆ ਉਹੀ ਲੈ ਕੇ ਆਉਂਦਾ ਬਈ ਹੈ, ਉਹ ਦੂਜਾ ਬੰਦਾ ਜਾਂਦਾ ਨਹੀਂ। ਇਹ ਰਹੀ ਗੱਲ ਇਹਨਾਂ ਦੇ 10 ਵੱਜ ਗਏ ਹੋਣੇ ਆ ਤੁਹਾਡੇ, ਮੈਨੂੰ ਮੇਰੇ ਟੋਰਾਂਟੋ 10:30 ਜਦੋਂ ਇਹਨਾਂ ਦੇ ਕੋਰਟ 'ਚ ਪੇਸ਼ ਕਰਦੇ ਆ, ਉਹਨਾਂ ਨੂੰ ਜ਼ਮਾਨਤ ਹੋ ਜਾਣੀ ਆ ਤੇ ਉਦੋਂ 2 ਘੰਟੇ ਦਾ 2.5 ਘੰਟੇ ਦਾ ਹੁੰਦਾ ਪੇਪਰ ਵਰਕ, ਉਹ ਜਿਹੜਾ ਥਾਣੇ 'ਚ ਕਰਦੇ ਆ, ਕਿਉਂਕਿ ਹਜੇ ਥਾਣੇ 'ਚ ਹੀ ਹੁਣੇ, ਜੇਲ੍ਹ 'ਚ ਤਾਂ ਇਹਨਾਂ ਨੂੰ ਲੈ ਕੇ ਨਹੀਂ ਗਏ ਹੋਣੇ ਆ, ਤੇ ਉਹ 2.5 ਘੰਟੇ ਬਾਅਦ ਵੀ ਬਾਈ ਬਾਹਰ ਆ ਜਾਣੇ ਆ। ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਰਨਾ, ਨਾ ਇਹ ਹੋਣਾ। ਮੈਂ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਚੁੱਕਿਆ, ਮੇਰੀਆਂ ਅੱਖਾਂ ਕੀ ਮੈਨੂੰ ਪਤਾ ਯਾਰ, ਆਹ ਮੁੰਡਿਆਂ ਨੇ ਆਹ ਮੁੰਡੇ ਮਾਰੇ ਆ, ਮੈਂ 3 ਵਾਰੀ ਪੁਲਿਸ ਵਾਲਿਆਂ ਨੂੰ ਦੱਸ ਚੁੱਕਿਆ। ਉਹ ਕਹਿੰਦੇ ਬਾਈ ਅਸੀਂ ਉਹ ਫੜਦੇ ਹੀ ਨਹੀਂ ਲੈ, ਕੀ ਕਮੇਗਾ, ਹਾਰ ਕੇ ਕੰਨਾਂ ਦੇ ਵਿੱਚ ਰੂੰ ਪਾ ਲਈ, ਬੰਦ ਕਰ ਲੈ, ਆਪਦਾ ਘਰ ਸਾਂਭ ਲਾ। ਮੈਂ ਆਖਿਆ ਲੋੜ ਹੀ ਨਹੀਂ ਜੀ। ਬਿਲਕੁਲ ਜੀ, ਧੰਨਵਾਦ ਵੀਰ। ਓਕੇ ਓਕੇ ਜੀ, ਓਕੇ, ਬਿਲਕੁਲ ਸਹੀ ਗੱਲ ਹੈ ਜੀ। 7141 ਸਵਾਗਤ ਹੈ ਜੀ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਟਾਂਡੀ ਮੰਗਤਾ ਬੋਲਦਾ ਵੈਨਕੂਵਰ ਤੋਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਤੇ ਮੈਂ ਤਾਂ ਇਹ ਗੱਲ ਕਰਨੀ ਸੀ ਵੀ ਜਿਹੜੇ ਇਹ ਜਿੱਦਾਂ ਵੀ ਇਹਨਾਂ ਦੀਆਂ ਉਮਰਾਂ ਵੀ ਕਾਫੀ ਹੋਈਆਂ ਆ ਜੀ ਜੀ ਜੀ, ਵੀ ਬੰਦਾ ਤਾਂ ਇਸ ਕੰਮ 'ਚ 20 ਸਾਲ ਦਾ ਪੈਂਦਾ, ਵੀ ਉਹ ਵੀ ਨਦਾਨੀ 'ਚ ਪੈਂਦਾ, ਵੀ ਮੈਂ ਕਹਿੰਦਾ ਬੈਕ ਨਹੀਂ ਹੋਣਾ, ਕਹਿੰਦੇ 92 ਟ੍ਰੈਫਿਕ ਆ ਕਈ ਤਾਂ 60 ਸਾਲ ਦੇ ਜੀ, 2 ਜਣੇ ਵਿੱਚ 55-60 ਸਾਲ ਦੇ। ਤਾਂ ਇਹ ਤਾਂ ਬਈ ਮਤਲਬ ਉਹ ਬਈ ਕਹਿ ਵੀ ਜਿਹੜੀਆਂ ਮੈਂ ਕਹਿੰਦਾ ਵੀ ਜਿਹੜੀਆਂ ਕੁੜੀਆਂ ਫਸੀਆਂ ਹੈ ਨਾ ਵਿੱਚ, ਉਹ ਨਕੋਲ ਫਸ ਗਈਆਂ ਹੋਣੀਆਂ ਮੇਰੇ ਹਿਸਾਬ ਦੇ ਨਾਲ ਜੀ, ਕਿਉਂ ਕਈ ਵਾਰੀ ਨਹੀਂ ਪਤਾ ਹੁੰਦਾ। ਹੁਣ ਆਹ ਇੱਥੇ ਜਿੱਦਾਂ ਵੀ ਭੰਗ ਵਾਲੇ ਖੁੱਲੇ ਹੋ ਆ ਇੱਥੇ, ਜਿੱਦਾਂ ਗ੍ਰੀਨ ਹਾਊਸ, ਤੇ ਉਹ ਭੰਗ ਵਾਲੇ ਹੁਣ ਆਪਣੇ ਉੱਥੇ ਬੰਦੇ ਲੇਬਰ ਕਰਦੇ ਆ ਜੀ, ਔਰਤਾਂ ਵੀ ਜਾਂਦੀਆਂ ਬੰਦੇ ਵੀ ਜਾਂਦੀਆਂ। ਉਹ ਭੰਗ ਦਾ ਨਾ ਗੱਭੇ ਜਾੜਾ ਜਿਹਾ ਰੱਖ ਲੈਂਦੇ ਆ, ਤੇ ਉਹਨੂੰ ਕੈਂਚੀ ਨਾਲ ਕੱਟਣਾ ਹੁੰਦਾ ਆ ਜੀ, ਜਿੱਦਾਂ ਇੰਡੀਆ 'ਚ ਹੁੰਦਾ ਆ। ਤੇ ਨਸ਼ਾ ਤਾਂ ਉਹ ਵੀ ਆ, ਫਿਰ ਉਹਦੀ ਆੜ ਦੇ ਥੱਲੇ ਜਿਹੜੇ ਨਸ਼ੇ ਬਾਕੀ ਆ, ਉਹ ਜਿਹਨਾਂ ਨੂੰ ਮਿਲਿਆ ਲਾਇਸੈਂਸ, ਉਹਦੇ ਫਿਰ ਗਾਂ ਏਦਾਂ ਦੇ ਬੰਦੇ ਫਿਰ ਕੰਟੈਕਟ ਕਰ ਲੈਂਦੇ ਆ ਜੀ। ਉਹ ਲਾਇਸੈਂਸ ਦੇ ਥੱਲੇ ਜਿਹੜਾ ਕੰਮ ਹੋ ਰਿਹਾ ਨਾ, ਸਮਗਲਿੰਗ, ਜਿੱਦਾਂ ਹੁਣ ਆ ਫੀਮ ਦੀ ਸਮਗਲਿੰਗ ਜਾਂ ਹੋਰ ਹੀਰੋਇਨ ਉਹ ਜਿਹੜੀ ਹੋ ਰਹੀ ਆ, ਉਹ ਇਹਦੇ ਥੱਲੇ ਹੋ ਰਹੀ ਆ। ਕਈ ਬੰਦੇ ਬਹੁਤ ਆ ਜਿਹੜੇ ਸਾਡੇ ਗਰੋਸਰੀ ਸਟੋਰ ਬਣੇ ਹੋ ਆ, ਹੁਣ ਇਹਨਾਂ ਦੇ ਥੱਲੇ ਉਹ ਜਿਹੜਾ ਕੰਟੇਨਰਾਂ ਦੇ ਵਿੱਚ ਮਾਲ ਆਉਂਦਾ ਨਾ, ਇਹ ਤਾਂ ਅਜੇ ਸਾਹਮਣੇ ਆ ਗਿਆ ਹੈ। ਉਹ ਤਾਂ ਲੋਕ ਸਾਡੇ ਬਹੁਤ ਕਰ ਰਹੇ ਆ ਇਹ ਕੰਮ ਜੀ, ਬਈ ਜਿੱਦਾਂ ਵੀ ਕਾਫੀ ਹੋ ਗਿਆ। ਆਪਾਂ ਪੰਜਾਬ ਨੂੰ ਭੰਡਦੇ ਸੀ ਵੀ ਉੱਥੇ ਨਸ਼ਾ ਹੋ ਗਿਆ, ਤਾਂ ਇਹ ਮੇਰੇ ਹਿਸਾਬ ਦੇ ਨਾਲ ਜਿਹੜਾ ਨਾ, ਜੇ ਲਿਆਉਣਾ ਹੀ ਆ ਤੁਸੀਂ ਨਾ, ਵੀ ਗੌਰਮੈਂਟ ਨੂੰ ਚਾਹੀਦਾ ਭੰਗ ਮੰਗ ਜਿਹੜੀ ਫੀਮ ਆ ਨਾ, ਨੈਚੁਰਲ ਫੀਮ ਜਿਹੜਾ ਅਫਗਾਨਿਸਤਾਨ ਦੀ, ਉਹ ਇੱਥੇ ਮਤਲਬ ਆਵੇ ਤੇ ਜਿਹੜਾ ਇਹਦੀ ਮੰਗ ਕਰ ਦਿੱਤਾ ਜਾਵੇ। ਤੇ ਏਦਾਂ ਦੇ ਜਿਹੜੇ ਹੁਣ ਆ ਛੋਟਾ ਜਿਹਾ ਭੰਗ ਦੇ ਆੜ ਦੇ ਥੱਲੇ ਜਿਹੜਾ ਇਹ ਲਾਇਸੈਂਸ ਲੈ ਕੇ ਛੋਟੇ ਜਿਹਾ ਕੀਤਾ ਜਾ ਰਿਹਾ, ਕਈਆਂ ਨੂੰ ਪੋਲੀਟੀਸ਼ੀਅਨ ਜਰੀਏ ਮਿਲ ਕੇ ਫੇਰ ਲਾਇਸੈਂਸ ਦਿੰਦੇ ਆ, ਬੜਾ ਔਖਾ ਮਿਲਦਾ ਜੀ। ਤੇ ਉਹ ਜੇ ਆਮ ਹੀ ਕਰ ਦੇਣ, ਉਦਾਂ ਵੀ ਤਾਂ ਹੁੰਦੀ ਆ ਇਹ ਫੀਮ, ਜਿੱਦਾਂ ਕਹਿ ਲਓ ਵੀ ਉਹ ਬੰਦਾ ਭਾਈ ਸਾਹਿਬ ਦੱਸ ਕੇ ਕਈ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ, ਤਾਂ ਬਿਮਾਰੀਆਂ ਨੂੰ ਆਰਾਮ ਦਿੰਦੀ ਆ। ਲੋਕ ਕੰਮ ਕਾਰ ਇਹਨਾਂ ਬਹੁਤ ਜ਼ਿਆਦਾ ਕਰ ਰਹੇ ਆ। ਮੇਰੇ ਤਾਂ ਆਪ ਮੋਢਾ ਦੁਖਦਾ ਹੁੰਦਾ, ਕਈ ਵਾਰੀ ਗਲ ਦੁਖਦਾ ਹੁੰਦਾ, ਬਚਾ ਰੱਖਦਿਆਂ ਤੇ ਉਹ ਫਿਰ ਮੇਰਾ ਸਹੀ ਹੋ ਜਾਂਦਾ ਸਿਸਟਮ ਜਿਹੜਾ ਹੈ ਨਾ। ਹੁਣ ਮੈਂ ਅਜੇ ਨਸ਼ਾ ਨਹੀਂ ਖਾਧਾ ਆ, ਅਜੇ ਸਵੇਰਾ ਹੁਣ ਮੈਂ ਚਾਹ ਪੀਣੀ ਆ, ਤੇ ਚਾਹ ਦੇ ਨਾਲ ਮਾੜਾ ਜਿਹਾ ਲੈਣਾ। ਮੈਂ ਤਾਂ ਜਿਹੜਾ ਉਹਨਾਂ ਨੂੰ ਵੀ ਕਹਿਣਾ ਹੁੰਦਾ, ਜਿਹੜੇ ਨਾ ਛੋਟੇ ਛੋਟੇ ਇਹ ਆ ਨਾ ਡੀਲਰ, ਜਿਹੜੇ ਆ ਕਿਲੋ ਕੁ ਵੇਚਣੇ ਵਾਲੇ, ਉਹ ਘਰਾਂ ਦੇ ਵਿੱਚ ਹੀ ਤਕੜੀਆਂ ਲਾਈਆਂ ਆ ਉਹਨੀ ਆਪਣੇ ਬੰਦਿਆਂ ਦੇ, ਉਹਨੀ ਵੀ ਹੱਥ ਆ ਜਾਣਾ ਏਦਾਂ ਇੱਕ ਦਿਨ। ਜਿੱਦਾਂ ਆਪਾਂ ਇਹਨਾਂ ਨੂੰ ਤਾਂ ਕਹਿੰਦੇ ਆ ਗਿਆ ਹੱਥ, ਉਹ ਜਦੋਂ ਆਪਾਂ ਫੋਨ ਤੇ ਨਹੀਂ ਕਰਦੇ ਗੱਲਬਾਤ, ਆਪਾਂ ਕਹਿੰਦੇ ਮੈਨੂੰ ਨੀ ਟਿਕਟ ਮਿਲਣੀ, ਮੈਂ ਫੋਨ ਤੇ ਗੱਲ ਕਰ ਲੈਂਦਾ ਹੁੰਦਾ, ਹਨਾ। ਆਪਾਂ ਆਮ ਹੀ ਕਰਦੇ ਫੋਨਾਂ ਤੇ, ਜਦੋਂ ਫੋਨ ਕਿਸੇ ਦਾ ਵੀ ਆ ਜਾਵੇ ਆਪਾਂ ਫੋਨ ਚੱਕ ਲੈਂਦੇ, ਆਪਾਂ ਪੁਲਿਸ ਦੀ ਪਰਵਾਹ ਨਹੀਂ ਕਰਦੇ। ਜਿੱਦਣ ਫਸਦੇ ਆ ਉਦੋਂ ਆਪਾਂ ਰੋਂਦੇ ਆ, ਮੈਂ ਤਾਂ ਜੀ ਇੱਥੇ ਫੋਨ ਰੱਖਿਆ ਸੀ, ਮੈਂ ਉੱਥੇ ਰੱਖਿਆ ਸੀਗਾ, ਪੁਲਿਸ ਮੈਨੂੰ ਗਲਤ ਦੇ ਗਿਆ ਟਿਕਟ। ਤੇ ਇਹ ਛੋਟੇ ਛੋਟੇ ਵੀ ਫੜਨੇ ਚਾਹੀਦੇ, ਬੜੇ ਵੀ ਫੜਨੇ ਚਾਹੀਦੇ, ਤੇ ਦੁਕਾਨਾਂ ਖੋਲ ਦੇਣੀਆਂ ਚਾਹੀਦੀਆਂ ਨਸ਼ੇ ਦੀਆਂ ਮੇਰੇ ਹਿਸਾਬ ਦੇ ਨਾਲ। ਹੁਣ ਸਾਰਾ ਹੀ ਇਹੀ ਹੋ ਗਿਆ ਪੰਜਾਬ 'ਚ ਵੀ, ਇਹ ਨਸ਼ੇ ਦਾ ਮੁੱਦਾ ਵੀ ਹਿੱਲਣਾ ਹੈ। ਜਿੱਦਾਂ ਕਹਿ ਲਓ ਇਹ ਡੋਡਿਆਂ ਕਹਿਣਾ ਵੀ ਬੀਜੋ, ਇਹ ਚੱਲਣਾ ਇਹ ਵਿਸ਼ਾ ਉੱਥੇ ਵੀ। ਤੇ ਕਿਉਂਕਿ ਉਹ ਖੁਰਾਕਾਂ ਨਹੀਂ ਰਹੀਆਂ, ਉਹ ਜਿੱਦਾਂ ਕਹਿ ਲਓ ਇਹ ਜਿਹੜੇ ਕੰਮ ਕਾਰ ਨਹੀਂ ਹੁੰਦੇ, ਲੋਕਾਂ ਕੋਲ ਟੈਨਸ਼ਨ ਬਹੁਤ ਆ, ਘਰਾਂ ਦੇ ਕਰਜ਼ੇ ਬਹੁਤ ਆ, ਸਾਰਾ ਕੁਛ ਆ, ਘਰ ਵਾਲੀ ਲੜਦੀ ਆ, ਬਾਹਰ ਬੌਸ ਲੜਦਾ ਆ,
ਉਹਦੀ ਟੈਨਸ਼ਨ ਕੱਢਣ ਲਈ ਇਹ ਮਾਲ ਤਾਂ ਖਾਣਾ ਹੀ ਪੈਣਾ ਆ। ਜਿੱਦਾਂ ਕਹਿ ਲਓ ਬਈ ਇਹ ਫੇਰ ਬੰਦਾ ਖੁਸ਼ ਹੁੰਦਾ, ਕਹਿਣਾ ਚੱਲ ਆ ਮਾਲ ਖਾਦਾ ਆ ਮੈਂ ਕੰਮ ਕਰ ਲਵਾਂ ਹਨਾ। ਤੇ ਨਾਲ ਘੇ ਦੁੱਧ ਜ਼ਰੂਰ ਖਾਣਾ ਚਾਹੀਦਾ ਇਹਦੇ ਨਾਲ, ਚੰਗਾ ਜਿੱਦਾਂ ਖਾ ਲਵੇ, ਜਿੱਦਾਂ ਕਹਿ ਲਓ ਖਾਣਾ ਪੀਣਾ ਚੰਗਾ, ਕੋਈ ਇੱਥੇ ਸਿਹਤ ਵੀ ਵਧੀਆ ਆ, ਫਲ ਫਰੂਟ ਸਾਰਾ ਕੁਝ ਆਪਾਂ ਕਹਿੰਦੇ ਆ ਚੰਗਾ, ਸਾਰਾ ਕੁਝ ਹੈਗਾ। ਤੇ ਇਹ ਬੰਦੇ ਜਿਹੜੇ ਬਾਹਰ ਆ ਰਹੇ ਆ ਤੇ ਜੇ ਨਹੀਂ ਕੰਮ ਕਰਨਾ ਹੀ ਆ ਇਹ ਵੀ ਹਟਣਾ ਥੋੜੋ ਆ। ਇਹ ਵਧੀਆ ਨਸ਼ਾ ਵੇਚਣ, ਇਹ ਫੀਮ ਦਾ ਨਸ਼ਾ ਵੇਚਣ, ਹੱਥ ਛੱਡ ਦੇਣ ਚਿੱਟਾ ਚੁੱਟਾ। ਤੇ ਬਾਕੀ ਕਹਿੰਦੇ ਆ, ਮੈਂ ਅਖੀਰ ਤੇ ਗੱਲ ਕਹੂੰਗਾ ਵੀ ਇੱਧਰਲੇ ਬੌਰਨ ਬੱਚੇ ਜਿਹੜੇ ਖਰਾਬ ਹੋਏ ਆ ਨਿੱਕੇ ਹੁੰਦੇ, ਉਹ ਕਹਿੰਦੇ ਨਸ਼ਾ ਵੇਚਦੇ ਤਾਂ ਸਟੂਡੈਂਟ ਲੈਂਦੇ ਆ। ਮਤਲਬ ਇਹ ਵੀ ਧੰਦਾ ਜਿਹੜਾ ਹੈ ਨਾ ਨਵਾਂ ਤਰੀਕੇ ਦਾ ਆ ਰਿਹਾ ਬਈ ਉਹੀ ਕੰਮ ਕਰਨ ਲਈ ਮਤਲਬ ਲੈ ਰਹੇ ਸਟੂਡੈਂਟ ਤੇ ਇਹ ਵੇਚਦੇ ਆ। ਤਾਂ ਇਸ ਕਰਕੇ ਮੈਂ ਕਹਿੰਦਾ ਬਈ ਇਹ ਕੰਮ ਸਿੱਧਾ ਹੀ ਹੋ ਜਾਵੇ ਤਾਂ ਕੰਮ ਵਧੀਆ ਆ। ਤੇ ਜਿਹੜੀਆਂ ਕੁੜੀਆਂ ਵਿਚਾਰੀਆਂ ਜਿਹੜੀਆਂ ਫਸੀਆਂ ਨਾ ਵਿੱਚ, ਉਹਨਾਂ ਦੀ ਮਦਦ ਕਰਦੇ, ਉਹ ਨਿਕਲ ਜਾਣ ਵਿੱਚੋਂ, ਉਹਨਾਂ ਨੂੰ ਪਤਾ ਨਹੀਂ ਹੋਣਾ ਮੇਰੇ ਹਿਸਾਬ ਨਾਲ। ਬਿਲਕੁਲ ਜੀ, ਚਲੋ ਤੁਹਾਡੇ ਵਿਚਾਰ ਆ ਜੀ, ਪਰ ਅਸੀਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ, ਪਰ ਜੇ ਸਰਕਾਰ ਲੀਗਲ ਕਰਦੀ ਹੈ ਤਾਂ ਉਹ ਗੱਲ ਡਿਫਰੈਂਟ ਆ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 0849 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਵੀਰ ਜੀ ਸਵਾਗਤ ਹੈ ਜੀ। ਹਾਂਜੀ ਇੱਕ ਬੀਬੀ ਆਈ ਸੀ ਨਵੇਂ ਸ਼ਹਿਰ ਤੋਂ ਤੁਹਾਡੇ ਪ੍ਰੋਗਰਾਮ 'ਚ ਪਹਿਲਾਂ ਜੀ, ਉਹ ਕਿਸੇ ਹੋਰ ਰੇਡੀਓ ਬਾਰੇ ਕੋਈ ਪ੍ਰੋਗਰਾਮ ਜਿਹੜੇ ਹੋ ਰਹੇ ਆ ਉਹਦੇ ਬਾਰੇ ਉਹ ਗੱਲ ਕਰ ਰਹੇ ਸੀ ਨਾ ਜੀ। ਜੀ ਤੁਸੀਂ ਇਹਨਾਂ ਦਾ ਮੀਡੀਆ ਭਾਜੀ, ਤੁਸੀਂ ਵੀ ਮੀਡੀਆ 'ਚ ਤੁਸੀਂ ਵੀ ਲੈ ਕੇ ਆ ਸਕਦੇ ਇਹਨਾਂ ਨੂੰ ਨਾਲ। ਹਾਂ ਬਿਲਕੁਲ ਜੀ, ਲੈ ਆਵਾਂਗੇ, ਪਰ ਆਪਾਂ ਭਾਜੀ ਇਸ ਚੱਕਰ 'ਚ ਪੈਂਦੇ ਨਹੀਂ, ਆਪਣਾ ਪ੍ਰੋਗਰਾਮ ਡਿਫਰੈਂਟ ਆ, ਉਹ ਪ੍ਰੋਗਰਾਮ ਡਿਫਰੈਂਟ। ਭਾਜੀ ਉਹ ਪ੍ਰੋਗਰਾਮ ਦੇ ਵਿੱਚ ਕੋਈ ਤੁਹਾਡਾ ਸਰੋਤਾ ਵੀ ਹੋ ਸਕਦਾ ਜਿਹੜਾ ਉਹਨੇ ਆਪਣੀ ਸਟੋਰੀ ਦੱਸੀ। ਤੁਹਾਡੀ ਵੀਰ ਆਵਾਜ਼ ਕੱਟੀ ਗਈ। ਹਾਂਜੀ ਹਾਂਜੀ ਵੀਰ ਜੀ, ਹੁਣ ਠੀਕ ਹੈ ਜੀ? ਹਾਂਜੀ ਹੁਣ ਠੀਕ। ਹਾਂਜੀ ਹਾਂਜੀ, ਮੈਂ ਕਿਹਾ ਜਿਹੜਾ ਉਹ ਪ੍ਰੋਗਰਾਮ 'ਚ ਬੰਦੇ ਸ਼ਾਮਲ ਹੋ ਕੇ ਆਪਣੀਆਂ ਪ੍ਰੋਬਲਮਾਂ ਲੈ ਕੇ ਆਉਂਦੇ, ਪਹਿਲਾਂ ਤਾਂ ਪ੍ਰੋਬਲਮ ਸੋਲਵ ਹੋ ਗਈ ਜੀ। ਤੁਹਾਡੀ ਆਵਾਜ਼ ਨਹੀਂ ਵੀਰ ਆ ਰਹੀ, ਤੁਹਾਡੀ ਆਵਾਜ਼ ਆ ਨਹੀਂ ਰਹੀ, ਪਲੀਜ਼। ਧੰਨਵਾਦ, ਮੈਂ ਫੇਰ ਕਰ ਲੂੰਗਾ। ਹਾਂ ਹੁਣ ਆ ਗਈ ਜੀ, ਠੀਕ ਆ, ਹੁਣ ਕਰ ਸਕਦੇ ਮੈਂ ਕਿਹਾ ਜੀ ਉਹ ਕੋਈ ਵੀ ਸਰੋਤਾ ਇਦਾਂ ਦਾ ਬੰਦਾ ਕੋ ਆ ਕੇ ਦੱਸੇ ਵੀ ਜਿਹਦੀ ਕੋਈ ਪ੍ਰੋਬਲਮ ਉਹਨੇ ਸੋਲਵ ਕੀਤੀ ਹੋਵੇ ਉਸ ਰੇਡੀਓ ਵਾਲੇ ਨੇ। ਤੇ ਪਲੱਸ ਜਦੋਂ ਤੁਸੀਂ ਆਪਣੀਆਂ ਉੱਥੇ ਪ੍ਰੋਬਲਮਾਂ ਦੱਸਦੇ ਆ, ਜਦ ਉਹਨੇ ਦੱਸਣਾ ਨਹੀਂ ਕੁਛ, ਤੁਹਾਡਾ ਕੋਈ ਸੋਲੂਸ਼ਨ ਹੀ ਨਹੀਂ ਕਰਨਾ, ਤੁਸੀਂ ਆਪਣਾ ਝੱਗਾ ਜਾ ਕੇ ਕਿਉਂ ਆਪਣਾ ਨੰਗ ਦਿਖਾਉਂਦੇ ਆ? ਗੱਲ ਵੀਰ ਆਪਦਾ ਨਾ, ਤੁਸੀਂ ਜਲੂਸ ਤਾਂ ਆਪਦਾ ਆਪ ਕਢਾਉਣੇ ਹੋ, ਤਾਂ ਹੀ ਤਾਂ ਕਿਹਾ ਵੀ ਤੁਸੀਂ ਜਾਣੇ ਕਿਉਂ ਆ। ਉਦਾਂ ਦੇ ਸੁਣਨ ਵਾਲੇ, ਉਦਾਂ ਦੇ ਕਾਲਰ ਆ, ਉਦਾਂ ਦੇ ਜਿਹੜੇ ਪ੍ਰੋਗਰਾਮ ਆਣ ਕੇ ਦੱਸਦੇ ਆ, ਉਹ ਤਾਂ ਬੈੱਡ ਤੱਕ ਚੱਲ ਜਾਂਦਾ ਜੀ ਹਰੇਕ ਦੇ। ਬਿਲਕੁਲ ਬੈਡਰੂਮ ਦੇ ਬੈਲ ਤੱਕ, ਸਿਰੇ ਤੱਕ, ਹਨਾ ਜੀ। ਤੇ ਰਹੀ ਗੱਲ ਹੁਣ ਨਸ਼ੇ ਵਾਲਿਆਂ ਦੀ ਜੀ, ਨਸ਼ੇ ਤਾਂ ਦੇਖੋ ਜੀ ਪੰਜਾਬੀਆਂ ਦੇ ਨਾਂ ਜਿੱਦਾਂ ਮਸ਼ਹੂਰ ਸੀਗੇ ਪਹਿਲਾਂ ਚੰਗੇ ਕੰਮਾਂ 'ਚ, ਹੁਣ ਇਹਨਾਂ ਕੰਮਾਂ 'ਚ ਵੀ ਨੰਬਰ 1 ਤੇ ਆਏ ਹੋ ਆ। ਤੇ ਇਹੀ ਲੋਕ ਆ ਜਿਹੜੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਸਾਰਿਆਂ ਨੂੰ ਮੋਹਰੀ ਬਣ ਕੇ ਦਿਖਾਉਂਦੇ। ਜੀ ਧੰਨਵਾਦ ਵੀਰ, ਤੁਹਾਡੀ ਆਵਾਜ਼ ਵਿੱਚੋਂ ਨਾ ਕੱਟੀ ਜਾ ਰਹੀ ਹੈ, ਮਾਫ ਕਰਨਾ। ਹਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ 6939 ਸਵਾਗਤ ਹੈ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਮੀਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤੁਹਾਨੂੰ ਜੀ ਵਧੀਆ, ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਏ ਹੋ ਇਹ। ਥੈਂਕ ਯੂ ਵੀਰ। ਤੁਸੀਂ ਪਹਿਲੇ ਆਪਣਾ ਤੁਸੀਂ ਲਾ ਲਓ ਇੱਕ ਪਟਵਾਣਾ ਜੀ ਆਪਣੇ ਪੱਤਰਕਾਰ ਪਟਿਆਲੇ ਤੋਂ, ਉਹਨਾਂ ਨੇ ਗੱਲਬਾਤ ਕੀਤੀ, ਇੱਕ ਦੂਜੇ ਤੁਸੀਂ ਹੋ ਨਾ ਜੀ। ਤੇ ਭਾਈ ਦੇਖ ਕੇ ਨਾ ਜੇ ਹੈਗਾ ਭਾਈ ਇੱਕ ਫੁਕਰਾ ਨਾ, ਮੈਂ ਉਹਨੂੰ ਜਾਣਦਾ, ਮੈਂ ਨਾਮ ਨਹੀਂ ਜਾਣਾ ਹੈਗਾ। ਉਹ ਗਾਣੇ ਗੋਣੇ ਵੀ ਭਾਈ ਆ ਜਿਹੜੀ ਆਪਣੇ ਸਿੰਗਰਾਂ ਦੇ ਅੱਗੇ ਵੀਡੀਓ ਬਣਦੀਆਂ ਨਾ, ਉਹਦੇ ਵਿੱਚ ਲੈ ਸਕਦੇ ਭਾਈ, ਨਾ ਤਾਂ ਮੈਂ ਸਾਰਿਆਂ ਦੇ ਲੈਤੇ ਆ। ਚਲ ਕੋਈ ਨਹੀਂ ਭਾਈ, ਹਾਲੇ ਮੈਂ ਨਹੀਂ ਲੈਣਾ ਚਾਹੁੰਦਾ ਨਾ, ਚਲੋ ਕੋਈ ਗੱਲ ਨਹੀਂ। ਤੇ ਉਹ ਗਾਣੇ ਗੋਣੇ ਭਾਈ ਜਿਹੜੇ ਆਉਂਦੇ ਆ ਸਿੰਗਰਾਂ ਦੇ, ਉਹਦੇ ਵਿੱਚ ਉਹਨਾਂ ਨੂੰ ਸਪਾਂਸਰ ਕਰਦਾ ਜੀ ਉਹ ਬੰਦਾ ਨਾ ਜੀ। ਤੇ ਬਾਹਲਾ ਫੁਕਰਾ ਬੰਦਾ ਜੀ। ਚਲੋ ਵਧੀਆ ਗੱਲ ਆ ਭਾਈ, ਉਹ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਕੀ ਚੱਲੀ ਜਾਂਦਾ ਨਾ ਉਰੇ। ਵੀ ਆਪਾਂ ਦੇਖਦੇ ਸੀ ਨਾ ਭਾਜੀ ਆਹ ਵੱਡੀਆਂ ਜਿਹੜੀਆਂ ਗੱਡੀਆਂ ਨਾ, ਆਹ ਜਿਹੜੀਆਂ ਆਪਾਂ ਦੇਖਦੇ ਸੀ ਗਾਣੇ ਕੋਣਿਆਂ ਦੇ ਵਿੱਚ, ਉਹ ਇਹਨਾਂ ਦੀਆਂ ਨੇ ਭਾਜੀ ਨਾ ਸਾਰੀਆਂ। ਤੇ ਬਹੁਤ ਵਧੀਆ ਭਾਈ, ਮੈਂ ਤਾਂ ਕਹਿੰਦਾ ਵੀ ਆਏ ਭਾਈ ਮੇਰੇ ਹਿਸਾਬ ਨਾਲ ਭਾਈ, ਜਿਵੇਂ ਹੁਣ ਕਹਿ ਰਹੇ ਸੀ ਨਾ ਲੋਕੀ ਵੀ ਛੁੱਟ ਜਾਣਗੇ ਭਾਜੀ, ਇੰਨੀ ਜਲਦੀ ਨਹੀਂ ਛੁੱਟਣ ਲੱਗੇ ਹੁਣ। ਇਹ 2020 ਤੋਂ ਪਤਾ ਨਹੀਂ ਕਿੰਨੇ ਸਾਲ ਤੋਂ ਇਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਸੀ ਨਾ ਵੀ ਇੰਨਾ ਸੌਖਾ ਨਹੀਂ ਹੈਗਾ ਭਾਈ, ਸ਼ਾਇਦ ਡੈਪੂਟੇਸ਼ਨ ਹੀ ਲਾ ਦੇਵੇ ਨਾ, ਕਿਉਂਕਿ ਸਰਕਾਰ ਭਾਜੀ ਬਹੁਤ। ਧੰਨਵਾਦ ਵੀਰ, ਤੁਹਾਡੀ ਆਵਾਜ਼ ਕੱਟੀ ਗਈ ਹੈ ਜੀ, ਆਵਾਜ਼ ਨਹੀਂ ਆਈ, ਪਰ ਚੋਰ ਮੋਰੀਆਂ ਬਹੁਤ ਆ ਜੀ ਇੱਥੋਂ ਦੇ ਸੰਵਿਧਾਨ ਦੇ ਵਿੱਚ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2623 ਸਵਾਗਤ ਹੈ ਜੀ। ਜੀ ਵੀਰ ਜੀ, ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਉਹ ਚਲੋ ਉਸ ਰੇਡੀਓ ਵਾਲੀ ਆਪਾਂ ਗੱਲ ਹੀ ਨਹੀਂ ਕਰਨੀ, ਉਹ ਤਾਂ ਤੁਸੀਂ ਆਪ ਹੀ ਦੱਸ ਦਿੱਤਾ ਵੀ ਉਹ ਬੰਦੇ ਨੇ ਉਹਦਾ ਵੀ ਜੀ ਟਾਕ ਸ਼ੋ ਤਾਂ ਹੁੰਦਾ ਲੋਕਾਂ ਦਾ ਮਨੋਰੰਜਨ ਕਰਨ ਲਈ, ਕੋਈ ਹੋਰ ਕੋਈ ਟਾਕ ਸ਼ੋ ਹੁੰਦਾ ਹੀ ਨਹੀਂ, ਉਹ ਕੋਈ ਹੁੰਦਾ ਜੀ ਇਹ ਬੀਬੀਆਂ ਭਾਪਿਆਂ ਦੇ ਹੁੰਦਾ ਪ੍ਰੋਗਰਾਮ। ਛੱਡੋ ਆਪਾਂ ਨੂੰ ਨਹੀਂ ਗੱਲ। ਆ ਜਿਹੜੀ ਨਸ਼ੇ ਦੀ ਵੀਰ ਜੀ ਗੱਲ ਹੈ, ਮੈਂ ਤਾਂ ਨਾਂ ਨਹੀਂ ਲੈਣਾ, ਮੈਂ ਬਸ ਉਹਦਾ ਮੋਟਾ ਮੋਟਾ ਦੱਸ ਦਿੰਦਾ, ਜਿਨ੍ਹਾਂ ਨੂੰ ਮੈਂ ਆਪਣੇ ਅੱਖਾਂ ਨਾਲ ਦੇਖਿਆ ਆ। ਮੈਂ ਨਹੀਂ
ਅੱਖਾਂ ਨਾਲ ਦੇਖਿਆ। ਉਹਨਾਂ ਦੇ ਨਿਆਣੇ ਵੀਰ ਜੀ ਉਹਨਾਂ ਦੇ ਹੱਥਾਂ 'ਚ ਹੈ ਨਹੀਂ ਜਿਨ੍ਹਾਂ ਨੇ ਇਹ ਕੰਮ ਇੱਥੇ ਕੀਤਾ। ਨੰਬਰ 1। ਨੰਬਰ 2, ਉਹ ਜਿੰਨਾ ਮਰਜੀ ਇੱਥੇ ਸਟਾਲ ਲਾ ਲੈਣ, ਪ੍ਰਸ਼ਾਦੇ ਲੋਕਾਂ ਨੂੰ ਛਕਾਈ ਜਾਣ, ਲੰਗਰ ਵਰਤਾਈ ਜਾਣ, ਵੀਰ ਜੀ ਗੁਰੂ ਮਾੜੇ ਬੰਦੇ ਦੀ ਬਾਂਹ ਨਹੀਂ ਉਹ ਫੜਦਾ। ਭਾਵੇਂ ਉਹ ਆਪਣੇ ਆਪ ਨੂੰ ਜਿੰਨਾ ਮਰਜੀ ਗਿਆਨੀ ਸੁਹਾਵੇ, ਤਾਂ ਚਾਹੇ ਉਹ 10 ਬੰਦਿਆਂ ਵਿੱਚ ਖੜ ਕੇ ਉੱਚੀ ਬਾਂਹ ਕਰ ਗੱਲਾਂ ਕਰੇ, ਜੇ ਤੂੰ ਮਾੜੇ ਕੰਮ ਦਾ ਪੈਸਾ ਇਕੱਠਾ ਕੀਤਾ ਜਿਹਨਾਂ ਲੋਕਾਂ ਨੇ, ਇੱਕ ਤਾਂ ਉਹਨਾਂ ਨਿਆਣੇ ਹੱਥਾਂ 'ਚ ਨਹੀਂ ਗਏ, ਦੂਸਰੀ ਗੱਲ ਜਿਹੜਾ ਉਹ ਪੈਸਾ ਉਹਨਾਂ ਨੇ ਇਕੱਠਾ ਕੀਤਾ, ਕਈ ਤਾਂ ਜਹਾਨੋਂ ਚਲੇ ਗਏ ਆ। ਮੈਂ ਨਾਂ ਨਹੀਂ ਲੈਣਾ, ਸੁਣਨ ਵਾਲੇ ਨੂੰ ਪਤਾ ਲੱਗੇ ਗਿਆ ਹੁਣ ਕਿਹੜੇ ਚਲੇ ਗਏ ਜਹਾਨੋਂ, ਜਿਹਨਾਂ ਨੇ ਆਪ ਜ਼ਿਆਦਾ ਮਾਲ ਖਾ ਲਿਆ। ਕਈ ਇੱਥੇ ਜੇਲ੍ਹਾਂ 'ਚ ਬੈਠੇ ਆ। ਜੇ ਉਹ ਸੋਚਣ ਸਗੋਂ ਆਪਣੀ ਔਲਾਦ ਨੂੰ ਵੀ, ਲੋਕਾਂ ਨੂੰ ਵੀ ਸਗੋਂ ਇਹ ਸੰਦੇਸ਼ ਦੇਣ ਜਿਹੜੇ ਅੰਦਰ ਜੇਲ੍ਹਾਂ 'ਚ ਹੁਣ ਬੈਠੇ ਆ ਜਾਂ ਜਿਹੜੇ ਬਾਹਰ ਆ ਵੀ ਗਏ ਆ ਜ਼ਮਾਨਤਾਂ ਤੇ, ਇਹ ਭਰਾਵੋ ਇਹ ਮਾੜੇ ਕੰਮ ਨਾ ਕਰੋ। ਅਸੀਂ ਕੀਤਾ ਦੇਖ ਲਓ ਸਾਡੇ ਘਰਾਂ ਦੀਆਂ ਹਾਲਾਤ ਕੀ ਆ, ਚੰਗੇ ਆ, ਗੱਡੀਆਂ ਚੰਗੀਆਂ, ਲੋਕਾਂ ਸਾਹਮਣੇ ਜਿਹਦੇ ਆ ਬਿਲਕੁਲ ਪੁੱਲ ਜਿਵੇਂ ਕਹਿੰਦੇ ਆਲੂ ਵਾਂਗੂ ਫਿੱਸੇ ਪਏ ਆ। ਨਿਆਣੇ 1 ਮਿੰਟ ਉਹਨਾਂ ਦੇ ਕਹੇ ਨਹੀਂ ਲੱਗਦੇ, 1 ਮਿੰਟ ਵੀ ਨਹੀਂ। ਤਾਂ ਆਪਣੇ ਬ੍ਰੈਂਪਟਨ ਦੇਖ ਲਓ, ਮੇਰਾ ਖਿਆਲ ਦੂਏ ਤੀਵਰੇ ਨਿਆਣੇ ਜੇਲ੍ਹ 'ਚ ਹੀ ਰਹਿੰਦੇ ਆ। ਉਹ ਆਪ ਜਾਂਦੇ ਛਡਾਉਣ, ਰਿਸ਼ਤੇਦਾਰਾਂ ਨੂੰ ਭੇਜਦੇ, ਤੁਸੀਂ ਲਿਆਓ ਜੀ, ਸਾਨੂੰ ਸ਼ਰਮ ਆਉਂਦੀ ਹੁਣ ਥਾਣੇ ਜਾਂਦਿਆਂ ਨੂੰ ਵੀ। ਨਾ ਲੋਕਾਂ ਦੇ ਆ, ਇਹ ਤੁਹਾਨੂੰ ਆਪਣੇ ਆਪ ਸਮਝ ਆ ਜਾਣੀ ਚਾਹੀਦੀ ਉਹਨਾਂ ਨੂੰ ਵੀ ਹਟ ਜਾਓ ਨਾ, ਗੁਰੂ ਦੇ ਨਾਂ ਦੇ ਉੱਪਰ ਇਹ ਕੰਮ ਕਰੋ। ਕਈ ਲੋਕ ਗੁਰੂ ਦਾ ਨਾਂ ਲੈ ਕੇ ਕੀਰਤਨ ਵੀ ਕਰਦੇ ਆ, ਸਾਰਾ ਕੁਝ ਹੀ ਕਰਦੇ ਆ, ਸਟਾਲ ਲਾਉਂਦੇ ਆ, ਮਾਰ ਕੇ ਆਪਣੇ ਆਪ ਨੂੰ ਬਹੁਤ ਚੰਗੇ ਸਮਝਦੇ ਆ। ਚੰਗੇ ਤਾਂ ਗੁਰੂ ਨੇ ਚੰਗੇ ਬੰਦੇ ਦੀ ਬਾਂਹ ਫੜਨੀ ਆ, ਚਾਹੇ ਕੋਈ ਜਿੰਨਾ ਮਰਜ਼ੀ ਆਪਣੇ ਆਪ ਨੂੰ ਚੰਗਾ ਸਮਝੇ। ਉਹ ਮਾੜੇ ਬੰਦੇ ਨੂੰ ਉਹ ਨਹੀਂ ਫੜਦਾ, ਚਾਹੇ ਉਹ ਜਿੰਨਾ ਮਰਜ਼ੀ ਧਰਮੀ ਲੋਕਾਂ ਦੇ ਦਿਸੇ। ਉਹਦਾ ਇੱਕ ਪਹਿਰਾਵਾ ਪਾਇਆ ਉਹਨਾਂ ਲੋਕਾਂ ਨੇ। ਬਸ ਆਪਣਾ ਸਮਝ ਲੈਣਾ ਚਾਹੀਦਾ ਵੀ ਲੋਕਾਂ ਨੂੰ ਸਿੱਖਿਆ ਦੇਣੀ, ਪਲੀਜ਼ ਇਹ ਕੰਮ ਨਾ ਕਰੋ, ਨਾ ਲੋਕਾਂ ਨਿਆਣਿਆਂ ਨੂੰ ਮਾਰੋ। ਬਸ ਇਹੀ ਕਹਿਣਾ ਮੈਂ। ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਹੇ ਜੀ sarvlowbuilder.com ਵਾਲੇ। ਤੁਸੀਂ ਘਰ ਬਣਾਉਣਾ, ਕਸਟਮੇਡ ਘਰ ਬਣਾਉਣਾ, ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ, ਤੁਸੀਂ ਤੁਹਾਡੇ ਕੋਲ ਫਾਰਮ ਹਾਊਸ ਹੈਗਾ ਜੀ, ਤੁਸੀਂ ਉੱਥੇ ਜਿੱਡਾ ਮਰਜ਼ੀ ਘਰ ਬਣਾ ਸਕਦੇ ਹੋ। ਫਾਰਮ ਦੇ ਵਿੱਚ 2000 ਤੋਂ ਲੈ ਕੇ 20,000 ਸਕੁਅਰ ਫੁੱਟ ਤੱਕ 15 ਸਾਲ ਦਾ ਤਜਰਬਾ। ਇਸ ਟਾਈਮ ਘਰ ਬੜੇ ਮਹਿੰਗੇ ਤੋਂ ਘੱਟ ਪ੍ਰਾਈਸ ਦੇ ਵਿੱਚ ਬਣਾ ਦਿੰਦੇ ਜੀ ਕੁਲਵਿੰਦਰ ਸਿੰਘ ਪੱਤੜ ਹੋਣੀ। 416 841 0478। ਟਾਇਰ ਪਾਉਣੇ ਬੱਸਾਂ, ਕਾਰਾਂ ਦੇ, ਟਰੱਕਾਂ ਦੇ, ਤੇ ਤੁਸੀਂ ਚੈਨੀ ਜਾਂ BF ਗੋਡਰੇਜ, ਮਿਸ਼ਲਨ, ਫਾਇਰਸਟੋਨ, ਬ੍ਰਿਜਸਟੋਨ, ਨਿਊ ਮਿਲੇਨੀਅਮ ਟਾਇਰ ਸੈਂਟਰ ਹੈ ਜੀ, 25 ਕਲਾਰਕ ਬੁਲੇਵਾਰਡ ਬਰੈਂਪਟਨ ਤੇ ਪਹੁੰਚਣਾ। 905 452 0111। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਜੀ, ਬਰੈਂਪਟਨ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ, ਦਲੀਲ। ਕਿਸੇ ਪੇਰੈਂਟਸ ਨੂੰ ਤੁਸੀਂ ਸਪਾਂਸਰ ਕਰਨਾ 647 786 2012 ਤੇ। ਜੋਬ ਦੀ ਭਾਲ ਵਿੱਚੋਂ ਤਾਂ ਸੇਫਐਕਸ ਟਰਾਂਸਪੋਰਟ ਹੈ ਜੀ, ਮੌਂਟਰੀਅਲ ਤੇ ਬੋਲਟਨ ਦੇ ਵਿੱਚ 2 ਟਰਮੀਨਲ ਹੈ। ਡਰਾਈਵਰ ਵੀ ਚਾਹੀਦੇ, ਤੁਹਾਨੂੰ ਆਪਰੇਟਰ ਵੀ ਚਾਹੀਦੇ, ਬੜੇ ਵਧੀਆ ਪੈਸੇ ਪੇ ਕਰਦੇ। ਬ੍ਰੈਂਡ ਨਿਊ ਟਰੱਕ ਆ ਜੀ ਉਹਨਾਂ ਦੇ ਕੋਲ। ਰਮਿੰਦਰਦੀਪ ਜਾਮਨਦੀਪ ਉਹਨਾਂ ਨੂੰ ਕਾਲ ਕਰ ਲਓ 514 625 0025 514 887 0025 ਤੇ। GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਤੇ ਤੁਸੀਂ ਕੰਸਟਰਕਸ਼ਨ ਦਾ ਸਾਰਾ ਕੰਮ ਜਿਹੜਾ ਸਮਾਨ ਲੈ ਸਕਦੇ ਹੋ। ਟਾਈਲਾਂ ਵੀ ਲੈ ਸਕਦੇ ਹੋ, ਡਾਲਰ ਦੀ ਟਾਈਲ ਆਈ ਹੈ ਜੀ। 241 ਕਲੀਅਰੈਂਸ ਸਟਰੀਟ ਬਰੈਂਪਟਨ ਪਹੁੰਚਣਾ। 905 792 0036। ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ, L ਸ਼ੇਪ, ਰਾਉਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ। ਸ਼ਗਨਦੀਪ ਨੂੰ ਕਾਲ ਕਰ ਲਓ 905 799 88 77 ਤੇ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 6939 ਸਵਾਗਤ ਹੈ ਵੀਰ। ਹਾਂਜੀ ਭਾਜੀ, ਆਪਣਾ ਮੇਰੀ ਆਵਾਜ਼ ਕੱਟ ਗਈ ਸੀਗੀ ਜੀ? ਆਵਾਜ਼ ਕੱਟ ਗਈ ਸੀ। ਹਾਂਜੀ ਆਮ ਸੌਰੀ। ਅੱਛਾ ਬੈਡ ਰੇਂਜ ਚ ਭਾਈ ਉਹੀ ਆ ਵੀ ਵਧੀਆ ਜੀ, ਚਲੋ ਸਾਰਿਆਂ ਦੇ ਸਾਹਮਣੇ ਆ ਗਿਆ ਭਾਈ। ਬਾਕੀ ਇੱਕ ਦੂਜੀ ਗੱਲ ਹੋਰ ਆ ਭਾਈ, ਆਪਣੇ ਬਰੈਂਪਟਨ ਦੇ ਵਿੱਚ ਡਿਮਾਂਡ ਵੀ ਚਲੋ ਹੈਗੀ ਆ ਨਾ। ਜੇ ਇਹ ਇੰਨੇ ਬੰਦੇ ਆਏ ਨੇ, ਮਤਲਬ ਅੱਗੇ ਨਾ ਵੀ ਜੇ ਡਿਮਾਂਡ ਸੀਗੀ ਖਾਣੇ ਵਾਲਿਆਂ ਦੀ ਤਾਂ ਹੀ ਆਏ ਨਾ ਬੰਦੇ, ਤਾਂ ਹੀ ਭੇਜਦੇ ਡਿਮਾਂਡ ਆ ਤਾਂ ਸਪਲਾਈ। ਉਹ ਵੀ ਭਾਜੀ ਇੱਕ ਦੂਜਾ ਪੱਖ ਆਪਾਂ ਨੂੰ ਦੇਖਣਾ ਪੈਣਾ ਵੀ ਲੋਕਾਂ ਨੂੰ ਥੋੜਾ, ਚਲੋ ਤੁਸੀਂ ਨਾ ਕਰੋ ਇਹੋ ਜਿਹੇ ਮਾੜੇ ਕੰਮ ਨਾ। ਇੱਕ ਤਾਂ ਟਰੱਕਿੰਗ ਇੰਡਸਟਰੀ ਨਾਲ ਆਪਾਂ ਜੁੜੇ ਹੋਏ ਆ ਜੀ ਨਾ, ਤੇ ਇਹਦਾ ਭਾਈ ਅਮਰੀਕਾ ਵਾਲੇ ਆਪਾਂ ਨੂੰ ਹਾਲੇ ਬਹੁਤ ਲੀਨੀਅੰਟ ਲੈ ਕੇ ਚੱਲਦੇ ਆ। ਕਿਤੇ ਉਹ ਡਰੱਗ ਟੈਸਟ ਕਰਨ ਆਇਆ ਨਾ ਬਾਰਡਰ ਦੇ ਉੱਪਰ ਵੀ ਕਿਤੇ ਹਨਾ, ਰੈਂਡਮਲੀ ਕਿਤੇ ਉੱਥੇ ਬਹੁਤ ਬੰਦੇ ਫੜੇ ਜਾਣਗੇ ਜੀ ਮੇਰੇ ਹਿਸਾਬ ਨਾਲ ਡਰੱਗ ਦੇ ਵਿੱਚ ਹੀ ਨਾ। ਜਿਹੜੇ ਫੀਮ ਆ, ਡੋਡੇ ਵਗੈਰਾ ਜੋ ਵੀ ਉਹ ਖਾਂਦੇ ਆ ਨਾ, ਇਹ ਨਾ ਹੀ ਕਰਨ ਤਾਂ ਜ਼ਿਆਦਾ ਵਧੀਆ ਭਾਈ। ਬਾਕੀ ਜਿਹੜਾ ਆਪਣਾ ਪੱਤਰ ਹੈਗਾ ਨਾ, ਰੇਡੀਓ ਸਟੇਸ਼ਨ, ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਹਨਾ ਉਛਾਲੀ ਜਾਂਦੀ ਆ, ਉਹਨਾਂ ਦੀ ਇੱਜ਼ਤ, ਜਿਵੇਂ ਰੋਜ਼ ਹੀ ਕੋਈ ਨਾ ਕੋਈ ਸਟੋਰੀ ਆਈ ਜਾਂਦੀ ਹੈ ਭਾਈ। ਉਹਦਾ ਕਦ ਹਿਸਾਬ ਕਿਤਾਬ ਹੋਊਗਾ ਜੀ? 40 ਸਾਲ ਹੋ ਗਏ ਜੀ ਉਹਨੂੰ ਨਾ ਆਹ ਕੰਮ ਕਰਦੇ ਨੂੰ। ਸਮਝ ਨਹੀਂ ਆ ਰਹੀ ਭਾਜੀ ਵੀ ਕਦ ਉਹਦਾ ਹਿਸਾਬ ਕਿਤਾਬ ਹੋਊਗਾ। ਤੇ ਭਾਈ ਉੱਥੇ ਕਾਲ ਨਹੀਂ ਟੁੱਟਦੀ ਹੈਗੀ ਆਪਣਾ ਕਾਲ ਕਰਨ ਵਾਲਿਆਂ ਦੀ ਨਾ, ਸਵਾਦ ਲੈਣ ਵਾਲਿਆਂ ਦੀ। ਭਾਜੀ ਜਦੋਂ ਦੇਖੋ ਨਾ, ਜੇ ਮਾੜੇ ਸਿੰਗਰ ਗਾਉਂਦੇ ਸੀ ਤਾਂ ਸੁਣਦਾ ਕੌਣ ਸੀ? ਆਪਾਂ। ਹਾਂਜੀ ਤੇ ਜੇ ਤੁਸੀਂ ਸੁਣਦੇ ਆ ਭਾਜੀ, ਕਾਲਾਂ ਕਰਦੇ ਤਾਂ ਪ੍ਰੋਗਰਾਮ ਤਾਂ ਹੀ ਚੱਲਦੇ ਨਾ। ਜੇ ਹੁਣ ਮੰਨ ਲਓ ਮੈਂ ਚੰਗਾ ਪ੍ਰੋਗਰਾਮ ਲਿਆਵਾਂ, ਤੁਸੀਂ ਨਾ ਸੁਣੋ, ਤਾਂ ਮੈਂ ਵੀ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰੂੰਗਾ। ਪਰ ਮੇਰਾ ਸੱਚਾਈ ਦੇ ਨਾਲ ਹੀ ਚੱਲੀ ਜਾਂਦਾ, ਸਿੱਧੇ ਕੰਮ ਕੀਤਾ ਚੱਲੀ ਜਾਂਦਾ, ਮੈਨੂੰ ਗਲਤ ਕੰਮ ਕਰਨ ਦੀ ਲੋੜ ਹੀ ਨਹੀਂ। ਸਟਾਰਟਿੰਗ 'ਚ ਭਾਈ ਚਲੋ ਮੈਂ ਵੀ ਸੁਣਿਆ ਬਹੁਤ, ਬੜਾ ਮੈਂ ਬੰਦ ਕਰਦਾ ਭਾਈ। ਉੱਥੇ ਕਾਲਰ ਵੀ ਭਾਜੀ ਇਹੋ ਜਿਹੇ ਨਾ ਵੀ ਕਾਲ ਕਰਕੇ ਪੁੱਛਦੇ ਸੀਗੇ ਵੀ ਤੁਸੀਂ ਕਦ ਕੋਈ ਸਟੋਰੀ ਲੈ ਕੇ ਆਓਗੇ ਨਾ। ਇਹੋ ਜਿਹੇ ਕਾਲਰ, ਇਹੋ ਜਿਹੀ ਮਾਨਸਿਕਤਾ ਵਾਲੇ ਬੰਦੇ ਮਤਲਬ ਉਹਨੂੰ ਸੁਣਦੇ ਨੇ ਜੀ। ਸਪੈਸ਼ਲੀ ਲੇਡੀਜ਼ ਬਹੁਤ ਨੇ ਭਾਈ। ਲੇਡੀਜ਼ ਤੇ ਮੈਂ ਹੈਰਾਨ ਹੁੰਦਾ, ਜਨਾਨੀਆਂ ਵੀ ਇੰਨਾ
ਸਵਾਦ ਲੈਣ ਨੂੰ ਫੋਨ ਕਰਦੀਆਂ ਨੇ, ਪੁੱਛੋ ਨਾ ਤੁਸੀਂ ਜੀ, ਸਮਝ ਨਹੀਂ ਆ ਰਹੀ ਵੀ ਕਿਹੜੇ ਹਿਸਾਬ ਚੱਲੀ ਜਾਂਦਾ। ਬਿਲਕੁਲ ਜੀ, ਬੈਡਰੂਮ ਤੱਕ ਚੱਲ ਜਾਂਦਾ, ਲੋਕਾਂ ਦੇ ਕੱਪੜੇ ਲਾਹ ਦੇਣੇ, ਇਹ ਕੋਈ ਕੰਮ ਥੋੜੋ ਭਾਜੀ। ਹਾਂਜੀ ਚਲੋ ਭਾਈ, ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਵਧੀਆ ਭਾਈ ਪੱਤਰਕਾਰ, ਵਧੀਆ ਪੱਤਰਕਾਰੀ ਹੈ ਤੁਹਾਡੀ ਜੀ। ਹਾਂਜੀ 31 ਸਵਾਗਤ ਹੈ ਵੀਰ। ਹੈਲੋ, ਸ਼ਾਇਦ ਵੀਰ ਨੇ ਹੋਲਡ ਕਰ ਲਿਆ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 2956 ਸਵਾਗਤ ਹੈ ਜੀ। ਹਾਂਜੀ ਭਾਜੀ, ਮੈਂ ਫੇਰ ਦੁਬਾਰਾ ਆਇਆ। ਮੈਂ ਕਿਹਾ ਬਾਈ ਕਹਿੰਦਾ ਵੀ ਨਾਂ ਨਹੀਂ ਮੈਂ ਉਹ ਬੰਦਿਆਂ ਦਾ ਲੈਣਾ, ਕਾਰਾਂ ਉਹਨਾਂ ਦੀਆਂ ਬਹੁਤ ਗੁਣ ਵਾਲਿਆਂ ਦੇ ਵਿੱਚ ਆਉਂਦੀਆਂ ਜੀ, ਉਹ ਤਾਂ ਲੈਣਾ ਚਾਹੀਦਾ ਸੀ ਜਿੱਦਾਂ ਅਸੀਂ ਲਏ ਸੀ। ਹਾਂਜੀ ਤੇ ਧੁੱਗਾ ਹੀ ਆ ਉਹਦਾ ਨਾਂ ਬੰਦੇ ਦਾ, ਤੇ ਇਹਨੂੰ ਬੰਦੇ ਬਾਈ ਨੂੰ ਲੈਣਾ ਚਾਹੀਦਾ ਸੀ। ਉਹਨਾਂ ਦੀਆਂ ਗੱਡੀਆਂ ਮੋਹਰੇ ਹੁੰਦੀਆਂ ਜ਼ਿਆਦਾ ਜਿੱਦਾਂ, ਤੇ ਬਾਕੀ ਜਿਹੜਾ ਤੁਸੀਂ ਆ ਕਹਿੰਦੇ ਆ ਉਹਦਾ ਆਪਦਾ ਵੀ ਕਿਹੜਾ ਰੈਕਡ ਇੰਨਾ ਚੰਗਾ ਮੀਡੀਆ ਵਾਲੇ ਦਾ ਜੀ, ਤੁਹਾਨੂੰ ਪਤਾ ਹੀ। ਬਿਲਕੁਲ ਜੀ, ਧੰਨਵਾਦ ਜੀ। ਓਕੇ ਜੀ, ਸ਼ਾਇਦ ਇਹ ਉਹ ਧੁੱਗਾ ਨੀਗਾ ਵੀਰ, ਮੈਨੂੰ ਲੱਗਦਾ ਇਹ ਹੋਰ ਧੁੱਗਾ ਆ ਕੋਈ, ਆਈ ਡੋਂਟ ਨੋ, ਤੇ ਕਿਉਂਕਿ ਨਾਂ ਲਾਸਟ ਨੇਮ ਤਾਂ ਕਈਆਂ ਦੇ ਹੁੰਦੇ ਆ ਜੀ। ਹਾਂਜੀ 7380 ਸਵਾਗਤ ਆ ਵੀਰ। ਹਾਂਜੀ ਚੰਦਵੀਰ, ਸੌਰੀ ਮੈਂ ਦੁਬਾਰਾ ਆਇਆ। ਜਿਵੇਂ ਹੁਣ ਬਾਈ ਉਹਨੇ ਕਿਹਾ ਗਿਆ ਛੇਤੀ ਸੌਖਾ ਹੀ ਛੁੱਟ ਜਾਣਾ ਜੀ, ਇਹਨਾਂ ਨੂੰ ਡਿਫਰੈਂਟ ਸੈੱਲਾਂ ਦੇ ਵਿੱਚ ਰੱਖਿਆ ਜਾਂਦਾ, ਇਹ ਛੁਟਕਾਰਾ ਨਹੀਂ ਹੋਣਾ। ਹੁਣ ਜਿਹੜਾ ਲਾ ਇਹਨਾਂ ਨੇ ਅਮੈਂਡਮੈਂਟ ਪਿੱਛੇ ਜੇ ਕੀਤਾ ਸੀਗਾ, ਜਿਹੜੇ ਬੰਦੇ ਹੀ ਗ੍ਰਾਂਟ ਨੇ ਉਹਨਾਂ ਨੂੰ ਸਜ਼ਾ ਕਟਾ ਕੇ ਡਿਵੋਰਟ ਹੋਣੇ ਨੇ ਉਹ ਜੀ ਜੀ ਜੀ, ਪਲੱਸ ਸਿਟੀਜ਼ਨਸ਼ਿਪਾਂ ਦੀ ਸਿਰੀਆਂ ਟੁੱਟਣੀਆਂ। ਸਾਡੇ ਨਾਲ ਦੇ 2-3 ਬੰਦੇ ਬੈਠੇ ਨੇ ਇੰਡੀਆ, ਉਹਨਾਂ ਦੀਆਂ ਘਰ ਵਾਲੀਆਂ ਪਿੱਛੇ ਨਹੀਂ ਗਈਆਂ, ਇੱਥੇ ਬੈਠੀਆਂ ਨੇ ਉਹ। ਏਡਾ ਸੌਖਾ ਨਹੀਂ ਕੰਮ। ਨਾਲੇ ਗੱਲ ਤਾਂ ਇੱਕ ਕੀਮ ਤੇ ਸਮੈਕ ਬਣ ਹੋਈ ਅਸਲਾ ਜੀ, ਉਹ ਕਰਾਉਣ ਲੱਗ ਗਿਆ ਆਪਣੇ ਫੀਮ ਲੀਗਲ। ਹਾਂਜੀ, ਉਹ ਹੋਰ ਪਾਸੇ ਨੂੰ ਮੁੱਦਾ ਡਾਈਵਰਟ ਕਰ ਦਿੰਦਾ ਕਈ ਬੰਦੇ ਚਵਲ ਮਾਰ ਕੇ। ਜਿਹੜੀ ਚੀਜ਼ ਆ ਇਹ ਅੱਗੇ ਆਪਣੇ ਪੰਨੂ ਨੇ, ਤੁਹਾਨੂੰ ਯਾਦ ਹੋਣਾ ਪੰਨੂ ਨੇ ਇੱਕ ਵਾਰ ਨਾਂ ਲਏ ਸੀ ਹਨਾ, ਕਿੱਥੇ ਤੱਕ ਦੇਖ ਲਓ ਇੰਡੀਆ ਤੱਕ ਉਹ ਬਦਨਾਮ ਕੀਤਾ ਗਿਆ ਬੰਦੇ ਨੂੰ ਫੜਾ ਕੇ ਹਨਾ ਜੀ। ਇਹ ਇੰਡੀਅਨ ਉੱਥੇ ਗਵਰਨਮੈਂਟ ਨਾਲ ਸਿਸਟਮ ਦੇ ਨਾਲ ਰਲ ਕੇ ਜੀ ਜੀ ਜੀ, ਕਿਉਂਕਿ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਹੀ। ਇਹ ਅਸੀਂ ਇਹ ਨਾ ਪਹੁੰਚੀਏ ਵੀ ਇਹ ਅੱਗ ਸਾਡੇ ਘਰ ਤੱਕ ਨਹੀਂ ਆਈ ਜੀ। ਜਦੋਂ ਅੱਗ ਲੱਗਦੀ ਹੁੰਦੀ ਆ ਨਾ, ਫਿਰ ਜਦੋਂ ਘਰ ਦੇ ਆਪਦੇ ਵੀ ਲਾਟਾਂ ਨਿਕਲਣ ਆਉਂਦੀਆਂ ਨੇ, ਫਿਰ ਪਤਾ ਲੱਗਦਾ ਵੀ ਹੁੰਦਾ ਕੀ ਆ। ਬਿਲਕੁਲ ਜੀ ਬਿਲਕੁਲ। ਆਪਦੇ ਜਵਾਕਾਂ ਨੂੰ ਕਹਿ ਕੇ ਰੱਖੋ, ਜੇ ਕੱਲ ਨੂੰ ਤੁਹਾਡੀ ਫਰੈਂਡਸ਼ਿਪ ਹੁੰਦੀ ਆ, ਮੁੰਡਾ ਜਾਂ ਕੁੜੀ ਆ, ਵੱਡਾ ਘਰ ਵੱਡੀਆਂ ਕਾਰਾਂ ਦੇਖ ਕੇ ਫਰੈਂਡਸ਼ਿਪ ਰੱਖ ਲਿਓ। ਸਾਨੂੰ ਇੱਕ ਵਾਰ ਜ਼ਰੂਰ ਪੁੱਛ ਲਿਓ ਇਹ ਪਰਿਵਾਰ ਬਾਰੇ ਵੀ ਇਹਦੇ ਮਾਂ ਪਿਓ ਕੀ ਕਰਦੇ ਨੇ। ਬਿਲਕੁਲ ਜੀ, ਇਹ ਬੰਦੇ ਨਹੀਂ, ਨੋਟ ਤਾਂ ਇਹਨਾਂ ਦੀਆਂ ਘਰ ਵਾਲੀਆਂ ਹੀ ਗਿਣਦੀਆਂ ਨੇ ਨਾ ਘਰੇ ਬਹਿ ਕੇ। ਜੇ ਸੋਚੇ ਬੰਦੇ ਨਹੀਂ, ਘਰ ਵਾਲੀ ਕੁੜੀ ਤੇ ਕਫੜ ਹੋਈ ਆ। ਅੱਜ ਤੋਂ 14-15 ਸਾਲ ਪਹਿਲਾਂ ਕੋਈ ਟਾਈਮ ਸੀ ਡਿਟਰਾਇਟ ਜੇਲ੍ਹ ਦੇ ਵਿੱਚ 200-250 ਹਸਬੈਂਡ ਵਾਈਫ ਬੈਠੇ ਸੀਗੇ। ਬਿਲਕੁਲ ਜੀ ਬਿਲਕੁਲ ਸਹੀ। ਉਹ ਕਹਿੰਦਾ ਸੀ ਮੈਂ ਟੀਮ ਡਰਾਈਵਰ ਨੂੰ ਮੈਂ ਕਾਹਤੋਂ ਹਿੱਸਾ ਦੇਵਾਂ, ਆਪਦੀਆਂ ਘਰ ਵਾਲੀਆਂ ਚਾੜ੍ਹਨੀਆਂ ਨਾਲ ਹਨਾ। ਇਹ ਸੌਖਾ ਨਹੀਂ ਛੁੱਟਣਾ ਇਹਨਾਂ ਦਾ ਖਹਿੜਾ। ਹੁਣ ਇਹ ਤਾਂ ਹੁਣ ਦੇਖੋ ਵੀ ਗਾਹਾਂ ਕਿਹੜੇ ਫੜ ਹੁੰਦੇ ਨੇ ਜੀ, ਉਹ ਆਪਾਂ ਵੇਟ ਕਰੋ ਅਜੇ। ਧੰਨਵਾਦ ਵੀਰ। ਬਿਲਕੁਲ ਜੀ, ਧੰਨਵਾਦ ਵੀਰ, ਧੰਨਵਾਦ। ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ 1700 ਸਵਾਗਤ ਹੈ ਵੀਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 1700। ਹਾਂਜੀ ਤੁਸੀਂ ਬੜਾ ਵਧੀਆ ਗੱਲ ਕਰ ਰਹੇ ਹੋ ਜੀ। ਸਮਾਜ ਦੇ ਵਿੱਚ ਜੋ ਇਨਸਾਨ ਨੇ ਉਹਨਾਂ ਤੋਂ ਸੁਚੇਤ ਕਰਦੇ ਹੋ ਜੀ, ਤੇ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੁੰਦਾ ਵਧੀਆ ਬੰਦੇ ਨੂੰ ਸਹੀ ਸੇਧ ਵਾਸਤੇ ਹੁੰਦਾ ਜੀ। ਪੰਜਾਬੀਆਂ ਨੂੰ ਇੱਥੇ ਜਿਹੜਾ ਕੁਝ ਅੰਸਰ ਡਰੱਗ ਦੇ ਵਿੱਚ ਲੱਗ ਰਿਹਾ ਹੈ, ਉਹ ਬੜੀ ਚਿੰਤਾ ਦੀ ਗੱਲ ਹੈ। ਤੁਹਾਡੇ ਵਰਗੇ ਲੋਕ ਅੱਗੇ ਆਉਣ ਤੇ ਇਹਦੀ ਆਵਾਜ਼ ਸੁਣਨ। ਜਿਹੜਾ ਡਰੱਗ ਦਾ ਹੈਗਾ ਨਾ, ਇਹ ਬਹੁਤ ਚਿੰਤਾਜਨਕ ਹੈ ਜੀ। ਤੇ ਡਰੱਗ ਵੇਚ ਕੇ ਫਿਰ ਵੱਡੀਆਂ ਗੱਡੀਆਂ ਲੈਣੀਆਂ, ਲੋਕਾਂ ਨੂੰ ਆਕਰਸ਼ਿਤ ਕਰਨਾ। ਸੋ ਇਸ ਪਾਸੇ ਥੋੜਾ ਧਿਆਨ ਦੇਣਾ ਚਾਹੀਦਾ ਸਮਾਜ ਦੇ ਬੁੱਧੀਜੀਵੀਆਂ ਨੂੰ ਜੀ। ਤੇ ਕੁਝ ਬੰਦੇ ਹਨ ਇਸ ਵਿੱਚ ਜਿਹੜੇ ਪੁਰਾਣੇ ਜਰਨਲਿਸਟ ਨੇ, ਵਧੀਆ ਕੰਮ ਕਰਦੇ ਨੇ ਜੀ। ਤੁਸੀਂ ਵੀ ਵਧੀਆ ਸੇਵਾ ਨਿਭਾ ਰਹੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਸਟੂਡੀਓ ਦੇ ਵਿੱਚ, ਤੇ ਲਾਈਨਾਂ ਓਪਨ ਆ ਜੀ, ਕਾਲ ਕਰ ਸਕਦੇ ਹੋ 905-405-005 ਤੇ। ਇੱਕ ਆਪਾਂ ਜਿਹੜੀਆਂ ਲਾਈਨਾਂ ਹੋਲਡ ਰੱਖਿਓ ਜੀ। ਆਪਾਂ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈ ਲਈਏ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਜੀ ਆਪਾਂ ਬ੍ਰੇਕ ਨਹੀਂ ਲਈ ਜੀ। ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905-794-3233 416-731-7710 416-731-7710 6 ਰੇ ਐਵੇਨਿਊ ਬਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ
ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਹੋਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਬਸ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ, ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ ਤੇ ਨਾ ਹੀ ਕੈਂਸਲੇਸ਼ਨ ਚਾਰजेस ਤੇ ਹੋਰ ਕ੍ਰੈਡਿਟ ਚੈੱਕ ਵੀ ਨਹੀਂ ਲੱਗੇਗਾ। ਮੰਥਲੀ ਚਾਰजेस $1428 ਪਲੱਸ ਟੈਕਸ। ਵਨ ਟਾਈਮ ਡਿਵਾਈਸ ਕਾਸਟ $49.99 ਪਲੱਸ ਟੈਕਸ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪ੍ਰਿਆ ਜੀ ਨੂੰ 6476494000 647 649 4000। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 9057920036। ਕੀ ਤੁਸੀਂ ਬਿਲਕੁਲ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਹਾਂਜੀ 0805 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਪਹਿਲਾਂ ਤਾਂ ਤੁਹਾਨੂੰ ਜੀ ਮੁਬਾਰਕਾਂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਵੀਰ। ਹਾਂਜੀ ਜੀ ਭਾਜੀ, ਇਹ ਜਿਹੜਾ ਨਸ਼ੇ ਦਾ ਕੰਮ ਹੈ ਭਾਜੀ, ਇਹ ਤਾਂ ਹੁਣ ਸਾਡੇ ਬੰਦਿਆਂ ਨੇ ਬਾਲਾ ਹੀ ਫੜ ਲਿਆ ਜੀ।
ਹਾਂਜੀ ਹਾਂਜੀ ਬੱਲੇ ਬੱਲੇ ਕਰਾਈ ਜਾਂਦੇ ਜੀ, ਬੱਲੇ ਬੱਲੇ ਕਰਾਈ ਜਾਂਦੇ ਆ ਭਾਜੀ। ਮੈਨੂੰ ਲੱਗਦਾ ਨਹੀਂਗਾ ਵੀ ਹੁਣ ਪਿੱਛੇ ਹਟੂਗੇ ਥੋੜੇ ਕਿਤੇ ਇਹ ਜੀ। ਤੇ ਬਾਕੀ ਭਾਜੀ ਜਿੱਦਾਂ ਹੁਣ ਜਿਹੜੇ ਬੰਦੇ ਫੜੇ ਹੋਏ ਆ ਜੀ, ਇਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਹੋਊਗੀ ਜਾਂ ਬਸ ਇੱਥੇ ਐਦੇ ਛੱਡ ਛੁੱਟ ਦਿੰਦੇ ਇਹਨਾਂ ਨੂੰ ਜੀ? ਨਹੀਂ ਵੀਰ, ਉਹਨਾਂ ਦੇ ਕੋਲੋਂ ਫਾਇਰ ਆਰਮ ਫੜੇ ਗਏ ਜੀ। ਉਹਨਾਂ ਦੇ ਕੋਲੋਂ 48 ਹਥਿਆਰ, ਜਿਹੜੀਆਂ ਗੰਨਾਂ, ਰਿਵਾਲਵਰ, ਇਦਾਂ ਦੀਆਂ ਬਹੁਤ ਜਿਹੜੇ ਮੇਜਰ ਆ ਉਹ ਫੜੇ ਗਏ ਆ। ਉਹ ਐਡਾ ਸੌਖਾ ਨਹੀਂਗਾ ਇਹ ਛੱਡਣਾ ਨਾ, ਕਿਉਂਕਿ ਹੁਣ ਥੋੜੇ ਕਾਨੂੰਨ 'ਚ ਸਖਤੀ ਕੀਤੀ, ਸਾਡੇ ਲੋਕ ਅੱਗੇ ਨਿਕਲ ਜਾਂਦੇ ਸੀਗੇ, ਚੋਰ ਮੋਰੀਆਂ ਬਹੁਤ ਸੀਗੀਆਂ। ਪਰ ਜਿਹੜੇ ਇਮੀਗ੍ਰਾਂਟ ਆ ਉਹ ਸਾਰੇ ਪਹਿਲਾਂ ਸਜ਼ਾ ਕੱਟਣਗੇ, ਫਿਰ ਡਿਪੋਰਟ ਹੋਣਗੇ, ਤੇ ਜਿਹੜੇ ਸਿਟੀਜ਼ਨ ਆ ਸ਼ਾਇਦ ਉਹਨਾਂ ਦੀ ਸਿਟੀਜ਼ਨ ਵੀ ਕੈਂਸਲ ਹੋ ਸਕਦੀ। ਬਾਕੀ ਕੋਈ ਜਿਹੜੇ ਬੰਦੇ ਨੂੰ ਨੌਲੇਜ ਆ, ਜੇ ਸੁਣਦਾ ਹੋਵੇ ਤਾਂ ਕਾਲ ਕਰ ਸਕਦੇ, ਜਿਹੜੇ ਬੰਦੇ ਨੂੰ ਲਾ ਬਾਰੇ ਪਤਾ। ਮੈਂ ਨਾ ਜੀ ਯੂਰਪ 'ਚ ਰਹਿ ਕੇ ਆਇਆ ਨਾ ਜੀ। ਉੱਥੇ ਭਾਜੀ ਇਦਾਂ ਆ ਵੀ ਜੇ ਤੁਸੀਂ ਇੱਕ ਛੋਟੀ ਜਿਹੀ ਵੀ ਗਲਤੀ ਕਰ ਦਿੰਦੇ ਨਾ, ਤੁਹਾਡੀ ਜਿਹੜੀ ਸਿਟੀਜ਼ਨ ਲਈ ਉਹ ਵੀ ਕੈਂਸਲ ਕਰ ਦਿੰਦੇ ਜੀ। ਹੁਣ ਇੱਥੇ ਮੈਨੂੰ ਪਤਾ ਨਹੀਂਗਾ ਜੀ ਕਿ ਇੱਥੇ ਕੈਂਸਲ ਕਰਦੇ ਕਿ ਨਹੀਂ ਕਰਦੇ ਜੀ। ਉਹ ਕਹਿੰਦੇ ਕਰ ਦਿੰਦੇ ਆ ਜੀ, ਪਰ ਇਹ ਛੋਟੀ ਗਲਤੀ ਨਹੀਂ ਵੀਰ, ਇਹ ਬਹੁਤ ਵੱਡੀ ਗਲਤੀ ਆ। ਇਹਨੇ ਫਾਇਰ ਆਰਮ ਹੋਣੇ ਜਿਹੜੇ ਕਿਤੇ ਛੋਟੀ ਮੋਟੀ ਗੱਲ ਥੋੜੋ। ਜੇ ਆਪਾਂ ਲੜਾਈ ਵੀ ਕਰਦੇ ਆ ਨਾ, ਜੇ ਸਾਡੀ ਜਿਹਨਾਂ ਨੇ ਲੜਾਈਆਂ ਵੀ ਕੀਤੀਆਂ ਛੋਟੀਆਂ ਛੋਟੀਆਂ ਘਰਾਂ ਵਿੱਚ, ਜਿੱਦਾਂ ਆਪਾਂ ਲੜ ਕੇ ਕਈ 'ਚ ਲੜ ਪੈਂਦੇ ਆ ਜੀ, ਜਿਹਨਾਂ ਨੇ ਲੜਾਈਆਂ ਕੀਤੀਆਂ ਉਹਨਾਂ ਨੂੰ ਸਿਟੀਜ਼ਨ ਨਹੀਂ ਮਿਲਦੀ, ਉਹਨਾਂ ਦੇ ਗਾਂ ਨਿਆਣਿਆਂ ਨੂੰ ਮਿਲੀ ਹੋਆ। ਇਦਾਂ ਹੀ ਆ ਜੀ, ਇਦਾਂ ਹੀ। ਇੱਥੇ ਸਾਡੇ ਸਾਰੇ ਦੇਈ ਜਾਂਦੇ, ਪਤਾ ਨਹੀਂ ਜੀ। ਨਹੀਂ, ਲੜਾਈ ਜੇ ਸਿਟੀਜ਼ਨ ਤੋਂ ਪਹਿਲਾਂ ਹੋ ਜਾਵੇ ਵੀਰ, ਉੱਤੇ ਕੇਸ ਬਣ ਜਾਵੇ, ਫਿਰ ਸਿਟੀਜ਼ਨ ਤੇ ਇੱਥੇ ਵੀ ਨਹੀਂ ਮਿਲਦੀ। ਪਰ ਜੇ ਪਹਿਲਾਂ ਲਈ ਹੁੰਦੀ ਤਾਂ ਉਹਦੀ ਥੋੜੀ ਹੋ ਜਾਂਦਾ ਵੀ ਸ਼ਾਇਦ ਉਹ ਨਹੀਂ ਕੈਂਸਲ ਕਰਦੇ, ਛੇਤੀ ਨਹੀਂ ਕਰਦੇ। ਪਰ ਜਿਹੜਾ ਇਮੀਗ੍ਰਾਂਟ ਆ ਉਹਨੂੰ ਤਾਂ ਰਾਈਟ ਵੇ ਬਾਹਰ ਦਾ ਰਸਤਾ ਦਿਖਾ ਦਿੰਦੇ। ਜਿੱਦਾਂ ਹੁਣ ਆਹ ਡਰੱਗ ਦਾ ਕੇਸ ਹੈ ਨਾ, ਉੱਥੇ ਤਾਂ ਉਹਨੇ ਉਸੇ ਵੇਲੇ ਕੈਂਸਲ ਕਰ ਦੇਣੀ ਸੀ। ਸ਼ਾਇਦ ਕੋਈ ਵੀਰ ਸੁਣਦਾ ਹੋਵੇ ਜੀ, ਪਤਾ ਹੋਵੇ ਤਾਂ ਦੱਸੇ ਜ਼ਰੂਰ। ਧੰਨਵਾਦ ਵੀਰ। ਓਕੇ ਓਕੇ। ਹਾਂਜੀ, ਨੰਬਰ ਨਹੀਂ ਆਇਆ ਵੀਰ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਖਬਰ ਆਈ ਹੈ ਜੀ ਆਪਣੀ, ਜਿਹੜਾ ਫੜੇ ਗਏ ਆ ਬੰਦੇ, ਇਹ ਕਈ ਵਾਰੀ ਆਪਾਂ ਆਮ ਹੀ ਸੁਣਦੇ ਹੁੰਦੇ ਆ, ਜਿੱਦਾਂ ਰੇਡੀਓ ਪ੍ਰੋਗਰਾਮਾਂ ਤੇ ਜਾਂ ਆਮ ਲੋਕ ਕਹਿੰਦੇ ਆ ਵੀ ਪੰਜਾਬ 'ਚ ਨਸ਼ਾ ਫੈਲਾਇਆ, ਇਹ ਇੱਕ ਸਾਜ਼ਿਸ਼ ਦੇ ਤਹਿਤ ਆ, ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਲੋਕ, ਹਨਾ। ਤੇ ਉਹ ਮੈਂ ਪੁੱਛਣਾ, ਮੇਰਾ ਸਵਾਲ ਇਹ ਆ ਵੀ ਇੱਥੇ ਵੀ ਕੋਈ ਸਾਜ਼ਿਸ਼ ਆ ਇਦਾਂ ਵੀ ਖਤਮ ਕਰਨਾ ਚਾਹੁੰਦੇ ਆ, ਇਹ ਇਕੱਲੀ ਪੰਜਾਬ ਤੱਕ ਹੀ ਸੀਮਤ ਆ ਵੀ ਇੱਕ ਲੋਕ ਉਹ ਆਪਣੇ ਪੰਜਾਬੀ ਆ ਕੇ ਕਰਤਾ ਇੱਥੇ ਵੀ ਰਹੇ ਆ, ਵੀ ਇਹ ਵੀ ਕਿਸੇ ਸਾਜ਼ਿਸ਼ ਦੇ ਤਹਿਤ ਹੀ ਲੱਗਦੇ ਆ ਤੁਹਾਨੂੰ? ਨਾ ਜੀ, ਸਾਜ਼ਿਸ਼ ਤੁਜ਼ਿਸ਼ ਕੋਈ ਨਹੀਂ। ਉੱਥੇ ਵੀ ਪੈਸਾ ਕਮਾਉਣ ਲਈ ਤੇ ਇੱਥੇ ਵੀ ਪੈਸਾ ਕਮਾਉਣ ਲਈ, ਤੇ ਰਿਚ ਹੋਣ ਵਾਸਤੇ ਵੀ ਦਿਨੋਂ ਰਾਤੋਂ ਰਾਤ ਅਸੀਂ ਜਿਹੜੇ ਅਮੀਰ ਬਣ ਜਾਈਏ। ਹਾਂਜੀ ਬਸ ਬਸ, ਉਹ ਸਾਜ਼ਿਸ਼ ਆ। ਕਈ ਵਾਰੀ ਆਪਾਂ ਕਹਿਣ ਲੱਗ ਜਾਂਦੇ ਨਸ਼ਾ ਤਾਂ ਪੂਰੇ ਇੰਡੀਆ ਦੇ ਵਿੱਚ ਸਾਜ਼ਿਸ਼ ਹੀ ਆ, ਬੰਬੇ ਆ, ਹੈ ਸਾਜ਼ਿਸ਼ ਹੀ ਆ, ਪਰ ਰਾਤੋਂ ਰਾਤ ਅਮੀਰ ਹੋਣ ਦੀ ਸਾਜ਼ਿਸ਼ ਆ। ਹਾਂਜੀ, ਪਰ ਇਹ ਉਹ ਆਪਣੇ ਆਪ ਅਮੀਰ ਹੋਣ ਦੀ ਆਦਤ ਆ ਨਾ, ਕਿਸੇ ਨੂੰ ਏਦਾਂ ਨਹੀਂ ਵੀ ਉਹ ਚਾਹੁੰਦੇ ਆ ਵੀ ਬਰਬਾਦ ਕਰ ਦਈਏ, ਉਹ ਅਮੀਰ ਹੋਣ ਦੀ ਆ, ਆਪਣੇ ਹੀ ਬੰਦੇ ਨਾਲ ਰਲੇ ਹੁੰਦੇ ਆ। ਧੰਨਵਾਦ। ਧੰਨਵਾਦ ਵੀਰ, ਧੰਨਵਾਦ। ਹਾਂਜੀ 7621 ਸਵਾਗਤ ਹੈ ਜੀ। ਹਾਂਜੀ ਚੰਦ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ ਬਹੁਤ ਵਧੀਆ, ਤੁਸੀਂ ਜਿਹੜੀ ਆਵਾਜ਼ ਆ ਬਹੁਤ ਤਕੜੀ ਆਵਾਜ਼ ਨਾਲ ਉਠਾਈ ਹੈ, ਤਾਂ ਖਾਣੀ ਚਾਹੀਦੀ ਹੈ। ਤੁਸੀਂ ਦੇਖੋ, ਆਪਾਂ ਜੇ ਕੋਈ ਸਟੂਡੈਂਟ ਦੀ ਗੱਲ ਆ ਜਾਂਦੀ ਹੈ ਤਾਂ ਆਪਾਂ ਕਿੰਨਾ ਛਾਲਦੇ ਸਟੂਡੈਂਟ ਐਂ ਕਰਦੇ ਆ, ਇਹਨਾਂ ਨੇ ਆਹ ਗੰਦ ਪਾਇਆ, ਇਹਨਾਂ ਨੇ ਉਹ ਪਾਇਆ, ਤੇ ਇਹਨਾਂ ਤਾਂ ਸਟੂਡੈਂਟ ਇੱਕ ਵੀ ਹੈ ਨੀਗਾ। ਦੇਖੋ ਬਿਲਕੁਲ ਜੀ ਬਿਲਕੁਲ, ਇਹ ਤਾਂ ਆਪਣੇ ਸਾਰੇ ਸਿਆਣੇ ਆ, ਸੁਲਝੇ ਹੋਏ, ਜਿਹੜੇ ਅਸੀਂ ਪੁਰਾਣੇ ਆਏ ਆ 20-40 ਸਾਲਾਂ ਦੇ, ਸਾਰੇ ਫਰੀਡਮ ਫੈਕਟਰੀ ਹੈ ਜੀ, ਆਜ਼ਾਦੀ ਘੁਲਾਟੀ ਹੈ ਸਾਰੇ। ਇਹਨਾਂ ਦਾ ਸਨਮਾਨ ਤਾਂ ਜ਼ਰੂਰ ਹੀ ਹੋਣਾ ਚਾਹੀਦਾ, ਹੁਣ ਆਵਾਜ਼ ਜ਼ਰੂਰ ਹੋਣੀ ਚਾਹੀਦੀ। ਆਪਾਂ ਪੰਜਾਬ ਦੀਆਂ ਗੱਲਾਂ ਤੇ ਇੰਡੀਆ ਦੀਆਂ ਘੱਟ ਕਰੀਏ, ਹੁਣ ਤਾਂ ਇਹਨਾਂ ਦੀਆਂ ਕਰੀਏ। ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ। ਬਿਲਕੁਲ ਜੀ, ਜਦੋਂ ਕਿਤੇ ਛੁੱਟ ਗਿਆ ਇਹ ਤੇ ਇਹਨਾਂ ਦੇ ਗਲਾਂ 'ਚ ਹਾਰ ਪਾਉਣੇ ਚਾਹੀਦੇ। ਕਮਿਊਨਿਟੀ ਵੱਲੋਂ ਸੱਦ ਕੇ ਇਹਨਾਂ ਨੂੰ ਵੀ ਬਹੁਤ ਚੰਗਾ ਕੰਮ ਕੀਤਾ ਤੁਸੀਂ। ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ 1344 ਸਵਾਗਤ ਹੈ ਵੀਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇਹ ਨਾ ਭਾਜੀ ਏਦਾਂ ਉਹ ਬੰਦੇ ਜਿਨ੍ਹਾਂ ਨੂੰ ਸਭ ਤੋਂ ਵੱਧ ਫਿਕਰ ਹੁੰਦਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ। ਹਾਂਜੀ। ਤੇ ਹੁਣ ਉੱਥੇ ਜੇ ਇਹਨਾਂ ਨੇ ਲੱਕ ਤੋੜਨਾ ਹੈ, ਨਸ਼ਾ ਉੱਥੋਂ ਖਤਮ ਕਰਨਾ, ਤੇ ਫਿਰ ਹੱਲ ਉਹਦਾ ਇਹੀ ਆ ਨਾ, ਫਿਰ ਉੱਥੋਂ ਇੱਥੇ ਲੈ ਆਉਂਦੇ ਆ ਨਾ, ਫਿਰ ਉਧਰੋਂ ਇੱਧਰ ਲੈ ਆਉਂਦੇ। ਹਾਂਜੀ ਉਹੀ ਤੇ ਫਿਰ ਹੁਣ ਆਪਾਂ ਨੂੰ ਵੀ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਵੀ ਉੱਥੇ ਹੁਣ ਤਾਂ ਹੀ ਮੁੱਕੂਗਾ ਜੇ ਅਗਲੇ ਇੱਥੇ ਲਿਆਉਣਗੇ। ਬਾਕੀ ਚੰਨੀ ਸਾਹਿਬ ਇਹਨਾਂ ਦਾ ਕੋਈ ਜਿਹੜਾ ਕਈ ਜਾਂਦੇ ਬਿਜ਼ਨਸਮੈਨ ਵੀ ਆ, ਕੰਪਨੀਆਂ ਵਾਲੇ, ਤੇ ਉਹ ਚੀਜ਼ ਜੇ ਮੀਡੀਆ ਵਿੱਚ ਆਈ ਆ ਤੇ ਉਹ ਵੀ ਹੋ ਸਕਦਾ, ਜੇ ਕੋਈ ਤੇ ਉਹ ਵੀ ਸਾਂਝੀ ਕਰਨੀ ਚਾਹੀਦੀ ਆਪਾਂ ਨੂੰ। ਹਾਂ ਬਿਲਕੁਲ ਜੀ, ਹੌਲੀ ਹੌਲੀ ਜਿੱਦਾਂ ਜਿੱਦਾਂ ਸਾਰਾ ਕੁਝ ਆ ਜਾਊਗਾ ਭਾਜੀ ਖੋਲ ਦਾਂਗੇ, ਕੋਈ ਚੱਕਰ ਨਹੀਂ। ਠੀਕ ਹੈ ਜੀ, ਧੰਨਵਾਦ ਵੀਰ, ਧੰਨਵਾਦ ਜੀ। ਬਿਲਕੁਲ ਜੀ, ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਜੀ। ਤੇ ਇੱਕ ਨਿੱਕੀ ਜੀ ਫਿਰ ਬ੍ਰੇਕ ਲੈ ਲਈਏ ਜੀ। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ, ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000।
ਕੀ ਗੱਲ ਅੰਕਲ ਜੀ ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। जी हाँ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ ਦੇਰੀ, ਪੀਆਰ ਨਾ ਮਿਲਣਾ, ਬੈਂਡ ਘਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने ਬੱਲੇ ਬੱਲੇ। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰਾਇਲ ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਨਾ, ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ। ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਕੀ ਗੱਲ? ਆ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਸੰਦੀਪ ਭੱਟੀ ਜੀ ਸਟੂਡੀਓ 'ਚ ਪਹੁੰਚ ਚੁੱਕੇ ਆ ਤੇ ਮੈਨੂੰ ਦਿਓ ਇੱਥੇ ਇਜਾਜ਼ਤ। ਤੁਸੀਂ ਮੇਰੇ ਨਾਲ ਕੋਈ ਸੰਪਰਕ ਕਰਨਾ 5149169593 514 916 9593 ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤਾਂ ਵੀ ਕਾਲ ਕਰ ਸਕਦੇ ਹੋ 5149169593। ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਣੇ ਸਰਬੱਤ ਦਾ ਭਲਾ। ਕੀ ਗੱਲ ਅੰਕਲ ਜੀ ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ,